Shugli.com, 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 Shugli.com. बकरा करैक्टर ये शौकी ये बंदा जो भी काम करे पै जांदा है बंदा एले दे अगे यारो जैरी नाले टोन Shugli.com, 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 Shugli.com. मैं रमता जोगी लो जी बाबे बन गए हैं भगत बनावांगे पैसे वट के ब्याह करवावांगे सिंगापुर जाके हनीमून मनावांगे लो जी अपनी इंट्रोडक्शन मैं आप ही दे दिया मेरा नाम है शीशी बाबा नमस्ते शीशी इस करके क्योंकि ज्यादातर बाबियां को लेडीज ही आंदियां ने पर हले तक आई क्यों नहीं कोई आ जाना चाहिए सी हुण तक बाबा वे कलाम रोड बाबा वे कलाम रोड बहुत बढ़िया खुश करता ही बाबियां नु खुश करता ही जो दिल करता दे दियो बाबियां नु बाबा जी खुश भी मैं किता डांस भी मैं किता खुश तुसी होए बाबा जी मैं क्यों दवा तुसी दो ਉਹ ਕਿੱਥੋਂ ਦੇ ਦੇ ਕੁੜੀਏ ਤੈਨੂੰ ਗਿਫਟ ਕੁੜੀਆਂ ਨੂੰ ਤੇ ਗਿਫਟ ਦੇ ਦੇ ਕਿ ਅਸੀਂ ਬਾਬੇ ਬਣੇ ਆ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਬੈਠੋ ਆਪਣੀ ਸਮੱਸਿਆ ਦੱਸੋ ਬਾਬਿਆਂ ਕੋਲ ਹਰ ਸਮੱਸਿਆ ਦਾ ਹੱਲ ਹੈ ਤੁਹਾਨੂੰ ਕਿਤਾ ਪਤਾ ਬਾਬਾ ਜੀ ਕਿ ਮੈਨੂੰ ਕੋਈ ਸਮੱਸਿਆ ਹੈ ਬਾਬਾ ਬਣਿਆ ਤਾਂ ਹੀ ਤੁਸੀਂ ਸਮੱਸਿਆ ਲੈ ਕੇ ਆਏ ਹੋ ਮੈਂ ਕਿਹੜਾ ਆਂਡਿਆਂ ਦੀ ਰੇਹੜੀ ਲਾਈ ਏ ਜਿਹੜਾ ਤੁਸੀਂ ਉਬਲੇ ਆਂਡੇ ਲੈਣ ਆਏ ਹੋ ਬਾਬਾ ਜੀ ਤੁਹਾਡੇ ਚਰਨ ਕਿੱਥੇ ਨੇ ਚਰਨਾਂ ਨੂੰ ਠੰਡ ਲੱਗਦੀ ਸੀ ਬਾਬਾ ਜੀ ਨੇ ਜੇਬ 'ਚ ਪਾਏ ਨੇ ਕੀ ਮਜ਼ਾਕ ਕੀਤਾ ਹੈ ਬੀਬਾ ਐਕਚੁਅਲੀ ਮੈਂ ਨਾਰਮਲ ਜਿਹਾ ਬਾਬਾ ਹਾਂ ਕੁੜੀਆਂ ਕੋਲ ਪੈਰੀ ਹੱਥ ਨਹੀਂ ਲਵਾਉਂਦਾ ਯੂ ਜਸਟ ਗਿਵ ਮੀ ਅ ਟਾਈਟ ਹੱਕ ਬਾਬਾ ਜੀ ਤੁਹਾਨੂੰ ਇੰਗਲਿਸ਼ ਵੀ ਆਉਂਦੀ ਹੈ ਐਕਚੁਅਲੀ ਬਾਬਾ ਜੀ ਨੂੰ ਨਾ ਫੋਰਨ ਭਗਤਾਂ ਕੋਲ ਮਸਾਜ ਕਰਾਉਣ ਦਾ ਬਹੁਤ ਸ਼ੌਂਕ ਹੈ ਕੀ ਮਤਲਬ ਬਾਬਾ ਜੀ ਮੇਰਾ ਮਤਲਬ ਮੈਸੇਜ ਕਰਾਉਣ ਦਾ ਬਹੁਤ ਸ਼ੌਂਕ ਹੈ ਬਾਬਿਆਂ ਨੂੰ ਉਹ ਬਾਹਰ ਬੈਠ ਕੇ ਮੈਸੇਜ ਕਰਦੀਆਂ ਨੇ ਤੇ ਅਸੀਂ ਇੱਥੇ ਬੈਠ ਕੇ ਪ੍ਰੋਬਲਮ ਸੋਲਵ ਕਰ ਦਈਦੀ ਹੈ ਬਾਬਾ ਜੀ ਮੇਰੇ ਤੇ ਧਿਆਨ ਹੀ ਹੋਣੇ ਪਿਆ ਤੁਸੀਂ ਹੱਥ ਤੇ ਨਹੀਂ ਕੀਤਾ ਹੋਇਆ ਓਹੋ ਇਹ ਇੱਥੇ ਕਿੱਦਾਂ ਆ ਗਿਆ ਐਕਚੁਅਲੀ ਇਹ ਇੰਜ ਕਰਨਾ ਬੜਾ ਸੌਖਾ ਰਹਿੰਦਾ ਹੈ ਬਸ ਛੱਡੋ ਤੁਸੀਂ ਪਰੇਸ਼ਾਨੀ ਦੱਸੋ ਕੀ ਹੈ ਬਾਬਾ ਜੀ ਮੇਰਾ ਘਰ ਵਾਲਾ ਨਾ ਕਈ ਦਿਨ ਘਰ ਨਹੀਂ ਆਉਂਦਾ ਇਹ ਪ੍ਰੋਬਲਮ ਹੈ ਕਿ ਬਾਬਿਆਂ ਨੂੰ ਇਨਵੀਟੇਸ਼ਨ ਦਿੱਤਾ ਹੈ ਮੇਰੇ ਕਹਿਣ ਦਾ ਮਤਲਬ ਹੈ ਕਿ ਉਹ ਮੈਨੂੰ ਪਿਆਰ ਨਹੀਂ ਕਰਦਾ ਨੋ ਪ੍ਰੋਬਲਮ ਅਗਲੇ ਵੀਰਵਾਰ ਤੋਂ ਉਹਨੂੰ 1 ਮਹੀਨੇ ਵਾਸਤੇ ਤੀਰਥ ਯਾਤਰਾ ਤੇ ਘੱਲ ਦਿਓ ਕੀ ਕਰਨ ਲੱਗ ਪਏਗਾ ਨਹੀਂ ਜਿੱਦਣ ਉਹ ਤੁਰ ਜਾਣਗੇ ਉਸ ਦਿਨ ਮੈਂ ਤੁਹਾਡੇ ਘਰ ਆ ਜਾਵਾਂਗਾ ਫਿਰ ਕਰਕੇ ਦਿਖਾਊਂਗਾ ਕਿ ਪਿਆਰ ਕਿੱਦਾਂ ਕਰਾਈਦਾ ਬਾਬਾ ਜੀ ਕੀ ਗੱਲਾਂ ਕਰੀ ਜਾਂਦੇ ਹੋ ਟੈਨਸ਼ਨ ਨਹੀਂ ਲੈਣੀ ਪਿਆਰ ਵਾਲੀ ਸਮੱਸਿਆ ਨੂੰ 7-8 ਸਾਲ ਲੱਗ ਜਾਂਦੇ ਨੇ ਘੱਟੋ ਘੱਟ ਪਰ ਮੈਂ ਤੁਹਾਡੀ ਸਮੱਸਿਆ 1 ਮਹੀਨੇ 'ਚ ਹੱਲ ਕਰ ਦੇਣੀ ਕਿਉਂਕਿ ਮੈਨੂੰ ਪਤਾ ਤੁਸੀਂ ਬਹੁਤ ਦੂਰੋਂ ਆਏ ਹੋ ਬਾਬਾ ਜੀ ਤੁਹਾਨੂੰ ਕਿੱਦਾਂ ਪਤਾ ਮੈਂ ਦੂਰੋਂ ਆਈ ਹਾਂ ਪਤਾ ਹੀ ਹੋਣਾ ਨੇੜੇ ਦੀਆਂ ਕੁੜੀਆਂ ਤੇ ਬਾਬਾ ਜੀ ਪਰਸਨਲੀ ਜਾਣਦੇ ਨੇ ਤੁਸੀਂ ਬਸ ਆਪਣੀ ਪ੍ਰੋਬਲਮ ਦੱਸੋ ਬਾਬਾ ਜੀ ਮੈਨੂੰ ਕਦੇ ਸੱਚਾ ਪਿਆਰ ਨਹੀਂ ਮਿਲਿਆ ਬੀਬਾ ਪਿਆਰ ਦੇ ਵਿੱਚ ਸੱਚ ਝੂਠ ਨਹੀਂ ਦੇਖੀਦਾ ਪਿਆਰ ਜਿੱਥੇ ਮਿਲੇ ਜਿੱਦਾਂ ਦਾ ਮਿਲੇ ਕਰ ਲੈਣਾ ਚਾਹੀਦਾ ਬਾਬਾ ਜੀ ਮੈਂ ਤੇ ਬਸ ਇਹੀ ਚਾਹਨੀ ਕਿ ਮੇਰਾ ਘਰ ਵਾਲਾ ਮੈਨੂੰ ਬਹੁਤ ਪਿਆਰ ਕਰੇ ਤੇ ਸਾਡੇ ਘਰੇ ਪਿਆਰਾ ਜਿਹਾ ਬੱਚਾ ਪੈਦਾ ਹੋਏ ਮੈਂ ਤੇ ਤੁਹਾਡੇ ਲਈ ਕੇਲੇ ਵੀ ਲੈ ਕੇ ਆਈ ਹਾਂ ਬੀਬਾ ਆ ਨੰਗੇ ਕੇਲੇ ਚੁੱਕ ਕੇ ਲਿਆਈ ਹੈ ਬਾਬਾ ਜੀ ਇਹੋ ਜਿਹਾ ਸ਼ਰਾਬ ਦੇਣਗੇ ਕਿ ਬੱਚੇ ਵੀ ਨੰਗੇ ਪੈਦਾ ਹੋਣਗੇ ਬਾਬਾ ਜੀ ਬੱਚੇ ਨੰਗੇ ਹੀ ਪੈਦਾ ਹੁੰਦੇ ਨੇ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਇੱਕ ਵਾਰੀ ਇੱਕ ਲੇਡੀ ਬਾਬਾ ਜੀ ਨੂੰ 1 ਕਿਲੋ ਬਦਾਮਾਂ ਦੇ ਨਾਲ 501 ਰੁਪਏ ਚੜਾ ਗਈ ਉਹਨਾਂ ਦੇ ਘਰ ਮੁੰਡਾ ਸ਼ੇਰਵਾਨੀ ਪਾ ਕੇ ਪੈਦਾ ਹੋਇਆ ਵਿਦ ਪੰਜਾਬੀ ਜੁੱਤੀ ਛੱਡੋ ਤੁਸੀਂ ਇਹ ਦੱਸੋ ਤੁਹਾਨੂੰ ਬੱਚਾ ਕਿੱਦਾਂ ਦਾ ਚਾਹੀਦਾ ਦਲਜੀਤ ਵਰਗਾ ਸੋਹਣਾ ਸੁਨੱਖਾ ਲੈ ਕੇਲੇ ਤੋਂ ਦਲਵਿੰਦਰ ਦਿਆਲਪੁਰ ਵਰਗੇ ਲੈ ਕੇ ਆਈ ਹੈ ਤੇ ਲੱਭਦੀ ਪਈ ਹੈ ਦਲਜੀਤ ਵਰਗਾ ਸੋਹਣਾ ਮੁੰਡਾ ਕੇਲੇ ਨੂੰ ਛੱਡੋ ਬਾਬਾ ਜੀ ਤੁਸੀਂ ਨਾ ਮੈਨੂੰ ਕੋਈ ਚਮਤਕਾਰੀ ਲੱਡੂ ਦੇ ਦਿਓ ਮੈਂ ਬਾਬਾ ਬਣਿਆ ਮੈਂ ਲਵਲੀ ਸਵੀਟ ਨਹੀਂ ਖੋਲੀ ਜਿਹੜਾ ਤੁਹਾਨੂੰ ਲੱਡੂ ਦਿੰਦਾ ਫਿਰਾਂ ਇਹ ਬਾਬਾ ਜੀ ਜਸਟ ਕਿਡਿੰਗ ਛੱਡੋ ਮਾਂ ਬਣਨਾ ਚਾਹੁੰਦੇ ਹੋ ਹਾਂਜੀ ਫਿਰ ਕਿਸੇ ਦਿਨ ਵਿਹਲਾ ਟਾਈਮ ਕੱਢ ਕੇ ਬਣੀ ਜਾਓ ਬਾਬਾ ਜੀ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਮੈਂ ਟੈਨਸ਼ਨ 'ਚ ਐਕਚੁਅਲੀ ਪ੍ਰੋਬਲਮ ਇਹ ਹੈ ਕਿ ਮੇਰਾ ਘਰ ਵਾਲਾ ਨਾ ਮੇਰੇ ਤੇ ਇੰਟਰਸਟ ਨਹੀਂ ਲੈਂਦਾ ਤਾਂ ਠੀਕ ਹੈ ਨਾ ਉਹਨੇ ਵਿਆਹ ਕਰਵਾਇਆ ਉਹਨੇ ਕਿਹੜਾ ਐਫਡੀ ਕਰਾਈ ਹੈ ਜਿਹੜਾ ਹਰ ਮਹੀਨੇ ਦੇ ਮਹੀਨੇ ਇੰਟਰਸਟ ਲਈ ਜਾਵੇ ਬਾਬਾ ਜੀ ਪ੍ਰੋਬਲਮ ਇਹ ਹੈ ਕਿ ਉਹ ਮੇਰੇ ਨਾਮ ਤੱਕ ਲੈ ਕੇ ਰਾਜ਼ੀ ਨਹੀਂ ਫਿਰ ਇੱਕ ਕੰਮ ਕਰੋ ਉਹਦਾ ਧਿਆਨ ਆਪਣੇ ਵੱਲ ਖਿੱਚਣ ਲਈ ਆਪਣੀ ਬਾਹ ਤੇ ਉਹਦੇ ਨਾਂ ਦਾ ਟੈਟੂ ਬਣਾਓ ਉੱਤੇ ਤੇ ਬੜੇ ਪੈਸੇ ਲੱਗ ਜਾਣਗੇ ਮੈਨੂੰ 100 ਰੁਪਏ ਦਿਓ ਮੈਂ ਬਣਾ ਦੇਣਾ ਬਸ ਤੁਸੀਂ ਆਪਣੇ ਹਸਬੰਡ ਦਾ ਨਾਂ ਦੱਸੋ ਮਹਿੰਦਰ ਪਾਲ ਮੋਜੀ ਲੁਧਿਆਣੇ ਵਾਲਾ ਮਹਿੰਦਰ ਪਾਲ ਸਿੰਘ ਇੱਥੇ ਤੱਕ ਤੇ ਆ ਜਾਏਗਾ ਮੋਚੀ ਲੁਧਿਆਣੇ ਵਾਲਾ ਪਿੱਟ ਤੇ ਲਿਖ ਦਿਆ ਨਹੀਂ ਬਾਬਾ ਜੀ ਤੁਸੀਂ ਇੱਦਾਂ ਕਰੋ ਉਹਨਾਂ ਨੂੰ ਪਿਆਰ ਨਾਲ ਟੱਕਾ ਨਹੀਂ ਟੱਕਾ ਨਹੀਂ ਜਿੱਦਾਂ ਦਾ ਉਹਨਾਂ ਦਾ ਨਾਂ ਹੈ ਉਹਨਾਂ ਨੂੰ ਤੇ ਆਪ ਡੈਡੀ ਦੀ ਲੋੜ ਹੈ ਤੁਸੀਂ ਜਾਣਦੇ ਨਹੀਂ ਉਹਨਾਂ ਨੂੰ
ਬੜੇ ਵੱਡੇ ਪਹਿਲਵਾਨ ਨੇ, ਬੜੇ ਅਵਾਰਡ ਜਿੱਤੇ ਨੇ ਉਹਨਾਂ ਨੇ। ਉਹ ਜੇ ਐਡਾ ਹੀ ਵੱਡਾ ਪਹਿਲਵਾਨ ਹੈ ਤੇ ਜਿੱਤਣ ਦੀ ਕੀ ਲੋੜ ਹੈ? ਹੋ ਕੇ ਲਿਆਂਦਾ। ਤੁਸੀਂ ਛੱਡੋ ਨਾਮ, ਛੋਟਾ ਲਿਖ ਦਿਓ। ਹੁਣੇ ਲਿਖ ਦੇਣਾ ਛੋਟਾ। ਹਾਏ ਆ ਕੀ ਮੈਂ ਤਾਂ ਗਲਤ ਲਿਖਤਾ। ਓਹੋ ਗਲਤ ਥੋੜੀ ਏ, ਧਿਆਨ ਨਾਲ ਚੈੱਕ ਕਰੋ, ਛੋਟਾ ਹੀ ਲਿਖਿਆ। ਛੋਟਾ ਨਹੀਂ ਕਾਕਾ ਲਿਖਣਾ ਸੀ। ਤੇ ਮੈਨੂੰ ਕੀ ਪਤਾ, ਮੈਂ ਤਾਂ ਅੱਜ ਤੱਕ ਜਿੰਨੇ ਵੀ ਕਾਕੇ ਦੇਖੇ ਨੇ ਛੋਟੇ ਹੀ ਦੇਖੇ ਨੇ। ਆ ਕੀ ਦਿੱਤਾ, ਸਾਰੀ ਜਗ੍ਹਾ ਖਰਾਬ ਕਰਤੀ। ਇਹ ਬਾਂਹ ਕਿ 5 ਮਰਲੇ ਦਾ ਪਲਾਟ ਕੱਟਿਆ ਸੀ ਜਿਹੜੀ ਤੁਹਾਡੀ ਜਗ੍ਹਾ ਖਰਾਬ ਕਰਤੀ। ਮੈਂ ਹੁਣੇ ਆਪਣੇ ਹਸਬੰਡ ਨੂੰ ਬੁਲਾਉਂਦੀ ਆ, ਬਹੁਤ ਵੱਡੇ ਪਹਿਲਵਾਨ ਨੇ, ਤੁਹਾਨੂੰ ਆ ਕੇ ਦੱਸਦੇ। ਪਹਿਲਵਾਨ ਹੈ ਨਾ, 1 ਮਿੰਟ ਰੁਕਿਓ। ਇਹ ਆ ਪੜਿਓ, ਇਹ ਆ ਵੀ ਪੜਿਓ। ਮੈਂ ਸੁਣਿਆ ਪਹਿਲਵਾਨਾਂ ਕੋਲੋਂ ਨੱਠਿਆ ਨਹੀਂ ਜਾਂਦਾ, ਪਰ ਮੈਂ ਤਾਂ ਨੱਠ ਸਕਦਾ ਨਾ। chugli.com ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ shugli.com ਦੇ ਵਿੱਚ। ਤੇ ਤੁਸੀਂ ਬਾਲੀਵੁੱਡ ਦੇ ਬਹੁਤ ਵੱਡੇ ਡਿਜ਼ਾਈਨਰਸ ਦਾ ਨਾਮ ਤਾਂ ਸੁਣਿਆ ਹੀ ਹੋਣਾ, ਜਿੱਦਾਂ ਕਿ ਡੋਲੀ ਆਲੂਵਾਲੀਆ, ਰਾਗਿਨੀ ਸੇਠ। ਤੇ ਅੱਜ ਤੁਹਾਨੂੰ ਅਸੀਂ ਬਹੁਤ ਵੱਡੇ ਡਰੈਸ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਵੀ ਉਸਤਾਦ ਦੇ ਲਾਗੇ ਸ਼ਾਗੇ ਵੀ ਨਹੀਂ ਲੱਗਣ ਵਾਲੇ ਤੇ ਆਪਣੇ ਇਲਾਕੇ ਚੋਂ ਧੱਕੇ ਮਾਰ ਕੇ ਕੱਢੇ ਜਾਣ ਵਾਲੇ ਦਰਜੀ ਮਾਸਟਰ MM ਉਦੇਰਤਾ ਜੀ ਨੂੰ ਮਿਲਾਉਣ ਜਾ ਰਹੇ ਹਾਂ। ਤੇ ਸਵਾਗਤ ਕਰਦੇ ਹਾਂ ਮਾਸਟਰ MM ਉਦੇਰਤਾ ਜੀ ਦਾ। ਆਓ ਜੀ, ਆਓ ਬੈਠੋ। ਨਮਸਕਾਰ ਜੀ, ਨਮਸਕਾਰ ਜੀ। ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਮੈਨੂੰ ਇੰਨੇ ਪਿਆਰ ਨਾਲ ਆਪਣੇ ਸਟੂਡੀਓ 'ਚ ਬੁਲਾਇਆ। ਉਦਾਂ ਤਾਂ ਕੋਈ ਮੈਨੂੰ ਮੂੰਹ ਨਹੀਂ ਲਾਉਂਦਾ। ਮਾਈ ਗॉड, ਮੈਂ ਤਾਂ ਯਾਦ ਹੀ ਨਹੀਂ ਬਣਾਇਆ। ਤੁਸੀਂ ਇੰਨੇ ਮਸ਼ਹੂਰ ਹੋ ਕਿ ਬਾਲੀਵੁੱਡ ਦੇ ਇੰਨੇ ਵੱਡੇ ਡਿਜ਼ਾਈਨਰ ਨੇ ਤੁਹਾਡੇ ਨਾਮ ਤੇ ਨਾਮ ਰੱਖਿਆ MM ਮਨੀਸ਼ ਮਲਹੋਤਰਾ। ਨਹੀਂ ਜੀ, ਤੁਹਾਨੂੰ ਗਲਤਫਹਿਮੀ ਹੋਈ ਹੈ। ਉਹਨਾਂ ਦਾ ਨਾਮ ਬਿਲਕੁਲ ਠੀਕ ਹੈ। ਮੇਰਾ ਨਾਮ ਕੁਝ ਇਸ ਤਰ੍ਹਾਂ ਹੈ, MM ਉਦੇੜਤਾ, ਮਤਲਬ ਮਾਰ ਉਦੇੜਤਾ। ਨਾਮ ਤਾਂ ਠੀਕ ਹੈ, ਇਹ ਉਦੇਰਤਾ ਇਹ ਕੀ ਹੋਇਆ? ਜੀ ਉਦੇੜਤਾ ਸਾਡਾ ਸਰਨੇਮ ਹੈ। ਪੂਰੀ ਫੈਮਿਲੀ ਚ ਕਿਸੇ ਨੇ ਵੀ ਕੁੱਟ ਪਵੇ, ਲੋਕੀ ਪਹਿਲਾਂ ਸਿਰ ਤੋਂ ਸ਼ੁਰੂ ਕਰਦੇ ਨੇ। ਬੜੀ ਕੁੱਟ ਖਾਦੀ ਹੈ ਜੀ ਸਾਡੀ ਫੈਮਿਲੀ ਨੇ। ਮਤਲਬ ਮੈਂ ਸਮਝੀ ਨਹੀਂ। ਉਹ ਜੀ ਤੁਹਾਨੂੰ ਵੀ ਸਮਝਾਵਾਂ ਜੀ, ਮੈਨੂੰ ਤੇ ਆਪ ਨਹੀਂ ਸਮਝ ਲੱਗਦੀ। ਕਈ ਵਾਰੀ ਸਾਡੀ ਗਲਤੀ ਹੁੰਦੀ ਵੀ ਨਹੀਂ, ਲੋਕ ਤਾਂ ਵੀ ਸਾਡੀ ਫੈਂਟੀ ਲਾ ਜਾਂਦੇ ਨੇ। ਇੱਕ ਵਾਰੀ ਮੁਗਲ ਰਾਜਾ ਆ ਗਿਆ ਸਾਡੇ ਪੜਦਾਦੇ ਕੋਲ ਧੋਤੀ ਸਵਾਉਣ ਵਾਸਤੇ, ਕਹਿੰਦਾ ਮੇਰੀ ਯੁੱਧ ਲੱਗੀ ਹੋਈ ਹੈ ਦੁਸ਼ਮਣ ਰਾਜੇ ਨਾਲ, ਮੈਨੂੰ ਐਦਾਂ ਦੀ ਧੋਤੀ ਸੀ ਦੇ ਕਿ ਦੁਸ਼ਮਣ ਰਾਜਾ ਵੇਖਦਾ ਰਹਿ ਜਾਵੇ। ਫਿਰ ਕੀ ਸੀ, ਸਾਡਾ ਦਾਦਾ 2-3 ਥਾਂ ਖਰੀਦ ਲਿਆ। 4-5 ਦਿਨ ਲੱਗੇ ਜੀ, ਧੋਤੀ ਨਹੀਂ ਸੀਤੀ ਗਈ। ਉਧਰੋਂ ਰਾਜਾ ਜੰਗ ਹਾਰ ਗਿਆ। ਦੁਸ਼ਮਣ ਰਾਜੇ ਨੇ ਮੁਗਲ ਰਾਜੇ ਦੀ ਧੌਣ ਤੇ ਤਲਵਾਰ ਰੱਖ ਕੇ ਪੁੱਛਿਆ ਤੇਰੀ ਆਖਰੀ ਇੱਛਾ ਕੀ ਹੈ? ਮੁਗਲ ਰਾਜਾ ਕਹਿੰਦਾ ਸਭ ਤੋਂ ਪਹਿਲਾਂ ਉਹ ਦਰਜੀ ਨੂੰ ਕਤਲ ਕਰੋ ਜਿਹਦੇ ਕਰਕੇ ਮੈਂ ਜੰਗ ਹਾਰਿਆ। ਫਿਰ ਕੀ ਸੀ, ਉਹਨਾਂ ਨੇ ਮੇਰਾ ਪੜਤਾਦਾ ਫੜਕਾਤਾ। ਪਰ ਧੋਤੀ ਤਾਂ ਸੀਵੀ ਦੀ ਨਹੀਂ ਨਾ, ਉਹ ਤੇ ਬਦਲੀ ਜਾਂਦੀ ਹੈ। ਇਹੀ ਤੇ ਗੱਲ ਹੈ ਜੀ, ਅਕਲ ਮੌਤ ਰਾਜੇ ਨੂੰ ਨਹੀਂ ਹੈਗੀ ਤੇ ਮਰਵਾ ਸਾਡਾ ਪੜਤਾਦਾ ਦਿੱਤਾ। ਅੱਛਾ, ਉਸ ਤੋਂ ਬਾਅਦ ਤਾਂ ਤੁਹਾਡੇ ਦਾਦਾ ਜੀ ਨੇ ਤੁਹਾਡੇ ਪੜਦਾਦਾ ਜੀ ਦਾ ਕੰਮ ਸੰਭਾਲਿਆ। ਉਹ ਨਹੀਂ ਜੀ, ਸਾਡੇ ਦਾਦਾ ਜੀ ਨੂੰ ਤਾਂ ਕੋਈ ਕੰਮ ਆਉਂਦਾ ਹੀ ਨਹੀਂ ਸੀ। ਉਹਨੇ ਤੇ ਬੜੇ ਕੰਮ ਟਰਾਈ ਕੀਤੇ, ਕੋਈ ਕੰਮ ਚੱਲੇ ਹੀ ਨਹੀਂ ਸਾਡਾ। ਫਿਰ ਕੀ ਸੀ, ਸਾਡੀ ਦਾਦੀ ਜੀ ਨੂੰ ਇੱਕ ਸਕੀਮ ਸੁੱਝੀ। ਉਹਨੇ ਰੱਖਿਆ ਕਰਵਾ ਚੌਥ ਦਾ ਵਰਤ, ਸ਼ਾਮ ਵੇਲੇ ਗੋਲ ਗੱਪੇ ਖਾ ਲਏ। ਉਧਰੋਂ ਸਾਡਾ ਦਾਦਾ ਫੁੜ ਗਿਆ। 26 ਜਨਵਰੀ ਨੂੰ ਦਾਦੀ ਦੇ ਵਿਧਵਾ ਹੋਣ ਕਰਕੇ ਦਾਦੀ ਨੂੰ ਮਿਲ ਗਈ ਸਿਲਾਈ ਮਸ਼ੀਨ। ਬਸ ਫਿਰ ਕੀ ਸੀ ਜੀ, ਦਾਦੀ ਨੇ ਲਾ ਲਈ ਸਕੀਮ। 3 ਸਾਲ ਲਗਾਤਾਰ ਦਾਦੇ ਫੜਕਾਉਣ ਦੀ ਹੈਸ਼ਟੈਗ ਮਾਰੀ ਤੇ ਆਪਣਾ ਸਿਲਾਈ ਸੈਂਟਰ ਖੋਲ ਲਿਆ। ਸੁਖਨਾ ਸਰਕਾਰ ਦੀ ਮਿਹਰਬਾਨੀ ਨਾਲ ਅੱਜ ਸਾਡੇ ਕੋਲ 6 ਸਿਲਾਈ ਮਸ਼ੀਨਾਂ ਨੇ ਜੀ। ਇੱਕ ਮਿੰਟ, ਨਾਲੇ ਤੁਸੀਂ ਕਹਿੰਦੇ ਸੀ 3 ਦਾਦੇ, 6 ਸਿਲਾਈ ਮਸ਼ੀਨਾਂ ਕਿੱਦਾਂ ਹੋਈਆਂ? ਉਹ ਬਈ ਜੇ ਹੁਣ ਨੂੰ ਸੱਸ ਦੀ ਗੱਲ ਨਾ ਮੰਨੇ ਤੇ ਉਹਨੇ ਘਰ 'ਚ ਰਹਿਣਾ ਕਿੱਧਰ? ਮਤਲਬ ਉਹ ਮਤਲਬ ਕੀ ਜੀ, ਡੈਡੀ ਵੀ ਮੇਰੇ 3 ਸੀ, ਉਹ ਵੀ ਕਰਵਾ ਚੌਥ ਦੀ ਭੇਡ ਚੜ ਗਏ। ਚਲੋ ਇਹ ਛੱਡੋ, ਤੁਸੀਂ ਇਹ ਦੱਸੋ ਤੁਸੀਂ ਦਰਜੀ ਕਿੱਦਾਂ ਬਣੇ? ਉਹ ਮੈਂ ਤਾਂ ਜੀ ਮਾਂ ਦੇ ਢਿੱਡੋਂ ਹੀ ਦਰਜੀ ਪੈਦਾ ਹੋਇਆ ਸੀ। ਐਕਚੁਅਲੀ ਹੋਇਆ ਮੈਂ ਵੱਡੇ ਆਪਰੇਸ਼ਨ ਨਾਲ। ਉਧਰੋਂ ਡਾਕਟਰ ਸਾਹਿਬ ਮੇਰਾ ਨਾੜੂਆ ਕੱਟ ਕੇ ਤੇ ਸੂਈ 'ਚ ਧਾਗਾ ਪਾ ਕੇ ਟਾਂਕੇ ਲਾਉਣ ਹੀ ਲੱਗਾ ਸੀ ਤੇ ਮੈਂ ਉਹਦਾ ਹੱਥ ਫੜ ਲਿਆ। ਉਹ ਮੈਂ ਕਿਹਾ ਡਾਕਟਰ ਸਾਹਿਬ ਕੋਈ ਅਕਲ ਨੂੰ ਹੱਥ ਮਾਰੋ, ਇੰਨੇ ਪੜ੍ਹੇ ਲਿਖੇ ਹੋ ਕੇ ਦਰਜੀਆਂ ਵਾਲੇ ਕੰਮ ਕਰਦੇ ਚੰਗੇ ਲੱਗਦੇ ਤੁਸੀਂ? ਐਦਾਂ ਕਰੋ, ਆ ਸੂਈ ਧਾਗਾ ਤੇ ਕੈਂਚੀ ਮੈਨੂੰ ਫੜਾਓ, ਇਹ ਕੰਮ ਮੈਂ ਕਰਦਾ, ਤੁਸੀਂ ਮੇਰਾ ਬੀਪੀ ਚੈੱਕ ਕਰੋ। ਅੱਛਾ, ਹੁਣ ਇਹ ਦੱਸੋ ਕੰਮ ਕਰ ਕਿੱਦਾਂ ਚੱਲਦਾ ਤੁਹਾਡਾ? ਲਓ ਜੀ, ਕੰਮ ਤਾਂ ਬਹੁਤ ਵਧੀਆ ਚੱਲਦਾ ਸਾਡਾ ਜੀ। ਮੈਂ ਤਾਂ ਸਪੈਸ਼ਲ ਦੁਕਾਨ ਦੇ ਬਾਹਰ ਲਿਖ ਕੇ ਲਾਇਆ ਹੋਇਆ, ਜੋ ਇੱਕ ਵਾਰ ਆਏਗਾ ਉਹ ਬਾਰ-ਬਾਰ ਆਏਗਾ। ਅੱਛਾ, ਮਤਲਬ ਇੰਨਾ ਵਧੀਆ ਸਿੰਦੇ ਹੋ? ਉਹ
ਵਧੀਆ ਨਹੀਂ ਜੀ, ਗਲਤ ਸੀਨਾ ਵਾ। ਇਹਦੇ ਨਾਲ ਲੋਕੀ ਬਾਰ-ਬਾਰ ਸਾਡੀ ਦੁਕਾਨ ਤੇ ਆ ਕੇ ਕਹਿੰਦੇ ਨੇ ਭਾਜੀ ਆ ਸੂਟ ਠੀਕ ਕਰ ਦਿਓ, ਇਹਦੀ ਫਿਟਿੰਗ ਸਹੀ ਨਹੀਂ ਆਈ। ਇਹਦੇ ਨਾਲ ਫਾਇਦਾ ਬਹੁਤ ਹੁੰਦਾ ਜੀ, ਦੁਕਾਨ ਤੇ ਭੀੜ ਲੱਗੀ ਰਹਿੰਦੀ ਏ ਤੇ ਲੋਕੀ ਕਹਿੰਦੇ ਇਹਦਾ ਤਾਂ ਕੰਮ ਹੀ ਬੜਾ ਚੱਲਦਾ ਪਿਆ। ਪਰ ਤੁਸੀਂ ਕੱਪੜੇ ਸੀਨ ਤੋਂ ਬਾਅਦ ਟਰਾਈ ਨਹੀਂ ਕਰਵਾਉਂਦੇ? ਔਰ ਟਰਾਈ ਕਰਕੇ ਵੀ ਦਿਖਾਈਦਾ ਜੀ। ਕੋਈ ਵੀ ਗਾਹਕ ਸੂਟ ਸਵਾਉਣ ਆਵੇ ਪਹਿਲਾਂ 4-5 ਦਿਨ ਆਪ ਟਰਾਈ ਕਰੀਦਾ। ਜੇ ਆਪ ਨੂੰ ਪਸੰਦ ਆਵੇ ਫੇਰ ਦਈਦਾ, ਨਹੀਂ ਤਾਂ ਸਿੱਧਾ ਕਹਿ ਦੀਦਾ ਭਾਜੀ ਵਧੀਆ ਨਹੀਂ ਬਣਿਆ, ਨਵੇਂ ਸਿਰੋਂ ਕੱਪੜਾ ਲਿਆਓ, ਨਵੇਂ ਸਿਰੋਂ ਸੀ ਦਿੰਦੇ ਆ। ਮੈਂ ਕਿਤੇ ਕਿਸੇ ਦੇ ਕੱਪੜੇ ਪਾਉਂਦੇ ਹੋ, ਕੋਈ ਤੁਹਾਨੂੰ ਕੁਝ ਕਹਿੰਦਾ ਨਹੀਂ? ਕਹਿੰਦੇ ਨੇ ਜੀ, ਬਿਲਕੁਲ ਕਹਿੰਦੇ ਨੇ, ਕਿਉਂ ਨਹੀਂ ਕਹਿੰਦੇ। ਇੱਕ ਵਾਰੀ ਕਿਸੇ ਵਿਆਹ ਵਾਲੀ ਕੁੜੀ ਦਾ ਸੂਟ ਸੀਨੇ ਆ ਗਿਆ ਮੇਰੇ ਕੋਲ। ਮੈਨੂੰ ਕਹਿੰਦੇ ਕਿ ਸਾਨੂੰ ਜਲਦੀ ਸੂਟ ਚਾਹੀਦਾ। ਮੈਂ ਜੀ ਰਾਤੋਂ ਰਾਤ ਸੂਟ ਤਿਆਰ ਕੀਤਾ। ਤਿਆਰ ਕਰਨ ਤੋਂ ਬਾਅਦ ਮੈਂ ਕਿਹਾ ਚਲੋ ਟਰਾਈ ਕਰਕੇ ਦੇਖ ਲੈਂਦੇ ਆ। ਜੈਸੇ ਹੀ ਮੈਂ ਸੂਟ ਪਾਇਆ, ਉਧਰੋਂ ਮੁੰਡੇ ਵਾਲੇ ਬਰਾਤ ਲੈ ਕੇ ਆ ਗਏ। ਕਹਿੰਦੇ ਕੁੜੀ ਤਿਆਰ ਹੈ, ਅਸੀਂ ਤੈਨੂੰ ਹੁਣੇ ਲੈ ਕੇ ਜਾਣੀ ਹੈ। ਉਹਦੇ ਚੰਗੇ ਵੇਲੇ ਮੈਂ ਲੱਤਾਂ ਦੀ ਵੈਕਸਿੰਗ ਨਹੀਂ ਕਰਾਈ। ਭਲਾ ਹੋਵੇ ਮੁੰਡੇ ਦੇ ਫੁੱਫੜ ਦਾ ਜਿਹਨੇ ਮੇਰੀਆਂ ਲੱਤਾਂ ਵੇਖ ਲੀਆਂ। ਉਹ ਕਹਿੰਦਾ ਓਏ ਓਏ ਕੁੜੀ ਦੇ ਤੇ ਗਿੱਟਿਆਂ ਤੇ ਗੋਡੇ ਵਾਲ ਨੇ, ਅਸੀਂ ਨਹੀਂ ਕੁੜੀ ਲੈ ਕੇ ਜਾਣੀ। ਓਏ ਰੱਬਾ, ਤੁਸੀਂ ਕਿਸੇ ਵਿਚਾਰੀ ਦਾ ਰਿਸ਼ਤਾ ਹੀ ਤੁੜਾਤਾ ਹੈ। ਹਾਏ, ਉਹਦੀ ਮੇਰੀ ਬੜੀ ਮੂੰਹ ਚੋਂ ਹਾਏ ਨਿਕਲੀ ਏ। ਜਿਹੜਾ ਮੇਰਾ ਚੀਰ ਹਰਨ ਹੋਣ ਤੋਂ ਬਚਿਆ ਉਹਦਾ ਸ਼ੁਕਰ ਨਹੀਂ ਮਨਾਉਂਦੇ ਤੁਸੀਂ। ਅੱਛਾ ਤੁਸੀਂ ਇਹ ਦੱਸੋ, ਤੁਸੀਂ ਕਿਸ ਚੀਜ਼ ਦੇ ਵਿੱਚ ਜ਼ਿਆਦਾ ਮਾਹਿਰ ਹੋ? ਮਸ਼ੀਨ 'ਚ ਤੇਲ ਪਾਉਣ 'ਚ। ਮਤਲਬ ਮੈਂ ਸਮਝੀ ਨਹੀਂ। ਅੱਜ ਸਾਰੀ ਗਲਤੀ ਤੁਹਾਡੇ ਸਿੰਗਰ ਅਮਰਿੰਦਰ ਗਿੱਲ ਦੀ ਹੈ ਜੀ। ਉਹਨੇ ਜਦੋਂ ਦਾ ਗੀਤ ਕੀ ਗਾ ਪੈਣਾ ਜੀ, ਇਹ ਕੁੜਤਾ ਪਜਾਮਾ ਮੈਂ ਅਬੋਰ ਤੋਂ ਸਵਾਇਆ। ਸਾਰੇ ਲੋਕੀ ਤੇ ਅਬੋਰ ਨੂੰ ਚਲੇ ਗਏ ਨੇ ਜੀ। ਹੈ ਸਾਡੀਆਂ ਮਸ਼ੀਨਾਂ ਨੂੰ ਪਈਆਂ ਨੂੰ ਜਾਮ ਲੱਗ ਗਿਆ। ਉਦੋਂ ਤੋਂ ਤੇਲ ਪਾਉਣਾ ਪੈਂਦਾ ਜੀ ਮਸ਼ੀਨਾਂ ਦੇ ਵਿੱਚ। ਮੈਨੂੰ ਤੇ ਨਫ਼ਰਤ ਹੈ ਜੀ ਇਹਨਾਂ ਸਿੰਗਰਾਂ ਨਾਲ। ਉਹ ਕਿਉਂ? ਸਿੰਗਰਾਂ ਤੋਂ ਕਾਹਦੀ ਨਫ਼ਰਤ ਹੈ ਤੁਹਾਨੂੰ? ਐਵੇਂ ਪਤਾ ਨਹੀਂ ਕਿੱਦਾਂ ਦੇ ਗਾਣੇ ਗਾਉਂਦੇ ਰਹਿੰਦੇ ਨੇ। ਆ ਪਿਛਲੇ ਦਿਨੀ ਮੈਂ ਗਾਣਾ ਸੁਣਿਆ ਸੀ ਜੀ, ਇਹ ਟੁੱਟ ਪੈਣੇ ਦਰਜੀ ਨੇ ਮੇਰੀ ਰੋਕਲੀ ਝਿੱਗੇ ਚੋਂ ਟਾਕੀ। ਅਸੀਂ ਮੰਨਦੇ ਆ ਜੀ, ਅਸੀਂ ਟਾਕੀਆਂ ਰੱਖਦੇ ਆ। ਹੁਣ ਤੁਸੀਂ ਸੂਟ ਸਾਡੇ ਕੋਲ ਸਵਾਓ, ਅਸੀਂ ਵਿੱਚੋਂ ਟਾਕੀ ਨਾ ਰੱਖੀਏ। ਤੁਸੀਂ ਟਾਕੀਆਂ ਦਾ ਸੂਟ ਪਾਉਂਦੇ ਚੰਗੇ ਲੱਗੋਗੇ। ਮਤਲਬ ਹੁਣ ਤੁਹਾਡੇ ਕੋਲ ਕੋਈ ਸੂਟ ਨਹੀਂ ਸਵਾਉਂਦਾ? ਸਵਾਉਂਦੇ ਨੇ ਜੀ, ਕਿਉਂ ਨਹੀਂ ਸਵਾਉਂਦੇ, ਬਲਕਿ ਮੇਰੇ ਸੂਟਾਂ ਦੀ ਤਾਂ ਪ੍ਰਦਰਸ਼ਨੀ ਲੱਗਦੀ ਹੈ ਜੀ। ਤੁਸੀਂ ਡਿਜ਼ਾਈਨਰ ਕੱਪੜੇ ਵੀ ਸਿੰਦੇ ਹੋ? ਨਹੀਂ, ਮੇਰੇ ਕਹਿਣ ਦਾ ਮਤਲਬ ਇਹ ਹੈ ਕਿ 2-4 ਵਾਰੀ ਸੂਟ ਲੋਕੀ ਪਾਉਂਦੇ ਨੇ, ਉਹਦੇ ਬਾਅਦ ਤੇ ਜੋਤੀ ਚੌਂਕ ਤੇ ਲੰਡੇ ਬਾਜ਼ਾਰ ਦੇ ਵਿੱਚ ਫੜੀਆਂ ਦੇ ਉੱਤੇ ਕੱਪੜੇ ਪਏ ਹੁੰਦੇ ਨੇ। ਆ ਚੁੱਕੋ 20 ਦੀ ਕਮੀਜ਼, ਆ 15 ਦੀ ਪੈਂਟ, ਆ 2 ਦੀ ਨਿੱਕਰ। ਓਹੋ, ਫਿਰ ਤਾਂ ਬੜੀ ਮਾੜੀ ਹੁੰਦੀ ਤੁਹਾਡੇ ਨਾਲ। ਉਹ ਮੈਡਮ ਜੀ, ਸਾਡੇ ਨਾਲ ਕਿਹੜਾ ਪਹਿਲੀ ਵਾਰੀ ਹੋਈ ਹੈ ਜੀ। ਮੈਂ ਹਿਸਾਬ ਲਾਇਆ ਵੀ ਬੰਦਾ ਜਿੰਨਾ ਮਰਜ਼ੀ ਕਿਸੇ ਦਾ ਭਲਾ ਕਰ ਦੇ, ਹੁਣੀ ਸਾਡੇ ਨਾਲ ਕੁੱਤੇ ਖਣੀ ਹੋਏ। ਇੱਕ ਵਾਰੀ ਇੱਕ ਬੰਦਾ ਸਾਡੀ ਦੁਕਾਨ ਤੇ ਆਇਆ, ਆਣ ਕੇ ਕਹਿੰਦਾ ਵੀ ਸਾਡੀ ਮੈਰਿਜ ਐਨਵਰਸਰੀ ਹੈ, ਇੱਕ ਵਧੀਆ ਜਿਹਾ ਕੋਟ ਪੈਂਟ ਮੇਰੇ ਵਾਸਤੇ ਤੇ ਮੇਰੀ ਜਨਾਨੀ ਵਾਸਤੇ ਇੱਕ ਵਧੀਆ ਜਿਹਾ ਸੂਟ ਸੀ ਦੇ। ਮੈਂ ਆਪਣਾ ਦਿਮਾਗ ਲਾਇਆ, ਮੈਂ ਉਹਨਾਂ ਦੇ ਕੱਪੜੇ ਤੇ ਸੀਤੇ ਮੈਂ ਨਾਲ ਇੱਕ ਛੋਟੇ ਬੱਚੇ ਦਾ ਵੀ ਸੂਟ ਬਣਾਤਾ। ਮੈਂ ਸੋਚਿਆ ਵੀ ਬੰਦਾ ਖੁਸ਼ ਹੋ ਕੇ 4 ਪੈਸੇ ਵੱਧ ਦੇ ਜਾਂਦਾ। ਅੱਛਾ ਜੀ, ਫਿਰ ਮਿਲੇ ਵੱਧ ਪੈਸੇ? ਉਹ ਕਿੱਥੋਂ ਜੀ, ਉਹਨੇ ਤੇ ਆਂਦੇ ਮੈਨੂੰ ਤੁਹਾਨੂੰ ਫੜ ਲਿਆ। ਮੈਨੂੰ ਕਹਿੰਦਾ 10 ਸਾਲ ਹੋ ਗਏ ਸਾਡੇ ਵਿਆਹ ਨੂੰ, ਸਾਡੇ ਬੱਚਾ ਨਹੀਂ ਹੋਣ ਡਿਆ ਤੇ ਤੂੰ ਸਾਨੂੰ ਮੁਖੱਲਾ ਕਰਦਾ ਪਿਆ। ਓਏ ਫਿਰ? ਇਹ ਪਹਿਲਾ ਗਾਹਕ ਸੀ ਜਿਹਨੇ ਮੈਨੂੰ ਕੁੱਟਿਆ, ਮੈਨੂੰ ਲੰਮਾ ਪਾ ਲਿਆ। ਮੈਨੂੰ ਵੀ ਗੁੱਸਾ ਆ ਗਿਆ ਜੀ। ਮੈਨੂੰ ਗੁੱਸੇ 'ਚ ਕਿਹਾ, ਉਹ ਤੁਹਾਡੇ 10 ਸਾਲ ਹੋ ਗਏ ਬੱਚਾ ਨਹੀਂ ਹੋਣ ਡਿਆ, ਤੁਸੀਂ ਮੈਰਿਜ ਐਨਵਰਸਰੀ ਮਨਾਉਣ ਡਿਓ, ਉਹ ਜਾਓ ਜਾ ਕੇ ਪਹਿਲਾਂ ਆਪਣਾ ਇਲਾਜ ਕਰਾਓ। ਜੀ ਵਾਹ, ਤੁਹਾਡੇ ਕੋਲ ਤਾਂ ਬੜੇ ਅਜੀਬ ਗਾਹਕ ਆਉਂਦੇ ਨੇ। ਪੁੱਛੋ ਕੁਛ ਨਾ ਜੀ, ਭਾਂਤ ਦੇ ਗਾਹਕ ਆਉਂਦੇ ਨਹੀਂ ਸਾਡੇ ਕੋਲ। ਆ ਪਿਛਲੇ ਮਹੀਨੇ ਦੀ ਗੱਲ ਹੈ ਜੀ, ਇੱਕ ਬੰਦਾ ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਜੀ ਮੇਰੇ ਵਾਸਤੇ ਪੈਂਟ ਸੀਣੀ ਹੈ ਤੇ ਮੇਰੇ ਮੁੰਡੇ ਵਾਸਤੇ ਨਿੱਕਰ, ਦੱਸੋ ਕਿੰਨੇ ਪੈਸੇ ਲਾਓਗੇ। ਮੈਂ ਕਿਹਾ ਜੀ ਸਿੱਧਾ ਹਿਸਾਬ ਹੈ, ਤੁਹਾਡੀ ਪੈਂਟ 100 ਰੁਪਏ ਦੀ, ਤੁਹਾਡੇ ਮੁੰਡੇ ਦੀ ਨਿੱਕਰ 200 ਰੁਪਏ ਦੀ। ਪੈਂਟ 100, ਨਿੱਕਰ 200, ਇਹ ਕੀ ਹਿਸਾਬ ਹੋਇਆ? ਐਕਚੁਅਲੀ ਨਾ ਜੀ ਮੈਨੂੰ ਨਿੱਕਰ ਸੀਣੀ ਨਹੀਂ ਆਂਦੀ, ਪਹਿਲਾਂ ਮੈਨੂੰ ਪੈਂਟ ਬਣਾਉਣੀ ਪੈਂਦੀ, ਫਿਰ ਉਹਦੀਆਂ ਲੱਤਾਂ ਵੱਢ ਕੇ ਨਿੱਕਰ ਬਣਾ ਦਿੰਦਾ। ਅੱਛਾ, ਤੇ ਫਿਰ ਤੁਸੀਂ ਸੀਤੇ ਉਹਨਾਂ ਦੇ ਕੱਪੜੇ? ਉਹ ਕਿੱਥੇ, ਮੈਨੂੰ ਕਹਿੰਦਾ ਕੱਟੀਆਂ ਹੋਈਆਂ ਲੱਤਾਂ ਦਾ ਮੈਂ ਕੀ ਕਰਾਂਗਾ। ਮੈਂ ਕਿਹਾ ਕਰਨਾ ਕੀ ਹੈ, ਜਦੋਂ ਤੁਹਾਡਾ ਮੁੰਡਾ ਵੱਡਾ ਹੋਏਗਾ ਇਹ ਲੱਤਾਂ ਲਿਆ ਕੇ ਮੇਰੇ ਕੋਲ ਪੈਂਟ ਬਣਵਾ ਲਿਓ। ਉਹ ਕਹਿੰਦਾ ਹੋਰ ਕਿੰਨਾ ਕੁ ਵੱਡਾ ਹੋਣਾ ਮੁੰਡੇ ਨੇ, ਇਹ ਤੇ ਅੱਗੇ 25 ਸਾਲਾਂ ਦਾ ਹੈ। ਫਿਰ ਕੀ, ਮੈਂ ਕਿਹਾ ਪੈਂਟ ਦੀਆਂ ਲੱਤਾਂ ਮੈਂ ਬਾਅਦ ਚ ਕੱਟੂੰਗਾ, ਪਹਿਲਾਂ ਜਾ ਕੇ ਮੁੰਡੇ ਦੀਆਂ ਲੱਤਾਂ ਬੰਨੋ। ਜਿਹਨੂੰ ਸਾਲੇ ਨੂੰ ਸ਼ਰਮ ਨਹੀਂ ਆਉਂਦੀ, 25 ਸਾਲਾਂ ਦਾ ਹੋ ਕੇ ਵੀ ਨਿੱਕਰ ਪਾਉਣ ਦੀ ਹੈ। ਅੱਛਾ ਜੀ, ਤੁਸੀਂ ਇਹ ਦੱਸੋ ਤੁਹਾਡੀ ਦੁਕਾਨ ਤੇ ਸਭ ਤੋਂ ਵੱਧ ਗਾਹਕ ਕਿਹੜੇ ਆਉਂਦੇ ਨੇ? ਉਹ ਮੈਡਮ ਜੀ, ਜ਼ਿਆਦਾਤਰ ਗਾਹਕ ਤੇ ਸਾਡੇ ਕੋਲ ਪੈਂਟ ਸ਼ਰਟ ਵਾਲੇ ਆਉਂਦੇ ਨੇ। ਪਿਛਲੇ ਹਫਤੇ ਦੀ ਗੱਲ ਹੈ, ਇੱਕ ਬੰਦਾ ਆਇਆ, ਮੈਨੂੰ ਕਹਿੰਦਾ ਭਾਜੀ ਪੈਂਟ ਸੀਣੀ ਹੈ, ਵਿੱਚ ਇੱਕ ਚੋਰ ਜੇਬ ਰੱਖਣੀ ਹੈ, ਆਹੇ ਮੇਰੀ ਜਨਾਨੀ ਮੇਰੇ ਪੈਸੇ ਕੱਢ ਲੈਂਦੀ ਹੈ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਮੈਂ ਉਹਦੀ ਪੈਂਟ ਸੀ ਦਿੱਤੀ, ਵਿੱਚ ਚੋਰ ਜੇਬ ਵੀ ਰੱਖ ਦਿੱਤੀ, ਪਰ ਪੈਸੇ ਵਿਚਾਰੇ ਦੇ ਫਿਰ ਵੀ ਨਿਕਲ ਗਏ। ਉਹ ਕਿੱਦਾਂ? ਉਹ ਮੈਂ ਕੱਲੀ ਚੋਰ ਜੇਬ ਹੀ ਰੱਖ ਦਿੱਤੀ ਨਾ, ਬਾਕੀ ਦੀਆਂ ਜੇਬਾਂ ਰੱਖਣੀਆਂ ਹੀ ਭੁੱਲ ਗਿਆ ਮੈਂ। ਨਾਲੇ ਚੋਰ ਜੇਬ ਰੱਖੀ ਵੀ ਚੋਰੀ ਦੇ ਕੱਪੜੇ ਤੋਂ, ਕਿਸੇ ਹੋਰ ਰੰਗ ਦੀ, ਉਹ ਦੂਰੀ ਪਤਾ ਲੱਗ ਜਾਂਦਾ ਸੀ ਉਸ ਜੇਬ ਦਾ ਜੀ। ਨਾਲੇ ਤੇ ਉਹਦੀ ਜਨਾਨੀ ਨੇ ਉਹਦੇ ਚੋਂ ਪੈਸੇ ਕੱਢ ਲਏ ਤੇ ਨਾਲੇ ਉਹਦਾ ਕਟਾਪਾ ਲਾਇਆ ਵੀ ਤੂੰ ਮੇਰੇ ਤੋਂ ਪੈਸੇ ਲੁਕਾਉਣਾ। ਮਤਲਬ ਜਿਹੜਾ ਵੀ ਤੁਹਾਡੇ ਕੋਲ ਆਂਦਾ ਹੈ
ਉਹ ਬੰਦਾ ਤੁਹਾਡਾ ਕਟਾਪਾ ਹੀ ਲੰਘਦਾ ਹੈ। ਨਹੀਂ ਜੀ, ਜਨਾਨੀਆਂ ਵੀ ਲਾ ਦਿੰਦੀਆਂ ਜਨਾਨੀਆਂ ਕੋ ਵੀ ਕੁੱਟ ਖਾਂਦੇ ਹੋ? ਘਰ ਵਾਲੀ ਨੂੰ ਛੱਡ ਕੇ ਬਾਹਰ ਵਾਲੀ ਕੋਲ ਇੱਕੋ ਵਾਰੀ ਕੁੱਟ ਖਾਦੀ ਹੈ ਜੀ। ਘਰ ਵਾਲੀ ਤਾਂ ਰੋਜ਼ ਹੀ ਕੁੱਟਦੀ ਹੈ ਨਾ ਜੀ। ਇੱਕ ਵਾਰੀ ਇੱਕ ਜਨਾਨੀ ਮੇਰੇ ਕੋਲ ਆਈ, ਮੈਨੂੰ ਕਹਿੰਦੀ ਭਾਜੀ ਮੇਰੀ ਸਾੜੀ ਨੂੰ ਫਾਲ ਲਾਣੀ ਹੈ, ਪਰ ਧਿਆਨ ਨਾਲ ਲਾਇਓ ਪੈਰਾਂ 'ਚ ਪੈ ਕੇ ਕਿਤੇ ਖਰਾਬ ਨਾ ਹੋ ਜੇ। ਮੈਂ ਉਹਦੇ ਪੈਰਾਂ ਵਾਲਾ ਪਾਸਾ ਛੱਡ ਕੇ ਉੱਪਰ ਵਾਲੇ ਪਾਸੇ ਲਾਤੀ, ਨਾਲੇ ਕਿਹਾ ਇਹਨੂੰ ਪੇਟੀਕੋਟ ਦੇ ਦਿਓ ਕਦੇ ਖਰਾਬ ਨਹੀਂ ਹੋਣੀ। ਉਹਨੇ ਮੈਨੂੰ ਬੜਾ ਕੁੱਟਿਆ। ਓਹੋ, ਮੇਰਾ ਤਾਂ ਧਿਆਨ ਹੀ ਭੁੱਲ ਗਿਆ, ਇਹ ਤੁਹਾਡਾ ਹੱਥ ਟਿਕਦਾ ਕਿਉਂ ਨਹੀਂ? ਇਹ ਘੁੰਮੀ ਕਿਉਂ ਜਾਂਦਾ ਹੈ? ਐ ਜੀ ਮਸ਼ੀਨ ਦਾ ਹੈਂਡਲ ਘੁਮਾ ਕੇ ਨਾ ਜੀ ਆਦਤ ਪੈ ਗਈ ਹੈ। ਇੱਕ ਵਾਰ ਤੇ ਇਹਦੇ ਕਰਕੇ ਵੀ ਕੁੱਟ ਪਈ ਹੈ ਜੀ। ਉਹ ਕਿੱਦਾਂ? ਇੱਕ ਵਾਰੀ ਮੈਂ ਇੱਕ ਵਿਆਹ ਤੇ ਗਿਆ, ਇਹ ਆਦਤ ਦੀ ਵਜ੍ਹਾ ਕਰਕੇ ਮੇਰਾ ਹੱਥ ਉੱਥੇ ਵੀ ਐਵੇਂ ਘੁੰਮੀ ਜਾਣ ਡਿਆ ਸੀ। ਸਾਹਮਣੇ ਇੱਕ ਸੋਹਣੀ ਜਿਹੀ ਭਾਬੀ ਖਲੋਤੀ ਸੀ, ਉਹਨੇ ਸਮਝਿਆ ਖਰੇ ਮੈਨੂੰ ਇਸ਼ਾਰੇ ਕਰਨ ਦੇ ਆ। ਉਹਨੇ ਭਾਈ ਆਪਣੇ ਘਰ ਵਾਲੇ ਨੂੰ ਦੱਸ ਦਿੱਤਾ। ਬਸ ਫਿਰ ਪੁੱਛੋ ਨਾ ਜੀ ਉਹਦੇ ਘਰ ਵਾਲੇ ਨੇ ਮੇਰੇ ਨਾਲ ਕੀ ਕੀਤੀ। ਅੱਛਾ ਸਾਰੀ ਗੱਲਾਂ ਛੱਡੋ, ਤੁਸੀਂ ਨਾ ਇੱਕ ਕੰਮ ਕਰ ਦਿਓ, ਮੇਰੀ ਨਾ ਸਹੇਲੀ ਦਾ ਵਿਆਹ ਹੈ ਪਰਸੋਂ, ਮੇਰੇ ਲਈ ਇੱਕ ਸੋਹਣਾ ਜਿਹਾ ਸੂਟ ਸੀ ਦਿਓ। ਓਏ ਹੋਏ, ਸੂਟ ਦੀ ਕਿਹੜੀ ਗੱਲ ਕੀਤੀ ਹੈ ਜੀ? ਸੂਟ ਤੇ ਤੁਹਾਡਾ ਮੈਂ ਰਾਤੋਂ ਰਾਤ ਸੀ ਦਿਆਂਗਾ, ਬਸ ਤੁਸੀਂ ਕਟਿੰਗ ਕਰਾ ਦਿਓ। ਇਹ ਕੀ ਗੱਲ ਕੀਤੀ ਤੁਸੀਂ? ਦਰਜੀ ਤੁਸੀਂ ਹੋ, ਸੂਟ ਦੀ ਕਟਿੰਗ ਤਾਂ ਤੁਸੀਂ ਕਰੋਗੇ ਨਾ? ਓ ਨਹੀਂ, ਸੂਟ ਦੀ ਕਟਿੰਗ ਤੇ ਮੈਂ ਆਪੇ ਕਰ ਲੈਣੀ ਹੈ। ਬਸ ਤੁਸੀਂ ਨਾ ਮੇਰੇ ਇੱਕ ਵਾਰੀ ਵਾਲਾਂ ਦੀ ਕਟਿੰਗ ਕਰਾ ਦਿਓ। ਜੇ ਕਿਤੇ ਭੁੱਲ ਭੁਲੇਖੇ ਸੂਟ ਗਲਤ ਸੀਤਾ ਜਾਵੇ ਨਾ ਤੇ ਗਾਹਕ ਸਿੱਧਾ ਆਣ ਕੇ ਬੋਲਦਿਆਂ ਦੇ ਫੜਦਾ। ਇੱਕ ਮਿੰਟ, ਤੁਹਾਡੇ ਕੋਲ ਤਾਂ ਕੋਈ ਇੰਚੀ ਟੇਪ ਵੀ ਨਹੀਂ ਹੈ, ਤੁਸੀਂ ਮੇਰਾ ਨਾਪ ਕਿੱਦਾਂ ਲਓਗੇ? ਓਹੋ ਜੀ, ਇੰਚੀ ਟੇਪ ਦੀ ਕਿਹੜੀ ਗੱਲ ਕਰਦੇ ਹੋ? ਮੇਰੀ ਮਸ਼ੀਨ 'ਚ ਧਾਗਾ ਜੋ ਹੈਗਾ, ਮੈਂ ਤੁਹਾਡਾ ਧਾਗੇ ਨਾਲ ਹੀ ਨਾਪ ਲੈ ਲੈਣਾ ਜੀ। ਧਾਗੇ ਨਾਲ? ਧਾਗੇ ਨਾਲ ਕਿਹੜਾ ਨਾਪ ਲੈ ਲਈਦਾ? ਓਹੋ ਜੀ, ਸਾਡੇ ਕੋਲ ਜਿੰਨੇ ਵੀ ਗਾਹਕ ਆਉਂਦੇ ਨੇ ਅਸੀਂ ਉਹਨਾਂ ਦਾ ਧਾਗੇ ਨਾਲ ਹੀ ਨਾਪ ਲਈਦਾ। ਨਾਲੇ ਜੇ ਕਿਸੇ ਨੂੰ ਧਰਨ ਪਈ ਹੋਵੇ ਨਾ, ਅਸੀਂ ਉਹ ਵੀ ਧਾਗੇ ਨਾਲ ਨਾਪ ਲਈਦੀ ਹੈ ਜੀ। ਤੁਸੀਂ ਦੱਸੋ ਤੁਹਾਨੂੰ ਧਰਨ ਤੇ ਨਹੀਂ ਪਈ? ਬਦਤਮੀਜ਼। Chugli.com ਹੈਲੋ, ਹਾਂਜੀ ਡਾਕਟਰ ਸ਼ੁਗਲੀ ਬੋਲ ਰਿਹਾ ਜੀ। ਠੀਕ ਹੈ ਚਾਚਾ ਜੀ, ਠੀਕ ਨਹੀਂ ਹੈਗੇ? ਤਾਂ ਫਿਰ ਕਿਸੇ ਚੰਗੇ ਡਾਕਟਰ ਕੋਲ ਜਾਓ ਨਾ, ਮੈਨੂੰ ਕਿਉਂ ਫੋਨ ਕਰੀ ਜਾਂਦੇ ਪਿਓ? ਹੈ ਆ ਪਿੱਛੇ ਰੋਣ ਕੋਣ ਲੱਗ ਪਿਆ? ਠੀਕ ਹੈ ਚਾਚਾ ਜੀ, ਪੂਰੇ ਹੋ ਗਏ? ਓਹੋ, ਬਹੁਤ ਮਾੜਾ ਹੋਇਆ। ਨਹੀਂ, ਤੁਹਾਡੇ ਨਾਲ ਜੋ ਹੋਇਆ ਸੋ ਹੋਇਆ। ਆ ਮੇਰੇ ਕਲੀਨਿਕ 'ਚ ਇੱਕ ਬੱਚਾ ਬਹੁਤ ਮਾੜਾ ਪੈਦਾ ਹੋਇਆ, ਬਹੁਤ ਹੀ ਕਮਜ਼ੋਰ ਹੈ ਜੀ। ਤੁਸੀਂ ਮੇਰੇ ਨਾਲ ਫੋਨ ਤੇ ਕੀ ਗੱਲਾਂ ਮਾਰੀ ਜਾਂਦੇ ਪਿਓ? ਹੈ ਸੰਸਕਾਰ ਦੀਆਂ ਤਿਆਰੀਆਂ ਕਰੋ। ਨਾਲੇ ਮੈਂ ਕਿਹੜਾ ਲੱਕੜਾਂ ਦਾ ਟਾਲ ਪਾਇਆ ਹੋਇਆ ਜਿਹੜਾ ਤੁਹਾਨੂੰ ਰੇਟ ਕੱਟ ਕਰ ਦਿਆਂਗਾ। ਪਤਾ ਨਹੀਂ ਕਿੱਥੋਂ ਫੋਨ ਕਰੀ ਜਾਂਦੇ ਨੇ। ਨਰਸ ਡਾਰਲਿੰਗ ਨਰਸ। ਯੈਸ ਸਰ। ਆਏ ਹਾਏ, ਇੱਕ ਤਾਂ ਇਹਨਾਂ ਨਰਸਾਂ ਦਾ ਨਹੀਂ ਪਤਾ ਲੱਗਦਾ। ਡਾਰਲਿੰਗ ਕਹਾ ਕੇ ਨਾ ਬੰਦੇ ਨੂੰ ਹਲਾਸ਼ੇਰੀ ਦੇ ਦਿੰਦੀਆਂ, ਜਦੋਂ ਹੱਥ ਲਾਓ ਤੇ ਖਾਣ ਨੂੰ ਪੈਂਦੀਆਂ ਨੇ। ਨਾ ਖਾਣ ਤੋਂ ਯਾਦ ਆਇਆ, ਮੇਰੀ ਅੱਜ ਕੋਈ ਅਪਾਇੰਟਮੈਂਟ ਤੇ ਨਹੀਂ ਹੈਗੀ। ਸਰ ਖਾਨ ਤੋਂ ਅਪਾਇੰਟਮੈਂਟ ਕਿੱਦਾਂ ਯਾਦ ਆ ਸਕਦੀ ਹੈ? ਵੀ ਕਦੀ ਬੰਦੇ ਦਾ ਸਹੀ ਇਲਾਜ ਵੀ ਕਰ ਦਈਦਾ ਤੇ ਉਹ ਸਾਨੂੰ ਘਰ ਰੋਟੀ ਤੇ ਵੀ ਬੁਲਾ ਲੈਂਦਾ। ਇਹ 7 ਨੰਬਰ ਵਾਲੇ ਨੂੰ ਇੰਜੈਕਸ਼ਨ ਲਗਾਤਾ। ਐਲੋ ਸਰ ਕਾਰਡ, ਮੇਰੇ ਚਾਚਾ ਜੀ ਦਿਮਾਗ ਦੇ ਡਾਕਟਰ ਨੇ, ਤੁਸੀਂ ਉਹਨਾਂ ਤੋਂ ਆਪਣਾ ਇਲਾਜ ਕਰਵਾਓ। ਕਿਉਂ, ਕੀ ਹੋਇਆ? ਸਰ ਤੁਸੀਂ ਭੁੱਲ ਗਏ, ਉਹਨਾਂ ਨੂੰ ਤਾਂ 3 ਦਿਨ ਪਹਿਲਾਂ ਹੀ ਛੁੱਟੀ ਦੇ ਦਿੱਤੀ ਸੀ। ਛੁੱਟੀ ਦੇ ਦਿੱਤੀ? ਕੀ ਉਹ ਠੀਕ ਹੋ ਗਿਆ ਸੀ? ਨਹੀਂ, ਫੁੜਕ ਗਿਆ ਸੀ। ਨਾ ਫਿਰ ਉਹਨੂੰ ਛੁੱਟੀ ਦਿੱਤੀ ਥੋੜਾ ਹੋਈ, ਉਹਦੀ ਤਾਂ ਪਰਮਾਨੈਂਟ ਛੁੱਟੀ ਹੋ ਗਈ ਨਾ। ਛੁੱਟੀ ਤੋਂ ਮੈਨੂੰ ਯਾਦ ਆਇਆ ਸਰ, ਇੱਕ ਐਮਰਜੈਂਸੀ ਕੇਸ ਆਇਆ ਹੋਇਆ ਹੈ। ਕਿਸੇ ਨੂੰ ਅਟੈਕ ਹੋ ਗਿਆ? ਨਹੀਂ ਸਰ, ਐਕਚੁਅਲੀ ਉਹ ਸਾਈਕਲ ਤੋਂ ਗਿਰ ਗਿਆ ਨਾ, ਉਹਦਾ ਫੋੜਾ ਛਿੱਲ ਗਿਆ। ਇਹ ਤਾਂ ਪਤਾ ਨਹੀਂ ਕਿ ਮੇਰੇ ਕੋਲ ਇਦਾਂ ਦੇ ਕੇਸ ਕਿਉਂ ਆਉਂਦੇ ਨੇ। ਕਦੇ ਫੋੜਾ ਛਿੱਲਿਆ ਗਿਆ, ਕਦੇ ਫਿੰਸੀ ਭਰ ਗਈ, ਕਦੇ ਪਿੱਤ ਨਿਕਲ ਆਈ। ਕੋਈ ਵੱਡਾ ਮਰੀਜ਼ ਮੇਰੇ ਕੋਲ ਕਿਉਂ ਨਹੀਂ ਆਂਦਾ? ਵੱਡੀਆਂ ਬਿਮਾਰੀਆਂ ਵਾਲੇ ਪੇਸ਼ੈਂਟ ਉਹਨਾਂ ਕੋਲ ਆਉਂਦੇ ਨੇ ਜਿਨ੍ਹਾਂ ਕੋਲ ਡਿਗਰੀਆਂ ਹੁੰਦੀਆਂ ਨੇ। ਮੈਨੂੰ ਲੱਗਦਾ ਤੁਸੀਂ ਪੜ੍ਹੇ ਹੀ ਨਹੀਂ। ਕਿਉਂ ਨਹੀਂ ਪੜਿਆ? ਬਾਹਰ ਸਾਫ਼ ਲਿਖਿਆ ਹੋਇਆ 8ਵੀਂ 9ਵੀਂ 10ਵੀਂ 11ਵੀਂ 12ਵੀਂ ਪਾਸ ਡਾਕਟਰ। ਨਾਲੇ 3 ਸਾਲ ਦਾ ਮੇਰਾ ਕੰਪਾਊਂਡਰ ਦਾ ਵੀ ਐਕਸਪੀਰੀਅੰਸ ਹੈ। ਪੇਸ਼ੈਂਟ ਆਣ ਵੀ ਕਿੱਥੋਂ, ਉਹਨਾਂ ਦਾ ਜੂਸ ਤੱਕ ਤਾਂ ਤੁਸੀਂ ਪੀ ਜਾਂਦੇ ਹੋ। ਉਹ ਤਾਂ ਮੈਂ ਤਾਂ ਪੀਣਾ, ਉਹ ਤਾਂ ਅੱਗੇ ਹੀ ਬਿਮਾਰ ਨੇ, ਉਹਨਾਂ ਦਾ ਇਲਾਜ ਮੈਂ ਕਰਨਾ। ਉਹ ਟੈਨਸ਼ਨ ਮੇਰੇ ਦਿਮਾਗ ਤੇ ਜ਼ਿਆਦਾ ਹੈ, ਜੂਸ ਦੀ ਜ਼ਿਆਦਾ ਲੋੜ ਤਾਂ ਮੈਨੂੰ ਹੈ। ਉਹਨੇ ਤਾਂ ਦਵਾਈਆਂ ਨਾਲ ਵੀ ਠੀਕ ਹੋ ਜਾਣਾ। ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਡਾਕਟਰ ਬਣੇ ਕਿਉਂ? ਓਹੋ, ਗੋਲਗੱਪਿਆਂ ਦਾ ਕੰਮ ਫੇਲ ਹੋ ਗਿਆ ਸੀ ਨਾ, ਇਸ ਕਰਕੇ। ਮਤਲਬ? ਐਕਚੁਅਲੀ ਮੈਂ ਲਾਂਦਾ ਸੀ ਗੋਲਗੱਪਿਆਂ ਦੀ ਰੇੜੀ, ਮੈਨੂੰ ਹੋ ਗਿਆ ਜ਼ੁਕਾਮ। ਮੈਂ ਪਾਣੀ ਬਣਾਉਂਦਾ ਸੀ, ਮੈਨੂੰ ਸਵਾਦ ਦਾ ਹੀ ਨਹੀਂ ਸੀ ਪਤਾ ਲੱਗਦਾ। ਮੈਂ ਗਲਤ ਪਾਣੀ ਬਣਾ ਕੇ ਲੋਕਾਂ ਨੂੰ ਵੇਚੀ ਗਿਆ। ਮੈਂ ਤਾਂ ਢਿੱਲਾ ਹੋਣਾ ਹੀ ਸੀ, ਮੇਰਾ ਕੰਮ ਵੀ ਢਿੱਲਾ ਪੈ ਗਿਆ। ਮੈਂ ਡਾਕਟਰ ਕੋਲ ਗਿਆ, ਉਹਨੇ ਪੈਸੇ ਹੀ ਬੜੇ ਮੰਗ ਲਏ। ਫੇਰ ਕੀ, ਪੈਸੇ ਮੇਰੇ ਕੋਲ ਹੈ ਨਹੀਂ ਸੀ। ਮੈਂ ਉਹਦੇ ਕੋਲ ਕੰਪਾਊਂਡਰ ਲੱਗ ਗਿਆ, ਪਰ ਮੈਨੂੰ ਉੱਥੇ ਵੀ ਕੁੱਟ ਪੈ ਗਈ। ਉਹ ਕਿਉਂ? ਇੱਕ ਵਾਰ ਮੇਰੇ ਕੋਲ ਮਰੀਜ਼ ਆਇਆ, ਮੈਨੂੰ ਆ ਕੇ ਕਹਿਣ ਲੱਗਾ ਭਾਈ ਮੇਰੇ ਜਲਨ ਬਹੁਤ ਹੁੰਦੀ ਹੈ। ਮੈਂ ਉਹਨੂੰ ਚੁੱਕ ਕੇ 10 ਦਿਨ ਦੀ ਦਵਾਈ ਦੇ ਦਿੱਤੀ। ਉਹਨੇ ਪੁੱਛਿਆ ਭਾਈ ਮੈਨੂੰ ਬਿਮਾਰੀ ਕੀ ਹੈ? ਮੈਂ ਕਿਹਾ ਭਾਈ ਮੈਂ ਕੰਪਾਊਂਡਰ ਹਾਂ, ਮੇਰਾ ਕੰਮ ਦਵਾਈ ਦੇਣਾ ਹੈ, ਬਿਮਾਰੀ ਆਣ ਕੇ ਡਾਕਟਰ ਸਾਹਿਬ ਦੱਸਣਗੇ। ਫਿਰ ਮੈਂ ਹਿਸਾਬ ਲਾਇਆ, ਕੰਪਾਊਂਡਰ ਨੂੰ ਕੁੱਟ ਬੜੀ ਪੈਂਦੀ ਹੈ, ਸਿੱਧਾ ਡਾਕਟਰ ਹੀ ਬਣ ਜਾਓ। ਡਾਕਟਰ ਤੇ ਮੈਂ ਬਣ ਗਿਆ। ਹੁਣ ਆਂਦਾ ਜਾਂਦਾ ਮੈਨੂੰ ਕੁਝ ਹੈ ਨਹੀਂ,
ਆਪਾਂ ਤਾਂ ਮਰੀਜ਼ਾਂ ਨੂੰ ਟਰਕਾ ਕੇ ਸਿੱਧੇ ਪੈਸੇ ਹੀ ਲੈਣੇ ਆ। ਐਮਰਜੈਂਸੀ ਨਰਸ ਗਲੂਕੋਜ਼ ਲੈ ਕੇ ਆਓ। ਨਹੀਂ ਤੁਸੀਂ ਨਾ ਜਾਓ ਹਾਏ। ਤਕਲੀਫ ਕੀ ਹੈ ਤੁਹਾਨੂੰ? ਤਕਲੀਫ ਤਲੂਫ ਤਾਂ ਕੋਈ ਨਹੀਂ ਜੀ, ਮੈਂ ਤੁਹਾਨੂੰ ਦੱਸਾਂ ਤੁਹਾਡੀ ਇੰਨੀ ਸੋਹਣੀ ਨਰਸ ਮੱਲੋ ਮੱਲੀ ਅੰਦਰੋਂ ਹਾਏ ਨਿਕਲ ਜਾਂਦੀ ਹਾਏ। ਸਰ ਇਹ ਬਕਵਾਸ ਬਹੁਤ ਕਰਦਾ ਹੈ। ਕੋਈ ਨਾ, ਅਸੀਂ ਤਾਂ ਵੱਡਿਆਂ ਵੱਡਿਆਂ ਦੇ ਮੂੰਹ ਬੰਦ ਕਰਤੇ। ਤੁਸੀਂ ਨਾ ਆ ਕਰੋ। ਆ ਵੈਰੀ ਕ੍ਰਿਟੀਕਲ ਪ੍ਰੋਬਲਮ, ਹੁਣ ਕੱਢਣਾ ਪਏਗਾ। ਕਿਉਂ ਡਾਕਟਰ ਸਾਹਿਬ? ਮੇਰੇ ਚ ਘੱਟ ਹੈ ਨਾ। ਨਹੀਂ ਓਹੋ ਤੁਸੀਂ ਟੈਨਸ਼ਨ ਨਾ ਲਓ। ਤੁਸੀਂ ਏਦਾਂ ਕਰੋ, ਆ ਵਾਈਨ ਪੀਓ, ਵਾਈਨ ਪੀਓ। ਇਹ ਵਾਈਨ ਹਾਂਜੀ ਇਹ ਦੇਖੋ ਉੱਤੇ ਬ੍ਰਾਂਡ ਨੇਮ ਵੀ ਲਿਖਿਆ ਹੋਇਆ, ਮੋਹਨ ਲਾਲ AB ਪੋਜ਼ਿਟਿਵ। ਨਹੀਂ ਤੁਸੀਂ ਆ ਦੱਸੋ ਤੁਹਾਨੂੰ ਪ੍ਰੋਬਲਮ ਕੀ ਹੈ? ਟੈਸਟ ਕਰਾਣਾ ਸੀ ਜੀ ਮੈਂ। ਕੋਈ ਨਾ ਸਾਰੇ ਟੈਸਟ ਕਰ ਦੇਂਗੇ। ਦੱਸੋ ਕਿਹੜਾ ਟੈਸਟ ਕਰਨਾ ਹੈ? ਮੇਰੇ ਸਾਈਕਲ ਦੀ ਟਿਊਬ ਦਾ ਟੈਸਟ ਕਰਨਾ। ਚੌਥੇ ਦਿਨ ਹੀ ਉਹਦੀ ਹਵਾ ਡੁੱਲ ਜਾਂਦੀ ਆ। ਕੀ? ਮਜ਼ਾਕ ਕੀਤਾ। ਨਾ ਮਾਰਾਂਗੇ ਕੰਨ ਤੇ ਤੇਰੇ, ਮਜ਼ਾਕ ਕਰਨ ਦੇ ਆ ਨਾ, ਅਸੀਂ ਮਰ ਗਏ ਆ। ਹਾਏ ਓਏ ਤਕਲੀਫ ਦੱਸ ਕੀ ਹੈ ਤੈਨੂੰ? ਬੜੀ ਪ੍ਰੋਬਲਮ ਆ ਡਾਕਟਰ ਸਾਹਿਬ, ਮੈਂ ਨਹੀਂ ਬਚਣਾ। ਮੈਂ ਰੋਟੀ ਖਾਂਦਾ ਮੈਨੂੰ ਭੁੱਖ ਨਹੀਂ ਲੱਗਦੀ, ਜਦੋਂ ਮੈਂ ਭੱਜਦਾ ਮੈਨੂੰ ਸਾਹ ਚੜ ਜਾਂਦਾ। ਹੋਰ ਤਾਂ ਹੋਰ ਮੈਂ ਸ਼ਰਾਬ ਪੀਵਾਂ ਡਾਕਟਰ ਸਾਹਿਬ ਮੈਨੂੰ ਨਸ਼ਾ ਚੜ ਜਾਂਦਾ ਆ। ਓਹੋ ਵੈਰੀ ਕ੍ਰਿਟੀਕਲ ਪ੍ਰੋਬਲਮ। ਨਰਸ ਗਿਵ ਮੀ ਇੰਜੈਕਸ਼ਨ। ਨੋ ਸਰ। ਥੈਂਕ ਯੂ ਸੋ ਮਚ। ਇਹ ਕਾਹਦਾ ਟੀਕਾ? ਕੋਮਾ ਦਾ। ਇਹਦੇ ਨਾਲ ਤੁਸੀਂ ਕੋਮਾ ਚੱਲ ਜਾਣਾ ਹੈ। ਨਾ ਤੁਹਾਨੂੰ ਭੁੱਖ ਲੱਗਣੀ ਹੈ, ਨਾ ਤੁਹਾਨੂੰ ਰੋਟੀ ਖਾਣ ਦੀ ਲੋੜ ਪੈਣੀ ਹੈ, ਨਾ ਤੁਸੀਂ ਨੱਸ ਸਕਦੇ ਹੋ, ਨਾ ਤੁਹਾਨੂੰ ਸਾਹ ਚੜਨਾ ਤੇ ਸ਼ਰਾਬ ਤੁਹਾਡੀ ਮੈਂ ਪੀ ਜਾਣੀ। ਡਾਕਟਰ ਸਾਹਿਬ ਬੜੀਆਂ ਪ੍ਰੋਬਲਮ ਆ, ਮੇਰੇ ਤਾਂ ਹੱਥ ਪੈਰ ਵੀ ਫੁੱਲ ਜਾਂਦੇ ਆ। ਓਹੋ ਇਹਦੇ ਚ ਤੁਹਾਡਾ ਕੋਈ ਕਸੂਰ ਨਹੀਂ ਹੈਗਾ, ਇਹਦੇ ਚ ਕਸੂਰ ਤੁਹਾਡੇ ਸਹੁਰਿਆਂ ਦਾ ਹੈ। ਹੈ ਸੂਰਿਆ ਦਾ ਕਿੱਦਾਂ? ਹਾਂਜੀ ਵੀ ਜਦੋਂ ਇਹਨਾਂ ਦਾ ਵਿਆਹ ਹੋਇਆ ਇਹਦੇ ਸਹੁਰਾ ਸਾਹਿਬ ਨੇ ਇਹਨੂੰ ਦੁਆਵਾਂ ਦਿੱਤੀਆਂ ਫੂਲੋ ਫਲੋ, ਤਾਂ ਹੀ ਇਹਦੇ ਹੱਥ ਪੈਰ ਫੁੱਲਦੇ ਪਏ। ਮੇਰੇ ਹੱਥ ਪੈਰ ਤਾਂ ਤੇ ਮੈਂ ਹੁਣ ਕੀ ਕਰਾਂ? ਮੇਰੀ ਇੱਕ ਸਲਾਹ ਮੰਨੋ, ਜਾ ਕੇ ਵੋਟੀ ਆਪਣੇ ਨੂੰ ਤੰਗ ਕਰੋ। ਉਹ ਲੜ ਕੇ ਪੇਕੇ ਜਾਏਗੀ, ਤੁਹਾਡੇ ਸਹੁਰਾ ਸਾਹਿਬ ਤੁਹਾਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣਗੇ। ਪਰ ਫਿਰ ਇਹ ਨਾ ਹੋਵੇ ਉਹਦੇ ਨਾਲ ਮੈਨੂੰ ਦੰਦਲ ਪੈ ਜਾਵੇ ਜਾਂ ਫਿਰ ਮਿਰਗੀ ਦਾ ਅਟੈਕ ਆ ਜਾਵੇ ਡਾਕਟਰ ਸਾਹਿਬ। ਕੋਈ ਨਾ ਡਾਕਟਰ ਸਾਹਿਬ ਬੈਠੇ ਨੇ, ਉਹ ਕਿਸ ਦਿਨ ਕੰਮ ਆਣਗੇ। ਹਾਏ ਮੈਂ ਨਹੀਂ ਬਚਣਾ ਡਾਕਟਰ ਸਾਹਿਬ, ਮੇਰੀਆਂ ਅੱਖਾਂ ਦੀ ਵੀ ਪ੍ਰੋਬਲਮ ਆ। ਮੇਰੀਆਂ ਅੱਖਾਂ ਬਹੁਤ ਦਰਦ ਹੁੰਦੀਆਂ, ਹੋਰ ਤਾਂ ਹੋਰ ਐਵੇਂ ਹੀ ਬੰਦ ਹੁੰਦੀਆਂ ਰਹਿੰਦੀਆਂ ਡਾਕਟਰ ਸਾਹਿਬ, ਮੈਂ ਨਹੀਂ ਬਚਣਾ। ਵੈਰੀ ਕ੍ਰਿਟੀਕਲ ਪ੍ਰੋਬਲਮ। ਤੁਸੀਂ ਇੱਕ ਕੰਮ ਕਰੋ, ਗਰਮ ਪਾਣੀ ਦੇ ਵਿੱਚ ਨਾ ਲਾਲ ਮਿਰਚਾਂ ਪਾ ਕੇ ਗਰਾਰੇ ਕਰੋ। ਇਹਨਾਂ ਨੂੰ ਸਮਝਾਓ ਮੇਰਾ ਗਲਾ ਨਹੀਂ ਖਰਾਬ, ਅੱਖਾਂ ਖਰਾਬ ਆ। ਨਾਲੇ ਗਰਾਰੇ ਤਾਂ ਕੋਸੇ ਪਾਣੀ 'ਚ ਨਮਕ ਪਾ ਕੇ ਕਰੀਦੇ ਆ ਡਾਕਟਰ ਸਾਹਿਬ। ਓਹੋ ਇਸੇ ਕਰਕੇ ਤਾਂ ਕਿਹਾ ਕਿ ਗਰਮ ਪਾਣੀ ਦੇ ਵਿੱਚ ਲਾਲ ਮਿਰਚਾਂ ਪਾ ਕੇ ਜਦ ਤੁਸੀਂ ਗਰਾਰੇ ਕਰੋਗੇ, ਮਿਰਚਾਂ ਤੁਹਾਡੇ ਗਲੇ 'ਚ ਲੱਗਣਗੀਆਂ, ਉਹਦੇ ਨਾਲ ਤੁਹਾਡੀਆਂ ਅੱਖਾਂ ਵੀ ਖੁੱਲ ਜਾਣਗੀਆਂ ਤੇ ਅੱਖਾਂ 'ਚੋਂ ਪਾਣੀ ਆਏਗਾ ਨਾ ਤੇ ਅੱਖਾਂ ਸਾਫ਼ ਵੀ ਹੋ ਜਾਣਗੀਆਂ। ਜੇ ਗਲਾ ਖਰਾਬ ਹੋ ਗਿਆ ਫਿਰ? ਫਿਰ ਡਾਕਟਰ ਸਾਹਿਬ ਬੈਠੇ ਹੀ ਨੇ, ਇਹ ਕਿਦਨ ਕੰਮ ਆਣਗੇ? ਵੈਰੀ ਗੁੱਡ। ਹਾਏ ਡਾਕਟਰ ਸਾਹਿਬ ਮੈਂ ਨਹੀਂ ਬਚਣਾ, ਮੇਰੇ ਢਿੱਡ 'ਚ ਕੀੜੇ ਵੀ ਆ। ਵੈਰੀ ਕ੍ਰਿਟੀਕਲ ਪ੍ਰੋਬਲਮ। ਏਦਾਂ ਕਰੋ, ਆਹ ਫੜੋ ਕਾਰਡ, ਇਹ ਕਿਹਦਾ? ਇਹ ਮੇਰੇ ਡੈਡੀ ਜੀ ਦਾ ਕਾਰਡ ਹੈ। ਉਹ ਵੀ ਡਾਕਟਰ ਨਹੀਂ ਨੇ? ਨਹੀਂ ਉਹ ਤਾਂ ਖੇਤੀਬਾੜੀ ਦਾ ਕੰਮ ਕਰਦੇ ਨੇ, ਉਹਨਾਂ ਕੋਲ ਕੀੜੇ ਮਾਰ ਦਵਾਈ ਹੈਗੀ ਹੈ। ਉਹਦੇ ਨਾਲ ਤਾਂ ਮੇਰਾ ਢਿੱਡ ਖਰਾਬ ਹੋ ਜਾਏਗਾ। ਕੋਈ ਨਾ ਡਾਕਟਰ ਸਾਹਿਬ ਬੈਠੇ ਨੇ, ਉਹ ਕਿਸ ਦਿਨ ਕੰਮ ਆਣਗੇ। ਹਾਏ ਮੈਂ ਨਹੀਂ ਬਚਣਾ ਡਾਕਟਰ ਸਾਹਿਬ, ਮੇਰਾ ਪਿੱਤਾ ਵੀ ਨਹੀਂ ਠੀਕ। ਮੇਰੇ ਮਾਤਾ ਪਿਤਾ ਦੋਨੋਂ ਹੀ ਨਹੀਂ ਠੀਕ। ਓਏ ਉਹ ਨਹੀਂ ਡਾਕਟਰ ਸਾਹਿਬ, ਪਿੱਤਾ ਜਿਹੜਾ ਇੱਥੇ ਹੁੰਦਾ, ਮੇਰੇ ਪਿੱਤੇ 'ਚ ਪੱਥਰੀ ਆ। ਓਹ ਕੰਗ੍ਰੈਚੁਲੇਸ਼ਨ। ਹੈਂ? ਹਾਂਜੀ ਮੇਰੇ ਵੀ ਪੱਥਰੀ ਸੀ, ਮੈਂ ਕਢਾ ਕੇ ਫਰਸ਼ ਪੱਕਾ ਕਰਾ ਲਿਆ। ਇੱਕ ਪੰਥ ਦੋ ਕਾਜ। ਹਾਏ ਮੈਂ ਨਹੀਂ ਬਚਣਾ ਡਾਕਟਰ ਸਾਹਿਬ, ਮੈਂ ਤਾਂ ਸੱਜੇ ਪੈਰ ਤੋਂ ਲੰਘ ਵੀ ਮਾਰਦਾ ਡਾਕਟਰ ਸਾਹਿਬ। ਵੈਰੀ ਕ੍ਰਿਟੀਕਲ ਪ੍ਰੋਬਲਮ। ਆ ਨੁੱਕਰ ਤੇ ਬੂਟਾਂ ਵਾਲੀ ਦੁਕਾਨ ਹੈ, ਇੱਕ ਬੂਟ 9 ਨੰਬਰ ਦਾ ਲੈ ਲਓ, ਇੱਕ 11 ਨੰਬਰ ਦਾ। ਤੁਹਾਡੇ ਕੋਲੋਂ ਪ੍ਰੋਪਰ ਤੁਰਿਆ ਨਹੀਂ ਜਾਣਾ, ਦੋਨਾਂ ਪੈਰਾਂ ਤੋਂ ਲੰਘ ਮਾਰੋਗੇ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ। ਤੇ ਮੇਰਾ ਪੈਰ ਛਿੱਲਿਆ ਗਿਆ ਫੇਰ? ਕੋਈ ਨਾ ਡਾਕਟਰ ਸਾਹਿਬ ਬੈਠੇ ਨੇ, ਉਹ ਕਿਸ ਦਿਨ ਕੰਮ ਆਣਗੇ। ਹਾਏ ਮੈਂ ਨਹੀਂ ਬਚਣਾ ਡਾਕਟਰ ਸਾਹਿਬ, ਮੈਂ ਨਾਈ ਕੋਲ ਜਾਵਾਂ, ਉਹ ਮੇਰੇ ਬਾਲ ਨਹੀਂ ਕੱਟਦਾ। ਇਹਦੇ ਚ ਡਾਕਟਰ ਸਾਹਿਬ ਕੀ ਕਰਨ? ਹੁਣ ਡਾਕਟਰ ਸਾਹਿਬ ਬੈਠੇ ਨੇ, ਕਿਦਨ ਕੰਮ ਆਣਗੇ? ਆਸਨਾ ਕਰੋ ਤੂੰ। ਨਹੀਂ ਡਾਕਟਰ ਸਾਹਿਬ ਮੈਂ ਤੁਹਾਨੂੰ ਕੀ ਦੱਸਾਂ, ਬੜੀ ਪ੍ਰੋਬਲਮ ਆ। ਮੈਨੂੰ ਨੇਰੇ 'ਚ ਕੁਝ ਦਿਖਦਾ ਵੀ ਨਹੀਂ ਹੈਗਾ। ਓਹੋ ਵੈਰੀ ਕ੍ਰਿਟੀਕਲ ਪ੍ਰੋਬਲਮ। ਨਰਸ ਪਟਾ ਲੈ ਕੇ ਆਓ ਜਰਾ। ਮੇਰਾ ਬੀਪੀ ਚੈੱਕ ਕਰਨਾ ਹੈ? ਤੁਹਾਨੂੰ ਹੁਣੇ ਚੈੱਕ ਕਰਦੇ ਆ ਜੀ, ਸਾਰਾ ਕੁਝ ਚੈੱਕ ਕਰਦੇ ਆ ਹਲੋ ਸਰ। ਨਾ। ਬਿਜਲੀ ਤੁਹਾਡੇ ਘਰ ਨਹੀਂ ਆਂਦੀ ਤੇ ਤੂੰ ਮਖੌਲਾ ਡਾਕਟਰਾਂ ਨੂੰ ਕਰਦਾ ਪਿਆ ਹੈ? ਡਾਕਟਰਾਂ ਨੂੰ ਮਖੌਲਾ ਕਰਦਾ ਪਿਆ ਤੂੰ? Sugly.com, Sugly.com। ਲਓ ਜੀ ਹੋਟਲ ਆਪਾਂ ਖੋਲ ਲਿਆ, ਹੁਣ ਕੋਈ ਸੋਹਣਾ ਜਿਹਾ ਪਟਾਕੇ ਵਰਗਾ ਗਾਹਕ ਆ ਜਾਏ ਨਾ ਤੇ ਸਵਾਦ ਆ ਜਾਏ। ਓ ਛੋਟੂ, ਓ ਕਿੱਥੇ ਮਰ ਗਿਆ ਤੂੰ ਛੋਟੂ? ਆ ਗਿਆ ਉਸਤਾਦ ਜੀ, ਪੈਰੀ ਬਣਾ ਉਸਤਾਦ ਓ ਜੀ। ਤੇਰੀ ਦੇ ਕੁਝ ਲੱਗਦੇ ਆ,
ਓਏ ਇੱਥੇ ਕੀ ਕਰਨ ਦੇ ਆ? ਉਹ ਜਾ ਬਾਹਰ ਜਾ ਕੇ ਗਾਹਕ ਫੜ ਕੇ ਲੈ ਕੇ ਛੇਤੀ ਛੇਤੀ ਕੋਈ। ਮੈਂ ਕਿਹਾ ਤੁਸੀਂ ਮੂੰਹ ਬੋਲਿਆ ਗਾਕਾਂ ਦੀ ਨੇਰੇ ਲਿਆ ਦੂੰਗਾ। ਆ ਜਾ ਵੀ ਆ ਜਾ 1500 ਰੁਪਏ ਕਮਰਾ 1500 ਰੁਪਏ ਕਮਰਾ 1500 1200 300 150 ਦਾ ਕਿਹੜਾ ਕਮਰਾ ਹੋਇਆ? ਓਹੋ ਮੈਡਮ ਜੀ 150 ਦਾ ਕਮਰਾ ਕੋਈ ਨਹੀਂ, ਕਮਰਾ 1500 ਦਾ ਹੀ ਆ। ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ 150 ਕਮਰੇ ਆ, ਤੁਸੀਂ ਦੱਸੋ ਤੁਹਾਨੂੰ ਕਿੰਨੇ ਚਾਹੀਦੇ? ਮੈਂ ਕੱਲੀ ਆ, ਆਬਵੀਅਸਲੀ ਮੈਂ ਇੱਕੋ ਕਮਰਾ ਲਵਾਂਗੀ। ਮੈਡਮ ਜੀ ਮੈਂ ਕਹਿੰਦਾ 2 ਕਮਰੇ ਲੈ ਲਓ, ਕਿਉਂਕਿ ਮੈਨੂੰ ਵੀ ਅੰਦਰ ਰਹਿਣ ਨਹੀਂ ਦਿੰਦੇ, ਤੁਹਾਡੇ ਬਾਨੇ ਮੈਂ ਵੀ ਰਹਿ ਲੂੰਗਾ। ਬਕਵਾਸ ਨਾ ਕਰ, ਮੈਂ ਤੁਹਾਡੇ ਹੋਟਲ 'ਚ ਕਿਉਂ ਰਵਾਂਗੀ? ਮੈਂ ਕੋਈ ਹੋਰ ਹੋਟਲ ਦੇਖ ਲੈਂਦੀ ਆ। ਓਏ ਤੂੰ ਪਰਾਂ ਮਾਰ, ਏਦਾਂ ਗਾਹਕ ਨਾਲ ਗੱਲ ਕਰੀਦੀ ਹੈ ਨਾ? ਤੈਨੂੰ ਪਤਾ ਨਾ ਸੁਣ ਮੈਡਮ ਜੀ, ਉਹ ਫੈਸਿਲਿਟੀ ਵੀ ਸਾਡੇ ਕੋਲ ਹੈਗੀ ਹੈ। ਤੁਸੀਂ ਨਾ ਸਾਡੇ ਹੋਟਲ ਦੀ ਛੱਤ ਤੇ ਚੜ੍ਹ ਕੇ ਪੂਰੇ ਸ਼ਹਿਰ ਦੇ ਹੋਟਲ ਵੇਖ ਸਕਦੇ ਹੋ। ਮੇਰੇ ਕਹਿਣ ਦਾ ਮਤਲਬ ਹੈ ਮੈਂ ਕੋਈ ਸਸਤਾ ਜਿਹਾ ਹੋਟਲ ਦੇਖ ਲਾਂਗੀ। ਓਹੋ ਮੈਡਮ ਜੀ, ਇੰਨੇ ਸੋਹਣੇ ਤੁਸੀਂ ਹੈਗੇ ਹੋ, ਇੰਨੇ ਸੋਹਣੇ ਤੁਸੀਂ ਕੱਪੜੇ ਪਾਏ ਨੇ ਹੈ, ਕਿਸੇ ਚੰਗੇ ਘਰ ਨੂੰ ਬਿਲੋਂਗ ਕਰਦੇ ਹੋ। ਇੱਥੇ ਚੰਗੇ ਘਰ ਦੀ ਕੁੜੀ ਕਿਸੇ ਸਸਤੇ ਜਿਹੇ ਹੋਟਲ 'ਚ ਰਹਿੰਦੀ, ਮੇਰੇ ਹੁੰਦਿਆਂ ਚੰਗੀ। ਉਹ ਮੈਡਮ ਜੀ ਛੱਡੋ ਸਾਰੀਆਂ ਗੱਲਾਂ ਨੂੰ, ਮੈਂ ਤੁਹਾਨੂੰ ਦੱਸਦਾ ਐਕਚੁਅਲੀ ਦੇਖੋ ਹੁਣ ਤੁਸੀਂ ਸਸਤੇ ਹੋਟਲ 'ਚ ਰਹੋਗੇ, ਕੱਲ ਨੂੰ ਤੁਹਾਡਾ ਵਿਆਹ ਹੋਏਗਾ, ਤੁਹਾਡਾ ਘਰ ਵਾਲਾ ਪੁੱਛੇਗਾ ਕਿਹੜੇ ਹੋਟਲ 'ਚ ਰਹਿੰਦੇ ਹੋ, ਤਾਂ ਸਸਤੇ ਹੋਟਲ ਦਾ ਨਾਮ ਲੈਂਦੇ ਚੰਗੇ ਲੱਗੋਗੇ। ਮੈਂ ਆਪਣੇ ਘਰ ਵਾਲੇ ਨੂੰ ਕਿਉਂ ਦੱਸਾਂਗੀ ਕਿ ਮੈਂ ਹੋਟਲ 'ਚ ਰਹੀ ਆ? ਦੇਖਿਆ, ਇੱਥੋਂ ਪਤਾ ਲੱਗਦਾ ਤੁਸੀਂ ਆਪਣੇ ਘਰ ਵਾਲੇ ਨੂੰ ਧੋਖਾ ਦੇਣ ਡਏ ਹੋ। ਧੋਖਾ? ਐਕਸਕਿਊਜ਼ ਮੀ, ਆਈ ਐਮ ਆਲਰੇਡੀ ਮੈਰਿਡ। ਉਹ ਚੱਲ ਵਿਆਹੀ ਜਾਈ ਨਾ ਹੋਏ ਤਾਂ ਜੇ ਵਿਆਹ ਹੋਇਆ ਤਾਂ ਫਿਰ ਇੱਥੇ ਕੀ ਕਰਨਾ ਹੈ? ਘਰੇ ਜਾ ਕੇ ਦਫਾ ਹੋ, ਉੱਥੇ ਜਾ ਕੇ। ਐਕਚੁਅਲੀ ਮੇਰੀ ਨਾ ਮੇਰੇ ਹਸਬੰਡ ਨਾਲ ਲੜਾਈ ਹੋ ਗਈ ਵੈਰੀ ਗੁੱਡ, ਅੱਗੇ ਬੋਲੋ। ਤੇ ਉਹਨਾਂ ਨੂੰ ਸ਼ੱਕ ਹੈ ਕਿ ਮੇਰਾ ਬਾਹਰ ਕਿਸੇ ਨਾਲ ਚੱਕਰ ਹੈ। ਕੀ ਬਦਤਮੀਜ਼ ਇਨਸਾਨ, ਬੇੜਾ ਗਰਕ ਹੋ ਜਾ ਤੁਹਾਡਾ, ਹੋ ਜਾਦਾ ਕਲੈਣੇ ਨਾ ਹੁੰਦਾ। ਇੰਨੀ ਸੋਹਣੀ ਖੂਬਸੂਰਤ ਮਾਸ਼ਾਅੱਲਾ ਪਟਾਕਾ ਜਨਾਨੀ ਦੇ ਸ਼ੱਕ ਕਰਦੇ, ਆਖਣਾ ਨਾ ਤੁਹਾਡਾ। ਤੇ ਮੈਂ ਕਿੱਥੇ ਨੇ ਭਾਈ ਸਾਹਿਬ? ਕੌਣ? ਜਿਨ੍ਹਾਂ ਨਾਲ ਤੁਹਾਡਾ ਚੱਕਰ ਚੱਲਦਾ। ਤੇ ਤੁਸੀਂ ਵੀ ਮੇਰੇ ਤੇ ਸ਼ੱਕ ਕਰ ਰਹੇ ਹੋ? ਦੇਖੋ ਮੈਡਮ ਜੀ, ਇੱਕ ਵਿਆਹੀ ਵਾਲੀ ਜਨਾਨੀ ਆਪਣੇ ਘਰ ਵਾਲੇ ਨੂੰ ਛੱਡ ਕੇ ਬਾਹਰ ਕਿਸੇ ਬੰਦੇ ਨਾਲ ਰਹੇਗੀ ਤੇ ਲੋਕਾਂ ਨੇ ਤਾਂ ਫਿਰ ਸ਼ੱਕ ਕਰਨਾ ਹੀ ਹੈ ਨਾ। ਮੈਂ ਕਿਹਦੇ ਨਾਲ ਰਹਿ ਰਹੀ ਹਾਂ? ਇਹਦੇ ਨਾਲ ਇਹਨੇ ਕਿਹਾ ਸੀ ਤੁਹਾਨੂੰ 2 ਕਮਰੇ ਲੈਣ ਨੂੰ, ਤੁਸੀਂ ਕਿਹਾ 1 ਲੈਣਾ ਹੈ। ਮੈਂ ਕਦੋਂ ਹਾਂ ਕੀਤੀ ਹੈ? ਮੈਂ ਕੀ ਨਾ ਵੀ ਨਹੀਂ ਕੀਤੀ ਨਾ। ਤੁਸੀਂ ਇਹ ਸਭ ਛੱਡੋ ਤੇ ਦੱਸੋ ਕਮਰਾ ਮਿਲੇਗਾ ਕਿ ਨਹੀਂ? ਸੱਚੀ ਮੁੱਚੀ ਕਮਰਾ ਪੁੱਛ ਲਈ। ਹੁਣ ਤੁਹਾਨੂੰ ਕੀ ਹੋ ਗਿਆ ਹੈ? ਮੈਡਮ ਜੀ 8 ਮਹੀਨੇ ਹੋ ਗਏ ਨੇ ਸਾਨੂੰ ਹੋਟਲ ਖੋਲੇ ਨੂੰ, ਕਿਸੇ ਨੇ ਅੱਜ ਤੱਕ ਸਾਡੇ ਕੋਲ ਰਾਹ ਨਹੀਂ ਪੁੱਛਿਆ, ਤੁਸੀਂ ਸਿੱਧਾ ਆ ਕੇ ਕਮਰਾ ਪੁੱਛ ਲਿਆ। ਚਲੋ ਜੋ ਵੀ ਹੈ ਮੈਡਮ ਜੀ, ਗਾਹਕ ਰੱਬ ਦਾ ਰੂਪ ਹੁੰਦਾ, ਤੁਹਾਡੇ ਪੈਰ ਕਿੱਥੇ? ਇੰਨੇ ਛੋਟੇ ਪੈਰ, ਛੋਟੀ ਭੈਣ ਦੇ ਲਿਆਇਓ ਕਾਲੀ ਕਾਲੀ ਜੀ। ਬਦਤਮੀਜ਼ ਨਾ ਹੋਏ ਤਾਂ। ਓਹੋ ਮੈਡਮ ਜੀ, ਸਾਨੂੰ ਤਾਂ ਯਕੀਨ ਹੀ ਨਹੀਂ ਹੋਣ ਡਿਆ ਕਿ ਤੁਸੀਂ ਸੱਚੀ ਮੁੱਚੀ ਸਾਡੇ ਕੋਲ ਕਮਰਾ ਲੈਣ ਵਾਸਤੇ ਆਏ ਹੋ। ਮੇਰੀ ਗੱਲ ਤੇ ਚੁੰਮੀ ਲਿਓ ਭਲਾ ਇੱਕ। ਕੀ ਕਿਹਾ? ਉਹ ਮੇਰੇ ਕਹਿੰਦਾ ਮਤਲਬ ਚੁੰਡੀ ਮਾਰਿਓ ਇੱਕ। ਮੈਂ ਕਿਤੇ ਸੁਪਨਾ ਤਾਂ ਨਹੀਂ ਲੈਣ ਡਿਆ। ਤੁਹਾਡਾ ਹੋਟਲ ਚੱਲਦਾ ਨਹੀਂ? ਮੈਡਮ ਇਹਦੇ ਟਾਇਰ ਪਾਟੇ ਜੀ। ਮੇਰਾ ਮਤਲਬ ਹੈ ਜੀ ਬੰਦ ਗਲੀ 'ਚ ਹੋਟਲ ਖੋਲ ਲਿਆ ਜੀ, ਛਾਪਾ ਪੈ ਜਿਵੇਂ ਭੱਜਣ ਨੂੰ ਰਾਹ ਨਹੀਂ ਲੱਭਦਾ, ਆਉਣਾ ਕਿੰਨੇ ਇੱਥੇ ਜੀ ਦੱਸੋ ਤੁਸੀਂ। ਚਲੋ ਛੱਡੋ ਹੁਣ, ਇਹ ਦੱਸੋ ਫੈਸਿਲਿਟੀਆਂ ਕੀ ਕੀ ਨੇ? ਉਹ ਫੈਸਿਲਿਟੀਆਂ ਮੈਡਮ ਜੀ, ਏਸੀ, ਫ੍ਰਿਜ, ਲਿਫਟ, ਸਰਾਣੇ, ਗੱਦੇ, ਰਜਾਈਆਂ, ਬੈੱਡ, ਕੁਰਸੀਆਂ, ਸੋਫੇ, ਸਬਜ਼ੀਆਂ, ਡਿਨਰ, ਲੰਚ, ਬ੍ਰੇਕਫਾਸਟ, ਫਲਾਵਰ, ਟੀਵੀ, ਕੇਬਲ। ਇੰਨੀਆਂ ਫੈਸਿਲਿਟੀਆਂ? ਨਹੀਂ ਇਹਨਾਂ ਵਿੱਚੋਂ ਕੁਝ ਨਹੀਂ ਹੈਗਾ। ਇਸ ਤੋਂ ਇਲਾਵਾ ਕੁਝ ਚਾਹੀਦਾ ਤੇ ਹੁਣੇ ਮੰਗਵਾ ਦੇਣੇ ਵਿਚਾਰੂ। ਏਸੀ ਤੇ ਹੈਗਾ ਨਾ? ਏਸੀ ਮੈਡਮ ਜੀ, ਕੜਾਕੇ ਦੀ ਠੰਡ ਪੈਣ ਡਈ ਹੈ, ਏਸੀ ਚਲਾਓਗੇ ਤੇ ਬਿਮਾਰ ਹੋ ਜਾਓਗੇ ਤੇ ਘਰ ਵਾਲਿਆਂ ਦੇ ਆਪੇ ਸ਼ੱਕ ਕਰਨਾ ਕਿ ਬਾਹਰ ਕਿੱਥੇ ਏਸੀ 'ਚ ਰਹਿ ਕੇ ਆਈਏ। ਗੀਜ਼ਰ ਤੇ ਹੋਏਗਾ? ਓਹੋ ਮੈਡਮ ਜੀ, ਗੀਜ਼ਰ ਨੂੰ ਕੀ ਕਰਨਾ ਆ? ਗੀਜ਼ਰ ਤੇ ਪਾਣੀ ਨਾਲ ਨਹਾਓਗੇ, ਬਾਹਰ ਆਓਗੇ, ਗਰਮ ਸਰਦ ਹੋ ਜਾਣਾ, ਬਿਮਾਰ ਪੈ ਗਏ, ਘਰ ਵਾਲੇ ਨੇ ਤਾਂ ਆਪੇ ਸ਼ੱਕ ਕਰਨਾ ਬਾਹਰ ਕਿਸੇ ਹੋਰ ਨਾ ਰਹਿ ਕੇ ਆਏ ਹੋ। ਲੋ ਮੈਡਮ ਜੀ, ਗੀਜ਼ਰ ਨੂੰ ਕੀ ਕਰਨਾ, ਤੁਸੀਂ ਮੂੰਹ ਤੇ 4 ਛਿੱਟੇ ਮਾਰੋ, ਕਿਸੇ ਨੂੰ ਪਤਾ ਹੀ ਨਹੀਂ ਲੱਗਣਾ। ਹਾਂਜੀ ਏਦਾਂ ਕਿੱਦਾਂ ਨਹੀਂ ਪਤਾ ਲੱਗਦਾ? ਲੋ ਇਹਦੇ ਵੱਲ ਦੇਖ ਲਓ, 20 ਦਿਨ ਹੋ ਗਏ ਨਾਤੇ ਨੂੰ, ਤੁਹਾਨੂੰ ਪਤਾ ਲੱਗਿਆ? ਕੀ ਇਹ 20 ਦਿਨ ਤੋਂ ਨਹੀਂ ਆਇਆ? ਤੇ ਜਿਹਦੇ ਵੱਲ ਗਏ ਉਹ 25 ਦਿਨ ਤੋਂ ਨਹੀਂ ਨਹਾਤਾ। ਦੇ ਲੋ। ਚਲੋ ਛੱਡੋ ਹੁਣ, ਇਹ ਦੱਸੋ ਨੈਟ ਹੈ ਕਿ ਨਹੀਂ? ਉਹ ਮੈਡਮ ਜੀ, ਨੈਟ ਕੀ ਕਰਨਾ, ਬਾਥਰੂਮ ਨੂੰ ਦਰਵਾਜ਼ੇ ਲੱਗੇ ਤੇ ਹੋਏ ਆ। ਹਾਂਜੀ ਮੈਂ ਉਹ ਨੈਟ ਨਹੀਂ ਕਹਿ ਰਹੀ, ਮੈਂ ਇੰਟਰਨੈਟ ਕਹਿ ਰਹੀ ਹਾਂ। ਅੱਛਾ ਇੰਟਰਨੈਟ ਚਾਹੀਦਾ, ਕੋਈ ਨਾ ਮੈਂ ਹੁਣੀ ਲਿਆਂਦਾ। ਵੈਸੇ ਕਹਿੰਦੇ ਕਿਹਨੂੰ ਇੰਟਰਨੈਟ? ਵਾਈਫਾਈ ਨਹੀਂ ਲੱਗਿਆ ਇੱਥੇ? ਉਹ ਮੈਡਮ ਜੀ, ਲੋਕੀ ਕੁੰਡੀਆਂ ਬਹੁਤ ਪਾਉਂਦੇ ਨੇ, ਅਸੀਂ ਪਟਾ ਕੇ ਪਰਾਂ ਮਾਰਿਆ। ਮੈਂ ਕੇਬਲ ਦੀ ਗੱਲ ਨਹੀਂ ਕੀਤੀ, ਵਾਈਫਾਈ ਦੀ ਗੱਲ ਕੀਤੀ ਹੈ। ਮੈਡਮ ਜੀ ਉਹਨਾਂ ਨੇ ਵੀ ਕੇਬਲ ਦੀ ਗੱਲ ਨਹੀਂ ਕੀਤੀ, ਬਿਜਲੀ ਦੀ ਗੱਲ ਕੀਤੀ, ਕਟਾਤੀ ਹੈ। ਬਿਜਲੀ ਵੀ ਨਹੀਂ ਹੈਗੀ? ਉਹ ਮੈਡਮ ਜੀ, ਦੱਸਿਆ ਤਾਂ ਹੈਗਾ, ਲੋਕੀ ਕੁੰਡੀਆਂ ਬਹੁਤ ਪਾਉਂਦੇ ਨੇ। ਲੋਕਾਂ ਨੂੰ ਪਾਣ ਦਿਆ ਕੁੰਡੀਆਂ, ਤੁਸੀਂ ਤੇ ਬਿਜਲੀ ਨਾ ਕਟਵਾਓ। ਓਹੋ ਮੈਡਮ ਜੀ, ਅਸੀਂ ਵੀ ਤੇ ਲੋਕਾਂ ਚਾਹੁੰਦੇ ਆ, ਅਸੀਂ ਵੀ ਕੁੰਡੀਆਂ ਪਾਈਆਂ ਹੋਈਆਂ, ਇੱਥੇ ਪੂਰੀ ਬਿਜਲੀ ਆ ਰਹੀ ਹੈ। ਆਪੇ ਨਹੀਂ ਪੈਂਦੇ? ਮੈਡਮ ਜੀ ਟੈਨਸ਼ਨ ਨਾ ਲਓ, ਬਾਏ ਚਾਹ ਛਾਪਾ ਪੈ ਗਿਆ, ਆਪਾਂ ਕਿਹੜਾ ਆਪਾਂ ਦੋਨੋਂ ਭੈਣ ਭਰਾ ਆ। ਆਹ ਤੇ ਮੈਂ ਕਹਿਣਾ ਮੇਰਾ ਸਾਲਾ। ਮੈਂ ਦੂਜੇ ਛਾਪੇ ਦੀ ਗੱਲ ਕੀਤੀ ਹੈ। ਓਹ ਮੈਡਮ ਜੀ, ਅਸੀਂ ਵੀ ਦੂਜੇ ਛਾਪੇ ਦੀ ਗੱਲ ਕੀਤੀ ਹੈ। ਮੈਨੂੰ ਤਾਂ ਲੱਗਦਾ ਤੁਹਾਡੀ ਸੋਚ ਹੀ ਗੰਦੀ ਹੈ, ਐਸੇ ਕਰਕੇ ਤੁਹਾਡੇ ਘਰ ਵਾਲੇ ਨੇ ਤੁਹਾਡੇ ਤੇ ਸ਼ੱਕ ਕੀਤਾ, ਤੁਹਾਨੂੰ ਘਰੋਂ ਬਾਹਰ ਕੱਢਤਾ। ਹਾਂਜੀ ਇਹ
ਸਭ ਕੁਝ ਛੱਡੋ, ਇੰਨਾ ਦੱਸੋ ਕਿ ਪਾਣੀ ਤੇ ਟਾਈਮ ਸਿਰ ਆਂਦਾ ਇੱਥੇ? ਆ ਮੈਡਮ ਜੀ ਉਹ ਕਿਹੜੀ ਗੱਲ ਕੀਤੀ? ਉਹ ਤੇ ਜਦੋਂ ਤੁਸੀਂ ਐਂਟਰ ਕੀਤਾ ਹੀ ਸੀ ਤੁਹਾਡੇ ਮੂੰਹ 'ਚ ਉਦੋਂ ਹੀ ਪਾਣੀ ਆ ਗਿਆ ਸੀ। ਕੀ ਮਤਲਬ? ਉਹ ਮਤਲਬ ਨੂੰ ਛੱਡੋ ਮੈਡਮ ਜੀ, ਛੱਤਾਂ ਤਾਂ ਚੋਂਦੀਆਂ ਨੇ, ਸਾਡੀਆਂ ਤਾਂ ਕੰਧਾਂ 'ਚ ਵੀ ਸਲਾਬਾ ਆਇਆ ਪਿਆ। 8 ਮਹੀਨੇ ਤੋਂ ਇਹ ਲਾਂਤੀ ਜੀ ਦੀ ਸ਼ਕਲ ਨੂੰ ਵੇਖ ਕੇ ਕੋਈ ਗਾਹਕ ਨਹੀਂ ਬੜਿਆ। ਅਸੀਂ ਤਾਂ ਸ਼ਰਮ ਨਾਲ ਉਂਝ ਪਾਣੀ ਹੋਣ ਡਏ ਆ। ਹੋਰ ਤਾਂ ਹੋਰ ਮੈਡਮ ਜੀ, ਬਾਹਰ ਗੱਟਰ ਖੁੱਲ ਜਵੇ ਨਾ ਤੇ ਮੇਰੇ ਮੋਢਿਆਂ ਤੋਂ ਤੇ ਤੁਹਾਡੇ ਮੋਢਿਆਂ ਤੱਕ ਪਾਣੀ ਹੋ ਜਾਣਾ ਇੱਥੇ। ਟੋਟਲ ਤੁਹਾਡੇ ਚ ਕੱਖ ਨਹੀਂ ਹੈਗਾ ਤੇ ਫਿਰ 1500 ਕਿਸ ਗੱਲ ਦੇ ਮੰਗ ਰਹੇ ਹੋ? ਉਹ ਮੈਡਮ ਜੀ ਲੋਕਾਂ ਦੀਆਂ ਡਿਮਾਂਡਾਂ ਹੀ ਬਹੁਤ ਵੱਧ ਗਈਆਂ ਨੇ। ਇੰਨੀਆਂ ਡਿਮਾਂਡਾਂ ਪੂਰੀਆਂ ਕਰਨ ਵਾਸਤੇ ਹੁਣ ਤੂੰ ਲੋਕਾਂ ਤੋਂ 1500 ਰੁਪਏ ਲਵਾਂਗੇ ਤਾਂ ਹੀ ਤਾਂ 2 ਸਾਲ ਤੱਕ ਓਕੇ ਰਿਪੋਰਟ ਹੋਏਗੀ। ਪਲੀਜ਼ ਮੈਨੂੰ ਕਮਰਾ ਦੇ ਦਿਓ, ਮੈਂ ਰੈਸਟ ਕਰਨੀ ਹੈ। ਮੈਡਮ ਜੀ ਕਮਰਾ ਤਾਂ ਤੁਹਾਨੂੰ ਦੇ ਦਈਏ ਜੀ, ਇੱਕ ਨਿੱਕੀ ਜੀ ਪ੍ਰੋਬਲਮ ਆ ਜੀ ਬਸ ਜੀ। ਐਕਚੁਅਲੀ ਗੱਲ ਇਹ ਤਾਂ ਮੈਡਮ ਜੀ ਸਾਡੇ ਜਿਹੜੇ ਸਾਰੇ ਕਮਰੇ ਹੈਗੇ ਨਾ ਉਹਨਾਂ ਦੀ ਛੱਤਾਂ ਪੈਣ ਵਾਲੀਆਂ ਆ। ਨਾਲ ਦੇ ਹੋਟਲ ਦੇ ਸਾਰੇ ਕਮਰੇ ਆਲਰੇਡੀ ਬੁੱਕ ਆ। ਇੱਕੋ ਕਮਰਾ ਸਾਡੇ ਕੋਲ ਹੈਗਾ ਸੀ, ਉਹ ਤੁਹਾਡੇ ਹਸਬੰਡ ਨੇ ਆਲਰੇਡੀ ਬੁੱਕ ਕਰਾਇਆ ਹੋਇਆ। ਰਾਤੀ 1:30 ਵਜੇ ਤੋਂ ਬਾਅਦ ਉਹਨਾਂ ਨੇ ਕੱਲਿਆਂ ਨੇ ਹੋਣਾ, ਉਸ ਤੋਂ ਬਾਅਦ ਤੁਸੀਂ ਨਾਲ ਜੁਆਇਨ ਕਰ ਲਿਓ। ਮੇਰੇ ਹਸਬੰਡ ਇਸੇ ਹੋਟਲ ਦੇ ਵਿੱਚ 1:30 ਵਜੇ ਤੱਕ ਕਿਹਦੇ ਨਾਲ ਨੇ? ਓਹੋ ਮੈਡਮ ਜੀ ਤੁਸੀਂ ਟੈਨਸ਼ਨ ਕਾਹਦੀ ਲੈਂਦੇ ਹੋ? ਮੇਰਾ ਛੋਟਾ ਭਰਾ ਇੱਕ ਨੰਬਰ ਦਾ ਵਕੀਲ ਹੈ ਜੀ। ਉਹਨਾਂ ਨੇ ਤੁਹਾਡਾ ਚੁਟਕੀ 'ਚ ਤਲਾਕ ਕਰਾ ਦੇਣਾ। ਤੁਸੀਂ ਸੇਵਾ ਦਾ ਮੌਕਾ ਤਾਂ ਦੇ ਕੇ ਦੇਖੋ। ਕੀ? ਨਮਸਤੇ ਜੀ। ਨਮਸਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਲਾਇਸੈਂਸ ਬਣਾਉਣਾ ਸੀ ਜੀ। ਬੈਠੋ। ਹਾਂਜੀ ਦੱਸੋ। ਤੁਸੀਂ ਦੱਸੋ। ਮੈਂ ਕੀ ਦੱਸਾਂ? ਆਪਣਾ ਨਾਂ ਦੱਸੋ। ਸਵੀਟੀ। ਵੀਰੇ ਬਸ ਕੰਟਰੋਲ ਨਹੀਂ ਹੁੰਦਾ ਪਿਆ ਮੇਰੇ ਕੋ। ਤੁਹਾਡੇ ਘਰੇ ਕੌਣ ਹੈ ਜੀ? ਮੈਂ, ਮੇਰੇ ਮੰਮੀ ਡੈਡੀ ਤੇ ਮੇਰਾ ਛੋਟਾ ਭਰਾ। ਤੇ ਘਰ ਕਿੱਥੇ ਤੁਹਾਡਾ? ਤੁਸੀਂ ਇਹ ਸਭ ਕਿਉਂ ਪੁੱਛ ਰਹੇ ਹੋ? ਵੈਸੇ ਜੀ ਜਾਣ ਪਛਾਣ ਵਧਾਉਣ ਲਈ ਸਿਆਣੇ ਕਹਿੰਦੇ ਨੇ ਨਾ, ਜੇ ਸਰਕਾਰੀ ਦਫ਼ਤਰ 'ਚ ਕੰਮ ਕਢਾਉਣਾ ਹੋਵੇ ਨਾ ਤੇ ਜਾਣ ਪਛਾਣ ਹੋਣੀ ਬਹੁਤ ਜ਼ਰੂਰੀ ਹੈ। ਉਹ ਸਭ ਠੀਕ ਹੈ, ਤੁਸੀਂ ਪੈਸੇ ਇੱਥੇ ਜਮ੍ਹਾਂ ਕਰਵਾਓ ਤੇ ਫਾਰਮ ਫਿਲ ਕਰਕੇ ਕਾਊਂਟਰ ਨੰਬਰ 4 ਤੇ ਦੇ ਕੇ ਆਓ। ਹੁਣ ਜਾਣ ਪਛਾਣ ਦੇ ਬੰਦਿਆਂ ਕੋਲੋਂ ਪੈਸੇ ਲੈਂਦੇ ਚੰਗੇ ਲੱਗੋਗੇ ਤੁਸੀਂ? ਉਹ ਹੈਲੋ। ਅਸੀਂ ਸਾਹਮਣੇ ਬੈਠੇ ਆ, ਅਸੀਂ ਕਿਹੜਾ ਫੋਨ ਤੇ ਗੱਲ ਕਰਨੇ ਪਏ ਆ? ਤੁਸੀਂ ਹੱਲੋ ਕਹੀ ਜਾਂਦੇ ਹੋ। ਹਾਏ ਹਾਏ, ਪਤਾ ਨਹੀਂ ਕਿੰਨਾ ਪਾਗਲਾਂ ਨਾਲ ਵਾਹ ਪੈ ਗਿਆ ਮੇਰਾ। ਸਵੇਰੇ ਪਤਾ ਨਹੀਂ ਕਿਹਦੀ ਸ਼ਕਲ ਦੇਖ ਕੇ ਉੱਠੀ ਸੀ। ਜੇ ਆਪਣੇ ਘਰ ਹੋਏ ਤਾਂ ਆਪਣੇ ਘਰ ਜਿਹੜਾ ਦੇਖਿਆ ਹੋਊਗਾ, ਜੇ ਬਾਹਰ ਹੋਏ ਤਾਂ ਫੇਰ ਅਸੀਂ ਕੀ ਕਹਿ ਸਕਦੇ ਆ? ਕਿਉਂ ਜੀ? ਹਾਂਜੀ ਫਾਲਤੂ ਨਾ ਬਕਵਾਸ ਨਾ ਕਰੋ ਤੇ ਕੰਮ ਦੱਸੋ ਕੀ ਹੈ। ਇਹ ਛੋਟੇ ਦਾ ਲਾਇਸੈਂਸ ਬਣਵਾਉਣਾ ਸੀ ਜੀ। ਲਿਆਓ ਆਪਣੇ ਡਾਕੂਮੈਂਟ ਦਿਓ ਮੈਨੂੰ। ਨਹੀਂ ਇਹ ਭਾਈ ਸਾਹਿਬ ਵੱਡੇ ਨੇ, ਮੈਂ ਛੋਟਾ ਵਾਂ। ਤਾਂ ਫਿਰ ਪਹਿਲਾਂ ਇਹਨਾਂ ਦਾ ਬਣਵਾਓ ਨਾ। ਨਹੀਂ ਮੇਰਾ ਨਹੀਂ ਬਣ ਸਕਦਾ ਲਾਇਸੈਂਸ ਜੀ। ਐਕਚੁਅਲੀ ਸਕੂਟਰ ਤੇ ਮੇਰੇ ਪੈਰ ਨਹੀਂ ਥੱਲੇ ਲੱਗਦੇ ਤੇ ਜੇ ਮੈਂ ਗੱਡੀ ਚਲਾਵਾਂ ਮੈਨੂੰ ਥੱਲੇ ਜਾ ਕੇ ਹੱਥ ਨਾਲ ਬ੍ਰੇਕ ਲਾਣੀ ਪੈਂਦੀ ਹੈ। ਇਸੇ ਕਰਕੇ ਤੇ ਭਾਈ ਸਾਹਿਬ ਦਾ ਵਿਆਹ ਨਹੀਂ ਹੁੰਦਾ ਪਿਆ। ਤੇ ਕੁੜੀ ਵਾਲੇ ਕਹਿੰਦੇ ਅਸੀਂ ਦੌਰ 'ਚ ਗੱਡੀ ਦੇਣੀ ਹੈ ਤੇ ਮਹੱਲੇ ਵਾਲਿਆਂ ਨੇ ਡਰ ਜਾਣਾ ਕਿ ਬਿਨਾਂ ਡਰਾਈਵਰ ਤੋਂ ਗੱਡੀ ਕਿਵੇਂ ਚੱਲੀ ਜਾਂਦੀ ਹੈ। ਵੈਸੇ ਗੁੱਸਾ ਨਾ ਕਰਿਓ ਜੀ, ਵੇਖਣ ਨੂੰ ਤੁਸੀਂ ਵੱਡੇ ਲੱਗਦੇ ਹੋ ਤੇ ਇਹ ਛੋਟੇ ਲੱਗਦੇ ਨੇ। ਤੇ ਤੁਸੀਂ ਵੀ ਗੁੱਸਾ ਨਾ ਕਰਿਓ, ਵੇਖਣ ਨੂੰ ਤੁਸੀਂ ਭਾਬੀ ਜੀ ਲੱਗ ਰਹੇ ਹੋ। ਕੀ ਕਿਹਾ? ਮੇਰਾ ਮਤਲਬ ਇਹਨਾਂ ਦੀ ਭਾਬੀ ਜੀ ਮੇਰੇ ਮਿਸਿਸ। ਭਾਬੀ ਹੋਣੀ ਤੁਹਾਡੀ ਮਾਂ। ਮੈਨੂੰ ਲੱਗਦਾ ਤੁਹਾਡੀ ਜਨਰਲ ਨੌਲੇਜ ਥੋੜੀ ਖਰਾਬ ਆ। ਸਾਡੀ ਮੰਮੀ ਤਾਂ ਸਾਡੇ ਚਾਚਾ ਜੀ ਦੀ ਭਾਬੀ ਹੋਈ ਨਾ, ਤੇ ਚਾਚਾ ਸਾਡਾ ਕੋਈ ਹੈ ਨਹੀਂ। ਤੇ ਜਦ ਤੱਕ ਤੁਸੀਂ ਨਹੀਂ ਮੰਨਣਾ ਤੇ ਉਦ ਤੱਕ ਮੈਂ ਚਾਚਾ ਨਹੀਂ ਬਣਨਾ। ਸ਼ਟ ਅਪ। ਛੱਡੋ ਜੀ, ਤੇ ਛੋਟੇ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰੀਦਾ। ਤੁਸੀਂ ਲਾਇਸੈਂਸ ਬਣਾਓ ਜੀ ਬਸ। ਲਾਇਸੈਂਸ ਬਣਵਾਉਣ ਲਈ ਸਭ ਤੋਂ ਪਹਿਲਾਂ ਨਜ਼ਰ ਚੈੱਕ ਹੋਵੇਗੀ। ਫਿਰ ਇਹਨਾਂ ਦੀ ਕਰ ਦੋ, ਮੇਰੀ ਨਜ਼ਰ ਥੋੜੀ ਗੰਦੀ ਹੈ। ਕੀ? ਉਹ ਠੰਡ ਬੜੀ ਹੈ ਨਾ, ਮੂੰਹ ਨਹੀਂ ਧੋਕਿਆ, ਅੱਖਾਂ 'ਚ ਮਨ ਪੱਕੀ ਗਿੱਦ ਜੰਮੀ ਹੈ। ਜਦੋਂ ਤੁਸੀਂ ਬਲੱਡ ਟੈਸਟ ਕਰਵਾ ਕੇ ਆਓ ਪਹਿਲਾਂ। ਖੂਨ ਤਾਂ ਸਾਡੇ 'ਚ ਹੈ ਹੀ ਨਹੀਂ ਜੀ। ਐਕਚੁਅਲੀ ਅਸੀਂ ਆਪਣੀ ਮੰਮੀ ਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਲੋਕੀ ਸਾਰੇ ਕਹਿੰਦੇ ਆ ਤੁਹਾਡਾ ਖੂਨ ਤਾਂ ਪਾਣੀ ਹੋ ਗਿਆ। ਵੈਸੇ ਵੀ ਜੇ ਖੂਨ ਚੈੱਕ ਕਰਨਾ ਤੇ ਜਾ ਕੇ ਸਾਡੇ ਚਾਚਾ ਜੀ ਦਾ ਕਰ ਲਓ, ਇੱਕੋ ਹੀ ਗੱਲ ਆ। ਕਿਉਂਕਿ ਅਸੀਂ ਜਦੋਂ ਉਹਨਾਂ ਕੋਲੋਂ ਪੈਸੇ ਮੰਗਦੇ ਆ ਤੇ ਉਹ ਸਾਨੂੰ ਗਾਲਾਂ ਕੱਢਦੇ ਆ। ਇਹਨਾਂ ਕੰਜਰਾਂ ਨੇ ਤਾਂ ਮੇਰੇ ਖੂਨ ਚੂਸ ਲਿਆ। ਤੁਸੀਂ ਤਾਂ ਕਹਿੰਦੇ ਸੀ ਤੁਹਾਡੇ ਚਾਚਾ ਜੀ ਹੈ ਹੀ ਨਹੀਂ। ਹਾਂਜੀ ਹਾਂਜੀ, ਆਪਣੇ ਮੰਮੀ ਜੀ ਦੇ ਹਸਬੰਡ ਨੂੰ ਅਸੀਂ ਚਾਚਾ ਵੀ ਕਹਿੰਦੇ ਆ। ਉਹ ਕਿਉਂ? ਦੱਸਿਆ ਤੇ ਹੈ ਸਾਡੇ ਕੋਲ ਚਾਚਾ ਹੈ ਹੀ ਨਹੀਂ। ਤੁਸੀਂ ਆਪਣੇ ਡੈਡੀ ਨੂੰ ਚਾਚਾ ਕਹਿੰਦੇ ਹੋ ਤੇ ਉਹ ਫਿਰ ਵੀ ਤੁਹਾਨੂੰ ਪੈਸੇ ਦੇ ਦਿੰਦੇ ਆ। ਉਹ ਕਿੱਦਾਂ? ਇਸੇ ਕਰਕੇ ਤੇ ਦੇਈ ਜਾਂਦੇ ਨੇ ਕਿ ਕੰਜਰ ਕਦੀ ਤੇ ਡੈਡੀ ਕਹਿਣਗੇ। ਇਹ ਦੱਸੋ ਤੁਹਾਨੂੰ ਡਰਾਈਵਿੰਗ ਆਉਂਦੀ ਹੈ? ਹਾਂਜੀ ਸਵੇਰੇ ਸਵੇਰੇ ਸਾਈਕਲ ਤੇ ਜਾ ਕੇ ਬਹੁਤ ਸਾਰੀ ਕਰਕੇ ਆਈ ਦੀ ਹੈ ਜੀ। ਸਾਈਕਲ ਲਈ ਤਾਂ ਲਾਇਸੈਂਸ ਦੀ ਲੋੜ ਨਹੀਂ। ਹਾਂਜੀ ਇਸੇ ਕਰਕੇ ਤਾਂ ਤੁਹਾਡੇ ਕੋਲ ਆਏ ਆ। ਕਈ ਵਾਰੀ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹੈ ਨਾ ਤੇ ਸਾਈਕਲ ਤੇ ਸਰਦਾ ਨਹੀਂ, ਮੋਟਰਸਾਈਕਲ ਤੇ ਜਾਣਾ ਪੈਂਦਾ ਨਾ। ਉਹ ਤੇ ਹੈ, ਪਰ ਇਹ ਦੱਸੋ ਕਿ ਤੁਹਾਨੂੰ ਟ੍ਰੈਫਿਕ ਰੂਲ ਬਾਰੇ ਕਿੰਨਾ ਕੁ ਪਤਾ ਹੈ? ਹਾਂਜੀ ਬਿਲਕੁਲ ਪਤਾ ਹੈ ਜੀ। ਆ ਕੁਝ ਦਿਨ ਪਹਿਲਾਂ ਦੀ ਗੱਲ ਹੈ ਜੀ, ਅਸੀਂ ਜਾਂਦੇ ਪਏ ਸੀ, ਅੱਗੇ ਲਾਈਟਾਂ ਆ ਗਈਆਂ। ਭਾਜੀ ਨੇ ਮੈਨੂੰ ਬਿਠਾ ਲਿਆ, ਕਹਿੰਦਾ ਦੇਖ ਲਾਲ ਬੱਤੀ ਹੈ ਨਾ। ਮੈਂ ਕਿਹਾ ਹਾਂਜੀ। ਕਹਿੰਦਾ ਹੁਣੇ ਹਰੀ ਹੋ ਜਾਣੀ ਹੈ। ਸਹੁੰ ਵਾਲੀ ਗੱਲ ਹੈ ਜੀ, ਹਰੀ ਹੋ ਗਈ ਜੀ। ਨਹੀਂ ਮਤਲਬ ਜੇ ਲਾਲ ਬੱਤੀ ਹੋਏ ਤਾਂ ਫਿਰ ਕੀ ਕਰੀਏ? ਤੁਰ ਪੋ। ਹਰੀ ਤੇ ਤੁਰੀ ਜਾਂਦਾ ਹੈ। ਨਹੀਂ ਪਤਾ ਸਾਨੂੰ ਵੀ ਆ। ਐਕਚੁਅਲੀ ਗੱਲ ਇਹ ਹੈ ਨਾ ਕਿ ਅੱਜ ਕੱਲ੍ਹ ਨਾ ਪੁਲਿਸ 'ਚ ਬਹੁਤ ਸੋਹਣੀਆਂ ਕੁੜੀਆਂ ਭਰਤੀ ਕੀਤੀਆਂ ਹੋਈਆਂ। ਉਹ ਫੜਨ ਤੱਕ ਨਜ਼ਾਰੇ ਲੈ ਜਾਂਦਾ ਕਿਉਂ ਨਹੀਂ? ਹਾਂਜੀ ਓਹੋ, ਜ਼ੈਬਰਾ ਲਾਈਨ ਬਾਰੇ ਪਤਾ ਹੈ ਕੁਝ? ਹਾਂਜੀ ਬਿਲਕੁਲ ਪਤਾ ਹੈ ਜੀ। ਜੇ ਜੈਬਰਾ ਲਾਈਨ ਹੋਵੇ ਤੇ ਜੈਬਰਾ, ਨਹੀਂ ਤਾਂ ਘੋੜਾ। ਨਹੀਂ
ਸਾਰੀ ਗੱਲਾਂ ਛੱਡੋ ਮੈਡਮ ਜੀ, ਤੁਸੀਂ ਫਟਾਫਟ ਸਾਡਾ ਲਾਇਸੈਂਸ ਬਣਾ ਕੇ ਦਿਓ, ਅਸੀਂ ਜਾਣਾ ਵੀ ਹੈਗਾ ਆ। ਐਕਸਕਿਊਜ਼ ਮੀ, ਲਾਇਸੈਂਸ ਬਣਨ ਲਈ ਟਾਈਮ ਲੱਗਦਾ ਹੈ, ਐਨੀ ਛੇਤੀ ਲਾਇਸੈਂਸ ਨਹੀਂ ਬਣਦਾ। ਬਿਲਕੁਲ ਪਤਾ ਹੈ ਜੀ, ਇਸੇ ਕਰਕੇ ਤੇ ਅਸੀਂ ਰੋਟੀ ਵਾਲਾ ਡੱਬਾ ਨਾਲ ਲੈ ਕੇ ਆਏ ਹਾਂ ਜੀ। ਟਾਈਮ ਮਤਲਬ 15 ਦਿਨ ਤਾਂ ਲਰਨਿੰਗ ਲਾਇਸੈਂਸ ਬਣਨ ਨੂੰ ਲੱਗ ਜਾਂਦੇ ਨੇ। 15 ਦਿਨ ਤੇ ਨਹੀਂ ਨਿਕਲਦੀ ਇੰਨੀ ਕੁ ਰੋਟੀ ਨਾਲ, ਕਿਉਂ ਜੀ? ਹਾਂਜੀ, ਨਾਲੇ ਲਰਨਿੰਗ ਦਾ ਮਤਲਬ ਕੀ 15 ਦਿਨ ਲਾਇਸੈਂਸ ਨੂੰ ਫੜ ਕੇ ਪੜੀ ਜਾਈਏ? ਲਰਨਿੰਗ ਲਾਇਸੈਂਸ ਮਤਲਬ ਜਦੋਂ ਤੱਕ ਤੁਸੀਂ ਗੱਡੀ ਸਿੱਖ ਰਹੇ ਹੋ, ਤੇ ਪੱਕਾ ਲਾਇਸੈਂਸ 9 ਮਹੀਨੇ ਬਾਅਦ ਮਿਲਦਾ ਹੈ। ਮੈਨੂੰ ਲੱਗਦਾ ਤੁਹਾਨੂੰ ਭੁਲੇਖਾ ਲੱਗਿਆ ਹੈ। ਮੇਰੇ ਹਿਸਾਬ ਨਾਲ ਤਾਂ 6 ਮਹੀਨੇ 'ਚ ਪੱਕਾ ਹੋ ਜਾਂਦਾ ਹੈ, 9 ਮਹੀਨੇ 'ਚ ਤਾਂ ਡਿਲੀਵਰੀ ਹੋ ਜਾਂਦੀ ਹੈ। ਕਿਉਂ ਭਾਜੀ? ਇਹਨੂੰ ਜ਼ਿਆਦਾ ਪਤਾ ਹੈ, ਜਿਹੜੀ ਡਿਲੀਵਰੀ ਹੁੰਦੀ ਨਾ ਅੱਜ ਕੱਲ 6 ਮਹੀਨੇ ਹੋ ਜਾਂਦੀ ਆ, ਇਸ ਕਰਕੇ ਲਾਇਸੈਂਸ ਨੂੰ 9 ਮਹੀਨੇ ਲੱਗ ਜਾਂਦੇ ਆ। ਕਿਉਂ ਜੀ? ਨਹੀਂ ਜੀ, ਉਹਦੇ ਵਾਸਤੇ ਤਾਂ ਪਹਿਲਾਂ ਟੈਸਟ ਦੇਣਾ ਪਏਗਾ। ਹੁਣ ਮੈਡਮ ਜੀ ਇਸ ਉਮਰ 'ਚ ਟੈਸਟ ਦਿੰਦੇ ਚੰਗੇ ਲੱਗਦੇ ਆ? ਤੁਸੀਂ ਸਿੱਧਾ ਪੇਪਰ ਹੀ ਕਰਾਓ ਨਾ। ਉਹ ਟੈਸਟ ਦਾ ਮਤਲਬ ਗੱਡੀ ਚਲਾ ਕੇ ਦਿਖਾਣੀ ਪਏਗੀ, ਪਤਾ ਤਾਂ ਲੱਗੇ ਤੁਹਾਨੂੰ ਗੱਡੀ ਆਉਂਦੀ ਵੀ ਹੈ ਕਿ ਨਹੀਂ। ਲੈ ਗੱਡੀ ਦੀ ਕੀ ਗੱਲ ਕਰਦੇ ਹੋ ਜੀ? 40 ਸਾਲ ਦਾ ਮੈਂ ਹੋ ਗਿਆ, 30 ਸਾਲ ਦੇ ਇਹ ਹੋ ਗਏ, ਕੰਮ ਕਰ ਅਸੀਂ ਕੋਈ ਕਰਦੀ ਨਹੀਂ, ਗੱਡੀ ਚੱਲੀ ਜਾਂਦੀ ਹੈ ਜੀ। ਕਿਉਂ ਜੀ? ਹਾਂਜੀ। ਗੱਡੀ ਮਤਲਬ ਕਾਰ ਚਲਾ ਕੇ ਦੇਖਾਂਗੇ। ਲਓ ਜੀ, ਉਹ ਤਾਂ ਸਾਨੂੰ ਚਲਾਣੀ ਆਉਂਦੀ ਹੈ। ਹਲੇ ਪਿਛਲੇ ਹਫਤੇ ਦੀ ਗੱਲ ਹੈ ਜੀ, ਅਸੀਂ ਗੱਡੀ ਚਲਾ ਕੇ ਲੁਧਿਆਣੇ ਚਲੇ ਗਏ। ਉੱਥੇ ਪਤਾ ਨਹੀਂ ਪੁਲਿਸ ਦੇ ਦਿਮਾਗ 'ਚ ਕੀ ਆਈ, ਸਾਡਾ ਕਟਾਪਾ ਲਾਣਾ ਸ਼ੁਰੂ ਕਰ ਦਿੱਤਾ। ਨਹੀਂ ਨਹੀਂ, ਐਦਾਂ ਦੀ ਵੀ ਕੋਈ ਗੱਲ ਨਹੀਂ, ਲਾਇਸੈਂਸ ਨਾ ਹੋਵੇ ਤਾਂ ਪੁਲਿਸ ਕੁੱਟਦੀ ਥੋੜੀ ਹੈ। ਉਹ ਤਾਂ ਮੈਂ ਤੁਹਾਡੀ ਗੱਲ ਸਮਝਦਾ ਵਾਂ, ਪਰ ਅਸੀਂ ਅੰਮ੍ਰਿਤਸਰ ਤੋਂ ਕਾਰ ਲਈ ਸੀ ਟੈਸਟ ਡਰਾਈਵ ਲਈ। ਓਹੋ, ਸਾਰੀਆਂ ਗੱਲਾਂ ਛੱਡੋ, ਤੁਸੀਂ ਲਾਇਸੈਂਸ ਬਣਾਓ ਛੋਟੇ ਦਾ। ਜਿੱਦਾਂ ਦੇ ਤੁਹਾਡੇ ਹਾਲਾਤ ਹੈ ਨਾ, ਤੁਹਾਡਾ ਫਾਰਮ ਵੀ ਮੈਨੂੰ ਹੀ ਭਰਨਾ ਪੈਣਾ ਹੈ। ਚਲੋ ਦੱਸੋ ਕੀ ਨਾਮ ਹੈ ਤੁਹਾਡਾ? ਆਪਣੇ ਹਿਸਾਬ ਨਾਲ ਕੋਈ ਵੀ ਚੰਗਾ ਜਿਹਾ ਨਾਂ ਰੱਖ ਲਓ। ਹਾਏ, ਆਪਣੇ ਹਿਸਾਬ ਨਾਲ ਕਿੱਦਾਂ ਲਿਖ ਲਵਾਂ? ਜੋ ਤੁਹਾਡਾ ਨਾਮ ਹੈ ਉਹ ਦੱਸੋ ਨਾ। ਲਿਖੋ ਫਿਰ, ਕੜੂਕਾ ਸਿੰਘ। ਸਪੈਲਿੰਗ ਬੋਲੋ। ਮੈਨੂੰ ਲੱਗਦਾ ਤੁਹਾਡੀ ਅੰਗਰੇਜ਼ੀ ਥੋੜੀ ਵੀਕ ਹੈ। ਇੱਕ ਕੰਮ ਕਰੋ, ਜਾਂ ਤਾਂ ਇੰਗਲਿਸ਼ ਦੀ ਟਿਊਸ਼ਨ ਰੱਖ ਲਓ, ਨਹੀਂ ਤਾਂ ਆਈਲੈਟਸ ਜੁਆਇਨ ਕਰ ਲਓ। ਕਹੋ ਤਾਂ ਕਰਾਂ ਚਾਚਾ ਜੀ ਨਾਲ ਗੱਲ। ਕਿਉਂ, ਤੁਹਾਡੇ ਚਾਚਾ ਜੀ ਦਾ ਆਈਲੈਟ ਸੈਂਟਰ ਹੈ? ਚਾਚਾ ਜੀ ਦਾ ਨਾ ਹੈਗਾ, ਡੈਡੀ ਦਾ ਹੈਗਾ। ਤੁਹਾਨੂੰ ਦੱਸਿਆ ਤੇ ਹੈ, ਅਸੀਂ ਡੈਡੀ ਨੂੰ ਚਾਚਾ ਜੀ ਕਹਿੰਦੇ ਆ। ਜੇ ਤੁਸੀਂ ਕਹਿ ਸਕਦੇ ਹੋ ਤੇ ਮੇਰੀ ਵਾਰੀ ਕੀ ਪ੍ਰੋਬਲਮ ਹੈ? ਸਾਨੂੰ ਤਾਂ ਉਹਦੇ ਨਾਲ ਖੁੰਦਕ ਹੈ, ਤੁਸੀਂ ਕਿ ਖੁੰਦਕ ਪਾਲੀ ਬੈਠੇ ਹੋ? ਓਹੋ, ਤੁਹਾਡੇ ਕੋਲ 10th ਦਾ ਸਰਟੀਫਿਕੇਟ ਹੈ? 10ਵੀਂ ਦਾ ਤਾਂ ਹੈ ਨਹੀਂ ਜੀ, 5ਵੀਂ ਤੇ 2 ਚੱਲਣਗੇ। 5ਵੀਂ ਦੇ 2 ਮਤਲਬ? ਅਸੀਂ ਦੋਨਾਂ ਨੇ 5-5 ਕੀਤੀਆਂ ਨੇ ਜੀ, ਤੇ ਅਸੀਂ ਕੰਮ ਦੋਨਾਂ ਨੇ ਇਕੱਠੇ ਨੇ ਕਰਨਾ ਸੀ। ਸਾਡੇ ਦਾਦਾ ਜੀ ਕਹਿੰਦੇ 5-5 10 ਹੋ ਗਈਆਂ, ਚਲੋ ਨਿਕਲੋ ਕੰਮ ਤੇ। ਕਿਉਂ ਜੀ? ਹਾਂਜੀ। ਰਾਸ਼ਨ ਕਾਰਡ ਹੈ ਤੁਹਾਡੇ ਕੋਲ? ਨਾ ਭਾਜੀ ਸੇਧ ਦੇ ਕੇ ਲੱਗਦਾ ਸਾਨੂੰ ਰਾਸ਼ਨ ਮਿਲਦਾ ਹੋਊਗਾ। ਵੋਟਿੰਗ ਕਾਰਡ ਤੇ ਹੈਗਾ? ਉਹ ਤਾਂ ਚੂਹੇ ਖਾ ਗਏ ਜੀ। ਚੂਹੇ ਕਿੱਦਾਂ ਖਾ ਗਏ? ਲੈ ਚੂਹੇ ਖਾ ਗਏ ਤਾਂ ਤੁਹਾਨੂੰ ਦੁੱਖ ਹੁੰਦਾ ਪਿਆ। ਜਿਨ੍ਹਾਂ ਨੇ ਵੋਟ ਪਾਣੀ ਸੀ ਉਹਨਾਂ ਨੇ ਸਾਰੀ ਉਮਰ ਦੇਸ਼ ਨੂੰ ਖਾਣਾ। ਕਿਉਂ ਜੀ? ਹਾਂਜੀ। ਆਧਾਰ ਕਾਰਡ ਤੇ ਹੋਵੇਗਾ। ਹੁਣ ਤੁਸੀਂ ਆਪ ਸਿਆਣੇ ਹੋ, ਰਾਸ਼ਨ ਕਾਰਡ ਸਾਡੇ ਕੋਲ ਹੈ ਨਹੀਂ, ਵੋਟਰ ਕਾਰਡ ਸਾਡੇ ਕੋਲ ਹੈ ਨਹੀਂ, ਆਧਾਰ ਕਾਰਡ ਕਿਸ ਆਧਾਰ ਤੇ ਬਣਨਾ ਹੈ? ਫਿਰ ਮੈਂ ਤੁਹਾਡਾ ਲਾਇਸੈਂਸ ਕਿਸ ਆਧਾਰ ਤੇ ਬਣਾ ਦਵਾਂ? ਮੈਡਮ ਜੀ ਬਣਾ ਦਿਓ ਲਾਇਸੈਂਸ। ਉਧਰੋਂ ਵੈਲੈਂਟਾਈਨ ਡੇ ਆਉਣ ਵਾਲਾ, ਮੈਂ ਆਪਣੀ ਮਸ਼ੂਕ ਨੂੰ ਪ੍ਰਪੋਜ਼ ਵੀ ਕਰਨਾ ਹੈ। ਵੈਲੈਂਟਾਈਨ ਡੇ ਦਾ ਲਾਇਸੈਂਸ ਦਾ ਕੀ ਲੈਣਾ ਦੇਣਾ? ਮੈਨੂੰ ਲੱਗਦਾ ਤੁਹਾਨੂੰ ਕਿਸੇ ਨੇ ਨਾ ਪ੍ਰਪੋਜ਼ ਨਹੀਂ ਕੀਤਾ, ਸ਼ਾਇਦ ਤੁਹਾਨੂੰ ਪਤਾ ਨਹੀਂ। ਮੈਂ ਨਾ ਆਪਣੀ ਮਸ਼ੂਕ ਨੂੰ ਪ੍ਰਪੋਜ਼ ਕਰਨ ਜਾਣਾ ਹੈ, ਤੇ ਉਹਦੇ ਪਿਓ ਨੇ ਕੱਢ ਲੈਣੀ ਹੈ ਬੰਦੂਕ, ਤੇ ਮੈਂ ਇਹਨੂੰ ਕਹਿਣਾ ਕਾਕਾ ਤੂੰ ਮੇਰੇ ਗੋਲੀ ਨਹੀਂ ਚਲਾ ਸਕਦਾ। ਉਹਨੇ ਕਹਿਣਾ ਕਿਉਂ? ਮੈਂ ਕਹਿਣਾ ਲਾਇਸੈਂਸ ਤਾਂ ਮੇਰੇ ਕੋਲ ਹੀ ਹੈ। ਕਿਉਂ ਜੀ? ਹਾਂਜੀ। ਹਾਏ ਓ ਰੱਬਾ, ਕਿੰਨੇ ਮਾੜੇ ਦਿਨ ਚੱਲਦੇ ਪਏ ਆ। ਕਾਰਨ ਚ ਗਾਹਕ ਤੇ ਕੋਈ ਆਉਂਦਾ ਨਹੀਂ, ਤੇ ਘੱਟਾ ਕਿੰਨਾ ਆ ਜਾਂਦਾ। ਚਲੋ ਕੰਮ ਤਾਂ ਕੋ ਕਰਨਾ ਹੀ ਹੋਇਆ, ਨਾਲੇ ਵੈਸੇ ਵੀ ਸਵੱਛ ਭਾਰਤ ਅਭਿਆਨ ਚੱਲਦਾ ਪਿਆ, ਸ਼ਾਇਦ ਹਮਾਰੇ ਵੀ ਅੱਛੇ ਦਿਨ ਆ ਜਾਣ। ਹਾਏ ਓ ਰੱਬਾ, ਕਦ ਤੱਕ ਆਪਣੀਆਂ ਸ਼ਿਪਾਂ ਕਰ ਕਰਕੇ ਗੱਲਾਂ ਭਰਦਾ ਰਵਾਂਗਾ। ਐਕਸਕਿਊਜ਼ ਮੀ, ਹਾਲੇ ਬੋਣੀ ਨਹੀਂ ਹੋਈ, ਬਾਅਦ ਚ ਆਇਓ। ਮਾਫ ਕਰਨਾ, ਮੈਂ ਮਾਫੀ ਕਿਉਂ ਮੰਗੀ ਜਾਂਦੇ ਹੋ? ਤੁਸੀਂ ਕਿਹੜਾ ਮੇਰਾ ਕੱਟਾ ਧੁੱਪੇ ਬੰਨਤਾ? ਬੜੇ ਬਦਤਮੀਜ਼ ਹੋ। ਇੱਕ ਤਾਂ ਮੈਂ ਤੁਹਾਡੇ ਪਾਰਲਰ 'ਚ ਆਪਣਾ ਮੇਕਅਪ ਕਰਵਾਉਣ ਆਈ ਹਾਂ, ਉਸ ਤੋਂ ਇਦਾਂ ਦਾ ਬੋਲ ਰਹੇ ਹੋ। ਓਹੋ ਸੌਰੀ, ਦੱਸੋ ਕੀ ਸੇਵਾ ਕਰੀਏ? ਐਕਚੁਅਲੀ 50 ਰੁਪਏ ਛੁੱਟੇ ਹੋਣਗੇ, ਮੈਂ ਟੈਕਸੀ ਵਾਲੇ ਨੂੰ ਦੇਣੇ। ਉਹ ਕਿਹਨੂੰ ਬੇਵਕੂਫ ਬਣਾ ਰਹੇ ਹੋ ਮੈਡਮ ਜੀ? ਸਾਡਾ ਤਾਂ ਪਾਰਲਰ ਹੀ ਤੰਗ ਗਲੀ 'ਚ ਹੈ, ਟੈਕਸੀ ਇੱਥੇ ਆਂਦੀ ਨਹੀਂ, ਸਿੱਧਾ ਕਹੋ ਨਾ ਰਿਕਸ਼ੇ 'ਚ ਆਏ ਆ। ਉਹ ਚਲੋ ਉਹਨੂੰ ਰਹਿਣ ਦਿਓ ਖੜਾ, ਮੈਂ ਤੁਹਾਨੂੰ ਫਟਾਫਟ ਤਿਆਰ ਕਰ ਦੇਣਾ, ਵਾਪਸ ਉਸੇ ਰਿਕਸ਼ੇ 'ਚ ਹੀ ਚਲੇ ਜਾਇਓ। ਅੱਛਾ, ਤੁਹਾਡੀ ਸਪੈਸ਼ਲਿਟੀ ਕਿਹਦੇ ਵਿੱਚ ਹੈ? 1 ਮਿੰਟ ਜੀ, ਆਹ ਫੜੋ ਮੈਨੂ ਕਾਰਡ। ਕਿ ਤੁਸੀਂ ਪਾਰਲਰ ਖੋਲਿਆ ਜਾਂ ਢਾਬਾ? ਗੱਲ ਇਹ ਹੈ ਮੈਡਮ ਜੀ, ਸਵੇਰ ਦਾ ਕੋਈ ਗਾਹਕ ਨਹੀਂ ਆਇਆ, ਪਹਿਲਾਂ ਕੁਝ ਖਾਣ ਨੂੰ ਮੰਗਵਾ ਲਓ, ਇਕੱਠੇ ਬੈਠ ਕੇ ਖਾਵਾਂਗੇ। ਐਲੋ ਫੜੋ ਆਪਣਾ ਮੈਨੂ ਕਾਰਡ, ਮੈਨੂੰ ਨਹੀਂ ਚਾਹੀਦਾ। ਮੇਰਾ ਜਲਦੀ ਮੇਕਅਪ ਕਰੋ, ਮੈਨੂੰ ਮੇਰੀ ਫਰੈਂਡ ਦੇ ਘਰ ਜਾਣਾ ਹੈ ਬੈਂਗਲ ਸੈਰੇਮਨੀ ਲਈ। ਬੈਂਗਲ ਸੈਰੇਮਨੀ ਤੇ? ਹਾਂਜੀ। 1 ਮਿੰਟ ਫੋਨ ਫੜਾਇਆ ਫਿਰ ਇੱਕ। ਹੈਲੋ ਮੰਮੀ ਜੀ, ਅੱਜ ਦਾ ਮੇਰਾ ਕਾਲਾ ਪੈਂਟ ਕੋਟ ਹੈ ਨਾ, ਉਹਨੂੰ ਪ੍ਰੈਸ ਮਾਰ ਦਿਓ, ਨਾਲੇ ਰਾਤ ਦੀ ਰੋਟੀ ਨਾ ਬਣਾਇਓ। ਮੈਂ ਅੱਜ ਨਾ ਆਪਣੀ ਫਰੈਂਡ ਦੀ ਬੈਂਗਲ ਸੈਰੇਮਨੀ ਤੇ ਜਾ ਰਿਹਾ। ਐਕਸਕਿਊਜ਼ ਮੀ, ਮੇਰੀ ਫਰੈਂਡ ਤੁਹਾਨੂੰ ਕਿੱਧਰ ਜਾਂਦੀ ਹੈ? ਦੇਖੋ ਤੁਸੀਂ ਮੇਰੇ ਕੋਲ ਮੇਕਅਪ ਕਰਵਾਉਣ ਆਏ ਹੋ,
ਅੱਧਾ ਘੰਟਾ ਅਸੀਂ ਗੱਲਾਂ ਕਰਨੀਆਂ, ਤੁਸੀਂ ਮੇਰੇ ਫਰੈਂਡ ਬਣ ਜਾਣਾ। ਫਰੈਂਡ ਆਫ ਫਰੈਂਡ, ਆਲਵੇਜ਼ ਫਰੈਂਡ। ਤੁਸੀਂ ਗੱਲਾਂ ਹੀ ਕਰੋਗੇ ਕਿ ਮੇਰਾ ਮੇਕਅਪ ਵੀ ਕਰੋਗੇ? ਫਟਾਫਟ ਨਾ ਮੇਰਾ ਫੇਸ਼ੀਅਲ ਕਰ ਦਿਓ। ਫੇਸ਼ੀਅਲ ਦਾ ਤੁਹਾਨੂੰ ਲੱਗੇਗਾ ਜੀ ਸਿਰਫ 5000 ਰੁਪਇਆ। 5000? ਇੰਨੇ ਪੈਸੇ ਕਾਦੇ? ਫੇਸ਼ੀਅਲ ਦਾ ਤਾਂ 500 ਰੁਪਏ ਲੱਗਦਾ ਹੈ। ਫੇਸ਼ੀਅਲ ਤੋਂ ਬਾਅਦ ਤੁਹਾਡੀ ਜਿਹੜੀ ਸਕਿਨ ਖਰਾਬ ਹੋਣੀ ਹੈ ਉਹਦੇ ਵਾਸਤੇ ਆਹ ਫੜੋ ਡਾਕਟਰ ਸ਼ਰਮਾ ਜੀ ਦਾ ਕਾਰਡ, ਇਹ 4000 ਰੁਪਇਆ ਲੈਂਦੇ ਨੇ। 4000 ਇਹ ਲੈਣਗੇ, 500 ਤੁਸੀਂ ਲਓਗੇ ਤੇ 5000 ਕਿਸ ਚੀਜ਼ ਦੇ ਫਿਰ? ਏ ਏਡੇ ਵਧੀਆ ਡਾਕਟਰ ਸਾਹਿਬ ਨੂੰ ਰეკਮੈਂਡ ਕਰ ਰਿਹਾ ਹਾਂ ਕਿ 500 ਰੁਪਇਆ ਮੇਰੀ ਕਮਿਸ਼ਨ ਨਹੀਂ ਬਣਦੀ, ਨਾਲੇ ਅਸੀਂ ਰੋਟੀ ਕਿੱਥੋਂ ਖਾਣੀ ਹੈ? ਹੈਲੋ ਫੜੋ ਆਪਣਾ ਕਾਰਡ। ਇਹਦੇ 'ਚ ਤਾਂ ਬੜਾ ਰਿਸਕ ਹੈ ਫੇਸ਼ੀਅਲ 'ਚ। ਤੁਸੀਂ ਇਦਾਂ ਕਰੋ ਕੁਝ ਹੋਰ ਹੀ ਕਰ ਦਿਓ। ਰਿਸਕ ਕਿਹੜੇ ਕੰਮ 'ਚ ਨਹੀਂ ਹੈਗਾ ਮੈਡਮ ਜੀ, ਬਾਕੀ ਜਿੱਦਾਂ ਤੁਹਾਨੂੰ ਠੀਕ ਲੱਗੇ। ਇਹ ਕੀ ਕਰ ਰਹੇ ਹੋ ਤੁਸੀਂ? ਫਲਾਈਂਗ ਕਿਸ, ਤੁਸੀਂ ਆਪ ਹੀ ਤੇ ਕਿਹਾ। ਮੈਂ ਤੁਹਾਨੂੰ ਫਲਾਈਂਗ ਕਿਸ ਕਰਨ ਲਈ ਕਦੋਂ ਕਿਹਾ ਹੈ? ਐਨਾ ਸੋਹਣਾ ਗਾਹਕ ਹੋਵੇ, ਬੰਦਾ ਆਪਣੇ ਵੱਲੋਂ ਕੋਈ ਕੰਪਲੀਮੈਂਟਰੀ ਵੀ ਨਾ ਦੇਵੇ, ਫਿਰ ਤਾਂ ਲਾਂਤੇ ਇਹੋ ਜਿਹੇ ਕਾਰੋਬਾਰ ਤੇ। ਮੇਰਾ ਕਹਿਣ ਦਾ ਮਤਲਬ ਕਿ ਤੁਸੀਂ ਮੇਰਾ ਮੇਕਅਪ ਕਰੋਗੇ। ਮੈਨੀਕੇਅਰ ਪੈਡੀਕੇਅਰ ਕਰਦੇ ਆ ਜੀ। ਹਾਂਜੀ ਕਰ ਦਿਓ। ਲਓ ਜੀ ਇੱਥੇ ਬੈਠੋ, ਹੁਣੇ ਹੀ ਕਰਦੇ ਆ ਤੁਹਾਡਾ ਮੈਨੀਕੇਅਰ ਪੈਡੀਕੇਅਰ। ਇੱਥੇ ਬੈਠੋ। ਹਾਂਜੀ ਇੱਥੇ ਲਾ ਲਓ ਤੁਸੀਂ ਜਰਾ ਕਹਿਣਾ ਜੀ। ਇਟਸ ਟੂ ਹੌਟ। ਉਹ ਕੀ ਹੁੰਦਾ? ਗਰਮ। ਮੈਂ ਤੁਹਾਨੂੰ ਫ੍ਰਿਜ 'ਚ ਰੱਖਿਆ ਸੀ, ਮੈਨੂੰ ਲੱਗਦਾ ਤੁਹਾਨੂੰ ਵੇਖ ਕੇ ਤਾਪ ਚੜਿਆ ਇਹਨੂੰ। ਚਲੋ ਛੱਡੋ, ਚਾਹ ਪੀਓਗੇ? ਮੰਗਵਾ ਲਓ ਇੱਕ। ਏਦਾਂ ਕਰੋ, ਪੈਰ ਬਾਹਰ ਕੱਢੋ, ਫਿਰ ਬਾਹਰ ਕੱਢੋ, ਬਾਹਰ ਕੱਢੋ। ਹਾਂਜੀ ਹਾਂਜੀ। ਚਾਹ ਤਾਂ ਮੇਰੇ ਵਰਗੀ ਕੋਈ ਬਣਾਉਂਦਾ ਹੀ ਨਹੀਂ ਜੀ, ਬਲੈਕ ਟੀ ਤਾਂ ਮੇਰੇ ਵਰਗੀ ਕੋਈ ਨਹੀਂ ਬਣਾਉਂਦਾ ਜੀ। ਮੈਂ ਨਹੀਂ ਚਾਹ ਨਹੀਂ ਪੀਣੀ। ਉਹ ਚਲੋ ਰਹਿਣ ਦਿੰਦੇ ਆ। ਹੋਰ ਦੱਸੋ ਕੀ ਕਰ ਸਕਦਾ ਤੁਹਾਡੇ ਲਈ? ਤੁਸੀਂ ਮੇਰਾ ਮੇਕਅਪ ਇਦਾਂ ਨਾ ਕਰੋ ਕਿ ਮੈਂ ਪਾਰਟੀ 'ਚ ਜਾਵਾਂ ਤੇ ਉੱਥੇ ਅੱਗ ਲੱਗ ਜਾਏ। ਤੇ ਮਿੱਟੀ ਦੇ ਤੇਲ ਨਾਲ ਤੁਹਾਡੇ ਵਾਲਾਂ ਦੀ ਮਾਲਿਸ਼ ਕਰਦੇ ਆ। ਅਰੇ ਮੇਰਾ ਮਤਲਬ ਹੈ ਕਿ ਮੈਂ ਪਾਰਟੀ 'ਚ ਜਾਵਾਂ ਤੇ ਸਾਰਿਆਂ ਦਾ ਧਿਆਨ ਮੇਰੇ ਵੱਲ ਹੋਵੇ। ਫਿਰ ਇੱਕ ਕੰਮ ਕਰਿਓ, ਜਦੋਂ ਹੀ ਤੁਹਾਡੀ ਫਰੈਂਡ ਨੂੰ ਚੂੜੀਆਂ ਪੈਣ ਲੱਗਣ, ਉਹਨਾਂ ਦੇ ਕੰਨਾਂ ਦੀਆਂ ਵਾਲੀਆਂ ਲਾ ਕੇ ਨੱਸ ਜਿਓ। ਕਿਹੋ ਜਿਹੀਆਂ ਗੱਲਾਂ ਕਰਦੇ ਪਏ ਹੋ? ਉਹ ਮੈਡਮ ਜੀ ਤੁਸੀਂ ਵੀ ਤੇ ਕਿੱਦਾਂ ਕਿੱਦਾਂ ਦੀਆਂ ਗੱਲਾਂ ਕਰਨ ਡਏ ਹੋ। ਉਧਰ ਤੁਹਾਡੀ ਫਰੈਂਡ ਦੇ ਘਰ ਸ਼ਗਨਾਂ ਦਾ ਦਿਨ ਹੈ ਤੇ ਤੁਸੀਂ ਉੱਥੇ ਅੱਗਾਂ ਲਾਉਣ ਦੀਆਂ ਗੱਲਾਂ ਕਰਨ ਡਏ ਹੋ। ਤੁਸੀਂ ਇਦਾਂ ਕਰੋ, ਜਲਦੀ ਜਲਦੀ ਮੇਰੀ ਥ੍ਰੈਡਿੰਗ ਕਰ ਦਿਓ। ਥ੍ਰੈਡਿੰਗ ਕਰਦੇ ਆ? ਤੁਸੀਂ ਇਦਾਂ ਕਰੋ, ਤੁਸੀਂ ਮੈਨੂੰ ਸਿਖਾ ਦਿਓ, ਮੈਂ ਤੁਹਾਡੀ ਕਰ ਦੇਣਾ। ਤੁਹਾਨੂੰ ਕੁਝ ਨਹੀਂ ਆਉਂਦਾ? ਆਂਦਾ ਫੋਨ ਬਹੁਤ ਆਂਦਾ। ਸਵੇਰੇ 7 ਵਜੇ ਸ਼ਰਮਾ ਜੀ ਦਾ ਫੋਨ ਆਂਦਾ, ਇਹ ਆਂਡੇ ਦੇ ਜਾ ਘਰੇ। 9 ਵਜੇ ਵਰਮਾ ਜੀ ਦਾ ਫੋਨ ਆਂਦਾ, ਇਹ ਸਾੜੀ ਪ੍ਰੈਸ ਕਰਾ ਕੇ ਦੇ ਜਾ ਘਰੇ। 1:30 ਵਜੇ ਗੁਪਤਾ ਜੀ ਦਾ ਫੋਨ ਆਂਦਾ, ਇਹ ਬੱਚਿਆਂ ਨੂੰ ਸਕੂਲੋਂ ਘਰੇ ਦੇ ਜਾ। ਸਾਰੀ ਦਿਹਾੜੀ ਲੋਕਾਂ ਦੇ ਕੰਮ ਕਰਦੇ ਰਹਿੰਦੇ ਹੋ ਤੇ ਦੁਕਾਨ ਕਿਹੜੇ ਵੇਲੇ ਖੋਲਦੇ ਹੋ? ਬਸ 2 ਵਜੇ ਦੁਕਾਨ ਖੋਲੀ ਦੀ ਹੈ, ਨਾਲ ਹੀ ਅੰਦਰੋਂ ਸ਼ਟਰ ਬੰਦ ਕਰ ਲਈਦਾ। ਉਹ ਕਿਉਂ? ਸਾਰਾ ਦਿਨ ਕੰਮ ਹੀ ਕਰੀ ਜਾਵਾਂਗੇ ਤੇ ਰੋਟੀ ਕਿਹੜੇ ਵੇਲੇ ਖਾਵਾਂਗੇ? 2 ਵਜੇ ਲੰਚ ਬ੍ਰੇਕ ਹੁੰਦੀ ਹੈ, 6 ਵਜੇ ਰੱਬ ਦਾ ਨਾਂ ਲੈ ਕੇ ਦੁਬਾਰਾ ਦੁਕਾਨ ਖੋਲੀ ਦੀ ਹੈ। ਕਮਾਲ ਦੀ ਗੱਲ ਹੈ, 2 ਵਜੇ ਤੋਂ ਲੈ ਕੇ 6 ਵਜੇ ਤੱਕ ਰੋਟੀ ਖਾਂਦੇ ਰਹਿੰਦੇ ਹੋ। ਰੋਟੀ ਨੂੰ ਤਾਂ ਅੱਧਾ ਘੰਟਾ ਲੱਗਦਾ ਹੈ, ਪਰ 2:30 ਵਜੇ ਤੋਂ ਬਾਅਦ ਚਾਹ ਵਾਲਾ ਰੇੜੀ ਬਾਹਰ ਲਾ ਲੈਂਦਾ। ਗਾਹਕ ਤਾਂ ਕੋਈ ਅੰਦਰ ਵੜਨਾ ਨਾ ਹੋਇਆ, ਫਿਰ ਦੁਕਾਨ ਕਾਹਦੇ ਲਈ ਖੋਲਣੀ? ਫਿਰ ਉਹਨੂੰ ਕਹੋ ਨਾ ਰੇੜੀ ਕਿਤੇ ਹੋਰ ਲਗਾ ਲੈ। ਨਹੀਂ ਕਹਿ ਸਕਦਾ ਨਾ, ਮੈਂ ਉਹਦੇ ਪੈਸੇ ਜੂ ਦੇਣੇ ਹੋਏ। ਭਾਈ ਵੇਲੇ ਹੀ ਆ। ਚਲੋ ਦੌੜਦਾ ਕਿਤੇ ਕੰਜਰ ਕਿਸੇ ਥਾਂ ਦਾ। ਓਹੋ, ਗਾਹਕ ਰੱਬ ਦਾ ਰੂਪ ਹੁੰਦੇ ਨੇ ਤੇ ਉਹ ਤੁਹਾਡਾ ਗਾਹਕ ਹੈ ਤੇ ਤੁਸੀਂ ਉਹਨੂੰ ਗਾਲਾਂ ਕੱਢ ਰਹੇ ਹੋ। ਮੈਡਮ ਜੀ ਗਾਹਕ ਨੂੰ ਥੋੜੀ ਤਮੀਜ਼ ਵੀ ਚਾਹੀਦੀ ਹੈ। ਐਕਚੁਅਲੀ ਵੇਲਾ ਮੇਰੀ ਸ਼ੇਡ ਹੈ। ਦੱਸੋ ਤੁਸੀਂ ਕੀ ਕਰਵਾਉਣਾ? ਭਾਈ ਮੈਂ ਕਟਿੰਗ ਕਰਾਣੀ ਸੀ। ਕਟਿੰਗ ਮੈਂ ਕਰ ਦਿਆਂਗਾ, ਪਰ ਸੂਟ ਤੁਹਾਨੂੰ ਕਿਤੋਂ ਹੋਰ ਸਵਾਉਣਾ ਪੈਣਾ ਹੈ, ਕਿਉਂਕਿ ਮੈਨੂੰ ਸਿਰਫ ਕਟਿੰਗ ਹੀ ਆਉਂਦੀ ਹੈ। ਸੂਟ ਨੇ ਭਾਈ ਛੱਡੋ ਸਾਰੀਆਂ ਗੱਲਾਂ ਨੂੰ, ਤੁਸੀਂ ਮੇਰੀ ਸ਼ੇਪ ਹੀ ਕਰ ਦਿਓ। ਚਲੋ ਆਓ ਫਿਰ ਬੈਠੋ, ਬੈਠੋ ਇੱਧਰ। ਇੱਥੇ ਬੈਠੋ ਤੁਸੀਂ ਭਾਜੀ, ਇਸ ਜਗ੍ਹਾ ਤੇ ਬੈਠੋ ਤੁਸੀਂ। ਭਾਈ ਸ਼ੀਸ਼ਾ ਤਾਂ ਇੱਧਰ ਆ। ਉਹ ਭਾਜੀ ਮੇਰੀ ਗੱਲ ਸੁਣੋ, ਸ਼ੀਸ਼ੇ 'ਚ ਆਪਣੇ ਆਪ ਨੂੰ ਦੇਖੋਗੇ ਤੇ ਨਜ਼ਰ ਲੱਗ ਜਾਂਦੀ ਹੁੰਦੀ ਹੈ। ਤੁਸੀਂ ਇੱਥੇ ਬੈਠੋ, ਸਾਡੇ ਕੰਮ ਕਰਨ ਦਾ ਵੱਖਰਾ ਤਰੀਕਾ ਹੈ। ਇੱਥੇ ਬੈਠੋ ਤੁਸੀਂ। ਬਿਲਕੁਲ ਸਹੀ ਗੱਲ ਕੀਤੀ ਮੈਨੂੰ ਭਾਈ। ਇਹ ਦੱਸੋ ਕਿ ਸ਼ੇਵਿੰਗ ਕਰੀਮ ਕਿਹੜੀ ਲਾਉਣੀ ਹੈ? ਭਾਈ ਜਿਹੜੀ ਮਰਜ਼ੀ ਲਾ ਲਓ, ਬਸ ਸੋਹਣਾ ਦਿਖਣਾ ਚਾਹੀਦਾ। ਉੱਥੇ ਸੋਹਣੀਆਂ ਸੋਹਣੀਆਂ ਕੁੜੀਆਂ ਨੇ ਆਣਾ। ਓਏ ਹੋਏ ਸੋਹਣੀ ਸੋਹਣੀ ਕੁੜੀ ਨੇ ਆਣਾ। ਹਾਂਜੀ, ਤੁਸੀਂ ਏਦਾਂ ਕਰੋ, ਇੱਕ ਮਿੰਟ ਅੱਖਾਂ ਬੰਦ ਕਰੋ ਤੁਸੀਂ। ਹੋਣੀ ਗੱਲ ਇਹਨੇ। ਤੋਲੀਆ ਕਿੱਥੇ ਗਿਆ? ਐਕਸਕਿਊਜ਼ ਮੀ, ਮੈਂ ਪਹਿਲਾਂ ਆਈ ਸੀ, ਮੈਨੂੰ ਛੱਡ ਕੇ ਤੁਸੀਂ ਉਹਨਾਂ ਨੂੰ ਕਿਉਂ ਅਟੈਂਡ ਕਰ ਰਹੇ ਹੋ ਪਹਿਲਾਂ? ਓ ਮੈਡਮ ਜੀ ਐਨੀ ਦੇਰ ਦਾ ਤੁਹਾਡੇ ਚੱਕਰ 'ਚ ਹੀ ਸੀ, ਫਿਰ ਮੈਨੂੰ ਲੱਗਿਆ ਤੁਸੀਂ ਤਾਂ ਮੇਰੇ ਨਾਲ ਫਸਣਾ ਨਹੀਂ ਹੈਗਾ ਤੇ ਮੈਂ ਕੰਮਕਾਜੀ ਕੋ ਕਰ ਲਾਂ। ਰੋਟੀ ਕਿੱਥੋਂ ਖਾਣੀ? ਬਾਹਰ ਰਿਕਸ਼ੇ ਵਾਲਾ ਮੇਰੀ ਵੇਟ ਕਰਦਾ ਹੋਣਾ। ਮੈਡਮ ਰਿਕਸ਼ੇ ਵਾਲੇ ਨਾਲ ਫਸੀ ਹੋਈ ਆ। ਉਹ ਬੰਦ ਰੱਖ ਓਏ, ਐਵੇਂ ਕਿਤੇ ਕਰੀਮ ਮੂੰਹ 'ਚ ਜਾਂਦੀ ਤੇਰੇ। ਲੱਗਦਾ ਮੈਨੂੰ ਇੱਦਾਂ ਹੀ ਜਾਣਾ ਪੈਣਾ ਹੈ, ਫੰਕਸ਼ਨ ਵੀ ਸ਼ੁਰੂ ਹੋ ਗਿਆ ਲੱਗਦਾ। ਓ ਮੈਡਮ ਜੀ ਰੁਕਿਓ ਇੱਕ ਮਿੰਟ, ਅਸੀਂ ਰੋਟੀ ਕਿੱਥੋਂ? ਓ ਭਾਈ ਆ ਮੇਰਾ ਮੂੰਹ ਕਾਲਾ ਕਰਕੇ ਕਿੱਥੇ ਚੱਲੇ ਹੋ? ਵੇ ਪਾਰਟੀ ਤੇ ਜਾ ਕੇ ਕੁੜੀਆਂ ਹੀ ਦੇਖਣੀਆਂ ਸੀ, ਤੇਰਾ ਮੂੰਹ ਉੱਥੇ ਵੀ ਤੇ ਕਾਲਾ ਹੀ ਕਰਨਾ ਸੀ ਉਹਨਾਂ ਨੇ, ਮੈਂ ਇੱਥੇ ਕਰਤਾ। ਆਲਾ ਫੜ 10 ਰੁਪਏ ਦਾ ਠੀਪਾ। ਉਹ ਦਰਖਤ ਥੱਲੇ ਬੈਠਾ ਨਾਈ ਬਹੁਤ ਵਧੀਆ ਸ਼ੇਪ ਕਰਦਾ, ਮੈਂ ਵੀ ਉਹਦੇ ਤੋਂ ਕਰਾਉਣਾ ਹੁੰਨਾ। ਇਹ ਆਲਾ ਫੜ ਉੱਥੋਂ ਕਰਾ ਲਈ ਸ਼ੇਪ, ਕਰਾ ਕੇ ਦੁਕਾਨ ਨੂੰ ਤਾਲਾ ਲਾ ਕੇ ਚਾਬੀ ਮੇਰੇ ਘਰੇ ਦੇ ਦੀ, ਨਾਲੇ ਮੇਰੀ ਮੰਮੀ ਨੂੰ ਕਹਿ ਦੀ ਕਿ ਅੱਜ ਰਾਤ ਨੂੰ ਲੇਟ ਆਣਾ। ਓ ਮੈਡਮ ਜੀ ਇੱਕ ਮਿੰਟ ਰੁਕਿਓ, ਮੈਂ ਵੀ ਆਇਆ ਤੁਹਾਡੇ ਪਿੱਛੇ। ਓ ਭਾਜੀ ਮੈਨੂੰ ਤਾਂ ਦੱਸ ਦੋ ਮੈਂ ਕਿੱਦਾਂ ਠੀਕ ਹੋਣਾ? ਹਾਂਜੀ ਹਾਂਜੀ ਉਹ ਜੀ ਬੜੇ ਬੰਦੇ ਬਾਹਰ ਭੇਜੇ ਨੇ ਜੀ।
ਹਜੇ ਪਰਸੋਂ ਦੀ ਗੱਲ ਹੈ, ਆਪਣੇ ਮਾਮਾ ਜੀ ਨੂੰ ਬਾਹਰ ਭੇਜਿਆ। ਓਹੋ ਨਹੀਂ, ਕੰਟਰੀ ਤੋਂ ਬਾਹਰ ਨਹੀਂ ਜੀ। ਐਕਚੁਅਲੀ ਗੱਲ ਇੰਜ ਹੋਈ, 1 ਸਾਲ ਪਹਿਲਾਂ ਮੇਰੇ ਵੱਡੀ ਭੈਣ ਜੀ ਦਾ ਵਿਆਹ ਹੋਇਆ। ਹਾਂਜੀ, ਤੇ ਮੇਰੇ ਮਾਮਾ ਜੀ ਸਾਡੇ ਘਰੇ ਨਾਨਕੀ ਛੱਕ ਦੇਣ ਆਏ ਤੇ ਉਹ ਘਰੇ ਆਣ ਕੇ ਟਿਕ ਕੇ ਬਹਿ ਗਏ। ਮੈਂ ਕਿਹਾ ਚਲੋ ਸਾਲਿਆ ਘਰੋਂ ਬਾਹਰ। ਹਾਂਜੀ, ਤੁਸੀਂ ਵੀ ਬਾਹਰ ਜਾਓਗੇ ਜੀ। ਮੇਰੇ ਕਹਿਣ ਦਾ ਮਤਲਬ ਹੈ ਤੁਸੀਂ ਆਟੋ 'ਚ ਬੈਠੋਗੇ, ਮੇਰੇ ਕੋਲ ਆਓਗੇ ਤੇ ਫੇਰ ਹੀ ਬਾਹਰ ਭੇਜਾਂਗਾ ਨਾ ਜੀ। 1 ਮਿੰਟ ਹੋਲਡ ਕਰਿਓ। ਹੈਲੋ, ਹਾਂਜੀ ਸ਼ੁਗਲੀ ਟਰੈਵਲ ਏਜੰਟ ਬੋਲ ਰਿਹਾ ਜੀ। ਠੀਕ ਹੈ, ਐਡਰੈਸ ਨਹੀਂ ਲੱਭਦਾ ਪਿਆ। ਉਹ ਨਲਾਇਕਾ, ਕਿਸੇ ਵੀ ਆਟੋ ਵਾਲੇ ਨੂੰ ਪੁੱਛ, ਉਹਨੇ ਕਹਿਣਾ ਮੈਨੂੰ ਪਤਾ ਨਹੀਂ, ਤੇ ਉਹਨੂੰ ਦੱਸੀ ਵੀ ਨਾ। ਜੇ ਦੱਸ ਦਿੱਤਾ ਤੇ ਮੈਂ ਤਾਂ ਹੋ ਜਾਣਾ ਮਸ਼ਹੂਰ। ਉਹ ਤੇਰੇ ਤੋਂ ਵੱਧ ਪੈਸੇ ਲੈ ਕੇ ਮੈਂ ਕਿਸੇ ਹੋਰ ਨੂੰ ਬਾਹਰ ਭੇਜ ਦੇਣਾ। 1 ਮਿੰਟ ਭਾਈ ਹੋਰ ਰੱਖਿਓ। ਹੈਲੋ ਡੈਡੀ, ਭਾਈ ਹੁਣੀ ਪੀਜੀ ਬਹੁਤ ਆ, ਮੈਨੂੰ ਲੱਗਦਾ ਨਹੀਂ ਆਸਟ੍ਰੇਲੀਆ ਵਰਲਡ ਕੱਪ ਵਾਸਤੇ ਭੇਜ ਪਾਣਗੇ। ਤੁਸੀਂ ਕਹੋ ਤਾਂ ਨੇਪਾਲ ਚੱਲ ਜਾਵਾਂ ਖੋ ਦੇਖਣ। ਉਹ ਮਾਮਾ, ਨੇਪਾਲ ਕਿਹੜੀ ਖੋ ਹੁੰਦੀ ਓ? ਭਾਈ ਜਿੰਨੀ ਭੁੱਖ ਮਰੀ ਸਭ ਤੋਂ ਜ਼ਿਆਦਾ ਲੁੱਟ ਖੋ ਨੇਪਾਲ 'ਚ ਹੀ ਹੁੰਦੀ ਆ। ਹਾਂ, ਉੱਥੇ ਜਾ ਕੇ ਲੁੱਟਾਂ ਖੋਹਾਂ ਕਰਾਉਣ ਦੀ ਕੀ ਲੋੜ ਹੈ? ਅਸੀਂ ਮਰ ਗਏ ਆ। ਉਹ ਸਾਨੂੰ ਦੱਸੋ ਕਿਹੜੀ ਕੰਟਰੀ ਜਾਣਾ ਤੁਸੀਂ? ਭਾਜੀ ਮੈਂ ਆਸਟ੍ਰੇਲੀਆ ਜਾਣਾ ਸੀ ਵਰਲਡ ਕੱਪ ਦੇਖਣ ਵਾਸਤੇ। ਅੱਛਾ, ਵਰਲਡ ਕੱਪ ਵੇਖਣ ਜਾਣਾ ਹੈ। ਜਾਂਦੇ ਹੋਏ ਇੱਕ ਕੰਮ ਕਰਦੇ ਜਾਇਓ, ਮੇਰਾ ਫੋਨ ਆਪਣੇ ਫੋਨ ਨੰਬਰ ਤੋਂ ਫ੍ਰੀ ਕਰਾ ਦਿਓ। ਉਹ ਕਿਉਂ? ਉੱਥੇ ਜਾ ਕੇ ਮੈਨੂੰ ਸਕੋਰ ਦੱਸਦੇ ਰਹਿਓ ਨਾ। ਮੇਰਾ ਟੀਵੀ ਖਰਾਬ ਹੈ। ਨੌਨ ਵੈਜ ਤੇ ਖਾ ਲੈਂਦੇ ਹੋ ਨਾ? ਨੌਨ ਵੈਜ ਦਾ ਵਰਲਡ ਕੱਪ ਨੇ ਕੀ ਲੈਣਾ ਦੇਣਾ ਭਾਜੀ? ਭਾਜੀ ਮੈਂ ਤਾਂ ਪੁੱਛਿਆ ਕਿ ਪਾਕਿਸਤਾਨ ਦੇ ਵਿੱਚ ਨੌਨ ਵੈਜ ਜਿਹੜਾ ਹੈ ਉਹ ਸਸਤਾ ਹੈ ਤੇ ਵੈਜ ਬਹੁਤ ਮਹਿੰਗਾ ਹੈ। ਉਹ ਵਰਲਡ ਕੱਪ ਆਸਟ੍ਰੇਲੀਆ 'ਚ, ਮੈਂ ਪਾਕਿਸਤਾਨ ਕੀ ਕਰਨ ਜਾਣਾ ਯਾਰ? ਹੋਇਆ ਪਾਕਿਸਤਾਨ ਜਾਓ ਨਾ। ਨਾਲੇ ਵੈਸੇ ਵੀ ਇੰਡੀਆ ਦਾ ਪਹਿਲਾ ਮੈਚ ਪਾਕਿਸਤਾਨ ਨਾਲ ਹੈ। ਉਹ ਭਾਜੀ ਤੁਸੀਂ ਮੈਨੂੰ ਬੇਵਕੂਫ ਸਮਝਦੇ ਹੋ? ਮੈਂ ਪਾਕਿਸਤਾਨ ਕੀ ਕਰਨ ਜਾਣਾ? ਪਾਕਿਸਤਾਨ ਦੀ ਟੀਮ ਨੇ ਤਾਂ ਪਹਿਲਾਂ ਹੀ ਆਸਟ੍ਰੇਲੀਆ ਚੱਲ ਜਾਣਾ। ਜਾ ਕੇ ਦੇਖਿਓ ਨਾ ਕਿਹੜੇ ਕਿਹੜੇ ਪਲੇਅਰ ਨਹੀਂ ਖੇਡਣਗੇ। ਉਹ ਵਿਚਾਰੇ ਖੇਡਣਗੇ ਤੇ ਤੁਹਾਨੂੰ ਦੇਖਣ ਦੀ ਅਕਲ ਲੱਗੀ ਹੈ। ਉਹ ਭਾਜੀ ਤੁਹਾਡਾ ਦਿਮਾਗ ਖਰਾਬ ਆ, ਤੁਸੀਂ ਟਰੈਵਲ ਏਜੰਟ ਦਾ ਆਫਿਸ ਕਿਉਂ ਖੋਲਿਆ? ਓਹੋ, ਉਹੀ ਤਾਂ ਦੱਸਦਾ ਤੁਹਾਨੂੰ। ਆ ਦੇਖੋ ਇੱਧਰ, ਆ ਰੀਟਾ, ਆ ਸੀਮਾ, ਤੇ ਆ ਹੈਗੀ ਮਨਾਕਸ਼ੀ, ਤੇ ਆ ਹੈਗੀ ਆਪਣੀ ਰਿਤੂ। ਭਾਈ ਇਹਨਾਂ ਦਾ ਮੈਂ ਕੀ ਕਰਾਂ? ਪਸੰਦ ਕਰੋ। 1 ਮਿੰਟ ਰੁਕੋ, ਮੈਂ ਹੁਣੇ ਆਇਆ। ਉਹ ਕਿੱਧਰ ਚੱਲਿਆ ਤੂੰ? ਭਾਜੀ ਮੈਂ ਬਾਹਰ ਤੁਹਾਡਾ ਬੋਰਡ ਚੇਂਜ ਕਰਾਵਾਂ, ਸ਼ੁਗਲੀ ਟਰੈਵਲਰ ਦੀ ਥਾਂ ਤੇ ਸ਼ੁਗਲੀ ਮੈਰੀਗੋ ਲਿਖਣ ਦਾ। ਓਹੋ, ਤੁਸੀਂ ਤਾਂ ਗੁੱਸਾ ਹੀ ਕਰ ਗਏ। ਉਹ ਬੈਠੋ ਥੱਲੇ ਬੈਠੋ। ਗੁੱਸਾ ਨਾ ਕਰਾ ਤਾਂ ਹੋਰ ਕੀ ਕਰਾਂ? ਮੈਂ ਵਰਲਡ ਕੱਪ ਮੈਚ ਦੇਖਣ ਜਾਣਾ, ਤੁਸੀਂ ਮੇਰਾ ਵਿਆਹ ਕਰਾਉਣ ਨੂੰ ਫਿਰਦੇ ਹੋ। ਉਹ ਬਾਈ ਚਾਂਸ ਜੇ ਟੀਮ ਹਾਰ ਗਈ, ਉਹਨਾਂ ਨੇ ਤੁਹਾਨੂੰ ਕੁੱਟਣਾ ਸ਼ੁਰੂ ਕਰ ਦੇਣਾ। ਉਹ ਕਿਉਂ? ਉਹਨਾਂ ਨੇ ਕਹਿਣਾ ਐਡੀ ਦੂਰੋਂ ਕੰਜਰਾ ਸਾਨੂੰ ਹਾਰਿਆਂ ਨੂੰ ਦੇਖਣ ਆਇਆ। ਜੇ ਤੁਹਾਡੀ ਵੋਟੀ ਹੋਏਗੀ ਘੱਟੋ ਘੱਟ ਤੁਹਾਨੂੰ ਇਹ ਬਚਾ ਤਾਂ ਲਏਗੀ ਨਾ। एक्सक्यूज मी, शुगली मैरिज ब्यूरो यही है? ਹਾਂਜੀ, ਬੈਠੋ ਤੁਸੀਂ। ਦੱਸੋ ਕੀ ਸੇਵਾ ਕਰੀਏ? एक्चुअली मैं दिल्ली जाना है तो मैंने शताब्दी दी तत्काल टिकट चाहिए, हो जाएगी? ਲਓ ਜੀ, 1 ਮਿੰਟ ਭਾਈ 1 ਮਿੰਟ। ਪੁੱਛਿਆ ਇਹਨਾਂ ਨੇ ਮੈਰੀਗੋ ਦਾ ਤੇ ਆ ਕੇ ਟਿਕਟਾਂ ਮੰਗਣੀਆਂ ਸ਼ੁਰੂ ਕਰਤੀ। ਉਹ ਕਿਉਂ? ਇਹ ਤਾਂ ਸਾਡੇ ਰੈਗੂਲਰ ਕਸਟਮਰ ਨੇ। ਇਹਨਾਂ ਨੂੰ ਪਤਾ ਹੈ ਕਿ ਤੁਸੀਂ ਕੁਝ ਹੋਰ ਮੰਗੋਗੇ ਤੇ ਮੈਂ ਦੇਣਾ ਤਾਂ ਕੁਝ ਹੋਰ ਹੀ ਹੈ। ਤੁਸੀਂ ਦੱਸੋ ਤੁਸੀਂ ਕਿਹੜੀ ਟ੍ਰੇਨ ਤੇ ਜਾਣਾ ਹੈ? ਮੈਂ ਟ੍ਰੇਨ 'ਚ ਆਸਟ੍ਰੇਲੀਆ ਕਿੱਦਾਂ ਜਾਊਂਗਾ? ਭਾਜੀ ਮੈਂ ਵਰਲਡ ਕੱਪ ਦੇਖਣਾ, ਟ੍ਰੇਨ 'ਚ ਇਹਨਾਂ ਨੇ ਜਾਣਾ। ਓਹੋ, ਕੰਮ ਦਾ ਬੋਝ ਹੀ ਬਹੁਤ ਜ਼ਿਆਦਾ ਹੈ। ਮੈਂ ਤੇ ਕਹਿੰਦਾ ਮੈਡਮ ਜੀ ਤੁਸੀਂ ਵਰਲਡ ਕੱਪ ਮੇਰੇ ਕੋਲ ਬੈਠ ਕੇ ਵੇਖੋ। ਭਾਜੀ ਵਰਲਡ ਕੱਪ ਮੈਂ ਦੇਖਣਾ, ਇਹਨਾਂ ਨੇ ਨਹੀਂ ਦੇਖਣਾ। ਨਾਲੇ ਤੁਸੀਂ ਵਰਲਡ ਕੱਪ ਕਿੱਦਾਂ ਦਿਖਾਓਗੇ? ਤੁਹਾਡਾ ਟੀਵੀ ਤਾਂ ਖਰਾਬ ਆ। ਪਤਾ ਹੈ ਮੈਨੂੰ, ਤੁਸੀਂ ਆਸਟ੍ਰੇਲੀਆ ਜਾਓਗੇ, ਮੈਨੂੰ ਪੈਸੇ ਦਿਓਗੇ ਤੇ ਮੈਂ ਟੀਵੀ ਲੈ ਕੇ ਆਵਾਂਗਾ। ਅਸੀਂ ਦੋਨੇ ਬੈਠ ਕੇ ਇਕੱਠੇ ਵੇਖਾਂਗੇ। ਹੋਰ ਤੁਸੀਂ ਦੱਸੋ, ਚਾਹ ਪਾਣੀ ਪੀਓਗੇ? ਹਾਂਜੀ ਚਾਹ ਮੰਗਾ ਲਓ ਜੀ ਫਿਰ। ਲਓ ਜੀ, ਕੱਢੋ ਫਿਰ 500 ਰੁਪਈਆ। ਚਾਹ ਉਹਨਾਂ ਨੇ ਪੀਣੀ ਹੈ 500 ਰੁਪਏ, ਮੈਂ ਕਿਸ ਗੱਲ ਦਾ ਦਵਾਂ? ਉਹ ਚਾਹ ਲਈ ਨਹੀਂ ਜੀ, ਕੇਬਲ ਲਈ। केबल ਲਈ? ਹਾਂਜੀ, ਟੀਵੀ ਤੇ ਮੈਂ ਲੈ ਲੂੰਗਾ, ਕੇਬਲ ਕਨੈਕਸ਼ਨ ਤੁਸੀਂ ਲਵਾ ਲਓ। ਆਫਟਰ ਆਲ ਵਰਲਡ ਕੱਪ ਮੈਚ ਅਸੀਂ ਦੋਨੇ ਇਕੱਠੇ ਨੇ ਬੈਠ ਕੇ ਵੇਖਣਾ ਹੈ ਨਾ। ਮੈਂ ਕਿਉਂ ਦਵਾਂ ਪੈਸੇ? ਮੈਨੂੰ ਨਹੀਂ ਵਰਲਡ ਕੱਪ ਦੇਖਣ ਦਾ ਸ਼ੌਂਕ। ਅੱਛਾ ਜੀ, ਓਹੋ ਰਹਿਣ ਦਿਓ ਭਾਜੀ, ਤੁਸੀਂ ਵੀ ਆਸਟ੍ਰੇਲੀਆ ਜਾਣ ਨੂੰ। ਕੁੜੀ ਨੂੰ ਤਾਂ ਵਰਲਡ ਕੱਪ ਮੈਚ ਦੇਖਣ ਦਾ ਸ਼ੌਂਕ ਹੀ ਨਹੀਂ ਹੈਗਾ। ਉਹ ਇਹਨਾਂ ਨੂੰ ਸ਼ੌਂਕ ਨਹੀਂ ਹੈਗਾ ਤਾਂ ਨਾ ਸੀ, ਮੈਨੂੰ ਤਾਂ ਸ਼ੌਂਕ ਹੈਗਾ ਨਾ। ਉਹ ਨਹੀਂ, ਮੈਂ ਤਾਂ ਤੁਹਾਨੂੰ ਕੁੱਟ ਪੈਣ ਤੋਂ ਬਚਾ ਰਿਹਾ। ਉਹ ਜ਼ਿਆਦਾਤਰ ਤਾਂ ਕੁੜੀਆਂ ਨੂੰ ਮੈਚ ਦੇਖਣ ਦਾ ਸ਼ੌਂਕ ਹੀ ਨਹੀਂ ਹੈਗਾ, ਤੇ ਤੁਹਾਡੀ ਵੋਟੀ ਆਪਣਾ ਸੁਹਾਗ ਕਿੱਦਾਂ ਬਚਾਓਗੀ? ਭਾਜੀ ਮੈਂ ਵਿਆਹ ਨਹੀਂ ਕਰਾਣਾ, ਮੈਂ ਮੈਚ ਦੇਖਣਾ, ਮੇਰਾ ਵੀਜ਼ਾ ਲਗਵਾਓ। ਤੁਸੀਂ ਇਹਨੂੰ ਛੱਡੋ, ਮੈਂ ਕੱਲ ਤਤਕਾਲ ਚ ਦਿੱਲੀ ਜਾਣਾ ਹੈ, ਮੈਨੂੰ ਟਿਕਟ ਮਿਲੇਗੀ ਕਿ ਨਹੀਂ? ਫਿਰ ਕਾਲੀ ਕਾਦੀ ਪਈ ਹੈ ਤੁਹਾਨੂੰ? ਹਾਲੇ ਤਾਂ ਇੱਕ ਦਿਨ ਪਿਆ ਨਾ ਤਤਕਾਲ ਨੂੰ। ਤਤਕਾਲ ਤਾਂ ਬੇਸਿਕਲੀ ਕੱਲ ਤੋਂ ਸ਼ੁਰੂ ਹੁੰਦਾ ਹੈ ਨਾ। ਉਹ ਭਾਜੀ ਮੈਂ ਆਸਟ੍ਰੇਲੀਆ ਜਾਣਾ। ਉਹ ਤਾਂ ਭੇਜ ਦਿੰਨੇ ਆ। ਹੈ ਜੀ, ਮੇਰੇ ਕੋਲ ਇੱਕ ਆਸਟ੍ਰੇਲੀਆ ਦਾ ਸਟੱਡੀ ਬੇਸ ਵੀਜ਼ਾ ਹੈਗਾ, ਉਹ ਤਾਂ ਭੇਜ ਦਿਆਂ ਉਹਦੇ ਤੇ। ਨਹੀਂ ਸਟੱਡੀ ਬੇਸ 'ਚ ਨਹੀਂ ਜਾਣਾ ਭਾਜੀ। ਉਹ ਕਿਉਂ? ਉਹ ਭਾਜੀ ਮੈਂ ਜਾਣਾ ਵਰਲਡ ਕੱਪ ਦੇਖਣ, ਸਟੱਡੀ ਬੇਸ 'ਚ ਚਲ ਗਿਆ, ਮੈਨੂੰ ਪੜ੍ਹਨਾ ਪੈਣਾ। ਜੇ ਪੜ੍ਹਦਾ ਰਿਹਾ ਤਾਂ ਮੈਂ ਮੈਚ ਕਿਹੜੇ ਵੇਲੇ ਦੇਖੂੰਗਾ? ਕਿਉਂ ਜੀ? ਓਹੋ, ਇੱਕ ਤਾਂ ਪ੍ਰੋਬਲਮ ਹੀ ਬਹੁਤ ਹੈ। 1 ਮਿੰਟ ਰੁਕੋ, ਤੁਸੀਂ ਦੱਸੋ ਤੁਸੀਂ ਦਿੱਲੀ ਕੀ ਕਰਨ ਜਾਣਾ? ਕੱਲ ਤੋਂ ਮੇਰੇ ਕਾਲਜ ਸ਼ੁਰੂ ਹੋ ਰਹੇ ਨੇ, ਮੈਂ ਪੜ੍ਹਨਾ ਹੈ ਜਾ ਕੇ।
ਲਓ ਜੀ ਫਿਰ ਤਾਂ ਪ੍ਰੋਬਲਮ ਸੋਲਵ ਹੋ ਗਈ। ਤੁਸੀਂ ਸਟੱਡੀ ਬੇਸ ਤੇ ਆਸਟ੍ਰੇਲੀਆ ਚਲੇ ਜਾਓ ਤੇ ਤੁਸੀਂ ਦਿੱਲੀ ਜਾ ਕੇ ਮੈਚ ਦੇਖ ਲਓ। ਪਰ ਮੈਂ ਦਿੱਲੀ ਜਾ ਕੇ ਮੈਚ ਕਿਉਂ ਦੇਖਾਂ? ਤੇ ਭਾਜੀ ਮੇਰੇ ਲਈ ਇੱਥੇ ਦੇਖ ਲਓ, 500 ਰੁਪਇਆ ਕੇਬਲ ਦਾ ਤੁਸੀਂ ਦੇ ਦਿਓ। ਤੁਸੀਂ ਮੈਨੂੰ ਦਿੱਲੀ ਦੀ ਟਿਕਟ ਦੇ ਰਹੇ ਹੋ ਕਿ ਨਹੀਂ? ਓਏ ਇਹਨੂੰ ਛੱਡੋ, ਮੇਰਾ ਆਸਟ੍ਰੇਲੀਆ ਦਾ ਵੀਜ਼ਾ ਲਗਵਾ ਦਿਓ ਭਾਜੀ। ਓਹੋ ਤੁਸੀਂ ਸਾਹ ਲਵੋ ਯਾਰ, ਉੱਤੋਂ ਕੰਮ ਦਾ ਇੰਨਾ ਬੋਝ ਹੈ। ਇੱਕ ਮਿੰਟ ਹੋਲਡ ਕਰਿਓ। ਹਾਂਜੀ ਘੁੰਮਣ ਭਾਜੀ, ਤਤਕਾਲ 'ਚ ਇੱਕ ਵਰਲਡ ਕੱਪ ਦਾ ਮੈਚ ਦੇਖਣਾ ਸੀ। ਮੈਂ ਮੈਚ ਨਹੀਂ ਦੇਖਣਾ, ਮੈਂ ਤਤਕਾਲ 'ਚ ਦਿੱਲੀ ਜਾਣਾ ਹੈ। ਓ ਹਾਂਜੀ ਕੰਮ ਦਾ ਬੋਝ ਹੀ ਬਹੁਤ ਜ਼ਿਆਦਾ ਹੈ। ਹਾਂਜੀ ਘੁੰਮਣ ਸਾਹਿਬ, ਉਹ ਇੱਕ ਤਤਕਾਲ 'ਚ ਦਿੱਲੀ ਦੀ ਟਿਕਟ ਤੇ ਇੱਕ ਵਰਲਡ ਕੱਪ 'ਚ ਮੁੰਡੇ ਨੇ ਪੜਨ ਜਾਣਾ, ਪੜ੍ਹਾਈ ਦਾ ਲੋਸ ਹੁੰਦਾ ਪਿਆ। ਭਾਜੀ ਪੜ੍ਹਾਈ ਤਾਂ ਮੈਨੂੰ ਆਉਂਦੀ ਨਹੀਂ। ਓਹੋ ਛੱਡੋ ਸਾਰੀਆਂ ਗੱਲਾਂ ਨੂੰ, ਇਹ ਦੱਸੋ ਤੁਹਾਨੂੰ ਸ਼ੌਂਕ ਕਿੱਥੋਂ ਪਿਆ? ਸਟੱਡੀ ਦਾ? ਨਹੀਂ ਵਰਲਡ ਕੱਪ ਦਾ। ਮੈਂ ਵਰਲਡ ਕੱਪ ਨਹੀਂ ਦੇਖਣਾ, ਮੈਂ ਪੜ੍ਹਨਾ ਹੈ। ਓਹੋ ਸੌਰੀ ਕੰਮ ਦਾ ਬੋਝ ਹੀ ਬਹੁਤ ਜ਼ਿਆਦਾ ਹੈ। ਅੱਛਾ ਤੁਹਾਨੂੰ ਸ਼ੌਂਕ ਕਿੱਥੋਂ ਪਿਆ? ਵਰਲਡ ਕੱਪ ਦਾ? ਨਹੀਂ ਦਿੱਲੀ ਜਾਣ ਦਾ। ਉਹ ਭਾਜੀ ਮੈਂ ਦਿੱਲੀ ਨਹੀਂ ਜਾਣਾ। ਓਹੋ ਇੱਕ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਦੋਨੇ ਕਨਫਿਊਜ਼ ਕਿਉਂ ਹੋ? ਕਨਫਿਊਜ਼ ਅਸੀਂ ਨਹੀਂ ਹੋਏ, ਕਨਫਿਊਜ਼ ਤੁਸੀਂ ਹੋਏ ਆ। ਮੈਂ ਵਰਲਡ ਕੱਪ ਦੇਖਣ ਆਸਟ੍ਰੇਲੀਆ ਜਾਣਾ ਤੇ ਭੈਣ ਜੀ ਹੁਣਾਂ ਨੇ, ਮੇਰਾ ਮਤਲਬ ਮਸ਼ੂਕ ਹੁਣਾਂ ਨੇ ਦਿੱਲੀ ਜਾਣਾ। ਠੀਕ ਹੈ, ਤੁਸੀਂ ਬਕਵਾਸ ਬੰਦ ਕਰੋ ਤੇ ਮੈਨੂੰ ਦਿੱਲੀ ਦੀ ਟਿਕਟ ਦਿਓ, ਮੈਂ ਜਾ ਕੇ ਪੜ੍ਹਨਾ ਹੈ। ਓਹੋ ਤੁਹਾਨੂੰ ਟੈਨਸ਼ਨ ਲੈਣ ਦੀ ਕੀ ਲੋੜ ਹੈ? ਨਾਲੇ ਜਿੰਨੇ ਸੋਹਣੇ ਤੁਸੀਂ ਹੈਗੇ ਹੋ, ਤੁਹਾਨੂੰ ਟਿਕਟ ਲੈਣ ਦੀ ਕੀ ਲੋੜ ਹੈ? ਨਾਲੇ ਰੇਲਵੇ ਵਾਲਿਆਂ ਨੂੰ ਮੋਇਆ ਪਤਾ ਲੱਗਦਾ। ਆ ਪਿਛਲੇ ਮਹੀਨੇ ਦੀ ਗੱਲ ਹੈ, ਮੈਂ ਦਿੱਲੀੋਂ ਆਉਣ ਜਾਣ ਦੀ ਟਿਕਟ ਕਰਾਈ, ਮੈਂ ਗਿਆ ਮੈਂ ਹੈ ਹੀ ਨਹੀਂ, ਉਹਨਾਂ ਨੂੰ ਮੋਇਆ ਪਤਾ ਲੱਗਾ ਅੱਜ ਤੱਕ। ਫਿਰ ਉਹਦੇ ਜੀ ਕੀ ਹੈ ਭਾਜੀ, ਆਪਣੀ ਮਰਜ਼ੀ ਹੁੰਦੀ ਹੈ ਵਾਪਸ ਜਾਣਾ ਕਿ ਨਹੀਂ। ਅੱਛਾ ਫਿਰ ਮੈਂ ਤੁਹਾਡੀ ਆਸਟ੍ਰੇਲੀਆ ਦੀ ਜਾਣ ਦੀ ਟਿਕਟ ਕਰਾ ਦਾਂ ਨਾ ਆ ਕੇ ਦੇਖਿਓ ਤੂੰ ਵਾਪਸ। ਪਤਾ ਉਦੋਂ ਲੱਗਣਾ ਜਦੋਂ ਆਸਟ੍ਰੇਲੀਆ ਦੀ ਪੰਜਾਬ ਪੁਲਿਸ ਨੇ ਤੁਹਾਨੂੰ ਪਟੇ ਮਾਰ ਕੇ ਵਾਪਸ ਭੇਜਿਆ। ਪੰਜਾਬ ਪੁਲਿਸ ਆਸਟ੍ਰੇਲੀਆ ਦੇ ਵਿੱਚ ਕੀ ਕਰ ਰਹੀ ਹੈ? ਓਏ ਹੋਏ ਹਲੇ ਪਿਛਲੇ ਹਫਤੇ ਦੀ ਗੱਲ ਹੈ, 3 ਪੰਜਾਬ ਪੁਲਿਸ ਵਾਲਿਆਂ ਨੂੰ ਆਪਣੇ ਹੱਥੀ ਮੈਂ ਆਸਟ੍ਰੇਲੀਆ ਭੇਜਿਆ। ਪੰਜਾਬ ਪੁਲਿਸ ਨੂੰ ਆਸਟ੍ਰੇਲੀਆ ਭੇਜਦਾ, ਮੈਨੂੰ ਨਹੀਂ ਭੇਜਦੇ ਵੇ। ਇਸੇ ਕਰਕੇ ਨਹੀਂ ਭੇਜਦਾ, ਉਹਨਾਂ ਵਿਚਾਰਿਆਂ ਨੇ ਜਾਣਾ ਸੀ ਅਮਰੀਕਾ ਤੇ ਮੈਂ ਉਹਨਾਂ ਨੂੰ ਭੇਜ ਦਿੱਤਾ ਆਸਟ੍ਰੇਲੀਆ। ਉਹ ਤੂੰ ਉੱਥੇ ਜਾ ਕੇ ਮਾਮਾ ਮੇਰਾ ਥਾਂ ਟਿਕਾਣਾ ਦੱਸ ਦੇਣਾ ਤੇ ਉਹਨਾਂ ਨੇ ਆ ਕੇ ਮੈਨੂੰ ਉੱਥੇ ਟੰਗ ਦੇਣਾ। ਫਿਰ ਇੱਕ ਕੰਮ ਕਰੋ, ਇਹਨੂੰ ਅਮਰੀਕਾ ਭੇਜ। ਦਿਮਾਗ ਤਾਂ ਤੁਸੀਂ ਬਹੁਤ ਵਧੀਆ ਚਲਾਇਆ, ਪਰ ਇਹ ਜ਼ਰੂਰੀ ਨਹੀਂ ਕਿ ਹਰ ਵਾਰ ਦੀ ਤਰ੍ਹਾਂ ਬੰਦਾ ਅਮਰੀਕਾ ਦੀ ਥਾਂ ਤੇ ਆਸਟ੍ਰੇਲੀਆ ਚਲਾ ਜਾਵੇ। ਕਦੇ ਇਰਾਕ ਤੇ ਅਫਗਾਨਿਸਤਾਨ ਵੀ ਚਲਾ ਜਾਂਦਾ ਹੈ। ਭਾਜੀ ਤੁਸੀਂ ਆਪਣਾ ਕੰਮ ਬਦਲ ਕਿਉਂ ਨਹੀਂ ਲੈਂਦੇ ਯਾਰ? ਪਤਾ ਨਹੀਂ ਹਰ ਇੱਕ ਬੰਦਾ ਮੈਨੂੰ ਇਹੀ ਕਿਉਂ ਕਹਿੰਦਾ ਕਿ ਆਪਣਾ ਕੰਮ ਬਦਲ ਲਓ। ਹਲੇ ਪਿਛਲੇ ਮਹੀਨੇ ਦੀ ਗੱਲ ਹੈ, ਮੈਂ ਟੈਲੀਫੋਨ ਐਕਸਚੇਂਜ ਲੱਗਾ ਸੀ, ਇੱਥੇ ਫੋਨ ਠੀਕ ਕਰਨ ਆਇਆ, ਉਹ ਬੰਦਾ ਮੈਨੂੰ ਕਹਿੰਦਾ ਭਾਜੀ ਤੁਸੀਂ ਆਪਣਾ ਕੰਮ ਬਦਲ ਲਓ। ਮੈਂ ਬਦਲ ਕੇ ਉਹਦੇ ਆਫਿਸ ਤੇ ਹੀ ਕਬਜ਼ਾ ਕਰ ਲਿਆ। ਆ ਕੀ ਕਰਨ ਦੇ ਆ ਪੜ ਕੇ ਲਿਖਿਆ ਦਿਸਦਾ ਤੈਨੂੰ? ਨੋ ਸਮੋਕਿੰਗ ਜ਼ੋਨ ਹੈ, ਬੱਚਿਆਂ ਦੀ ਪਾਰਕ ਹੈ, ਬੱਚੇ ਖੇਡਣ ਆਉਂਦੇ ਨੇ ਇੱਥੇ, ਤੁਸੀਂ ਇੱਥੇ ਪੋਲੂਸ਼ਨ ਫੈਲਾਉਂਦੇ ਹੋ ਹੈ? ਕੀ ਜ਼ਿੰਮੇਵਾਰੀ ਤੁਹਾਡੀ? ਚੱਲ ਦਵਾ ਤੂੰ।